ਦੋਸਤੋ ਤੁਸੀਂ ਸੁਣਨ ਜਾ ਰਹੇ ਹੋ ਪ੍ਰੋਗਰਾਮ ਰੇਡੀਓ ਇਨਕਲਾਬ ਮੇਰੇ ਨਾਲ ਯਾਨੀ ਅਨੂ ਨਾਲ। ਹਰ ਸੋਮਵਾਰ ਦੀ ਤਰ੍ਹਾਂ ਅਸੀਂ ਤੁਹਾਡੇ ਨਾਲ ਰਵਾਂਗੇ ਠੀਕ 5 ਵਜੇ ਤੋਂ ਸ਼ਾਮ 6:30 ਵਜੇ ਤੱਕ ਔਰ ਪਲੈਨਟ 104.6 FM ਦੇ ਮਾਧਿਅਮ ਤੋਂ ਤੁਸੀਂ ਸਾਡੇ ਨਾਲ ਹੋ ਗਏ ਹੋ। ਤੋ ਇਸ ਤਰ੍ਹਾਂ ਹੀ ਤੁਸੀਂ ਸਾਡੇ ਨਾਲ ਬਣੇ ਰਹੋ, ਹਰ ਸੋਮਵਾਰ ਸਾਥ ਦਿੰਦੇ ਹੋ, ਤੁਹਾਡਾ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ। ਤੋ ਅੱਜ ਸਟੂਡੀਓ ਵਿੱਚ ਮੇਰੇ ਨਾਲ ਭਾਰਤੀ ਜੀ ਵੀ ਮੌਜੂਦ ਨੇ। ਤੋ ਅੱਜ ਦੇ ਜਿਹੜੇ ਵਿਸ਼ੇ ਰਹਿਣਗੇ, ਅੱਜ ਦੀ ਤੁਹਾਨੂੰ ਤਰੀਕ ਵੀ ਦੱਸਦੇ ਚੱਲੀਏ, ਇਹ ਵੀ ਇੱਕ ਰਵਾਇਤ ਬਣੀ ਹੋਈ ਹੈ। ਅੱਜ ਸੋਮਵਾਰ ਦਾ ਦਿਨ ਹੈ, 9 ਨਵੰਬਰ 2020 ਸਨ ਹੈ। ਤੋ ਅੱਜ ਅਸੀਂ ਦੋ ਬੁਲਾਰੇ ਹੋਣਗੇ ਸਾਡੇ ਪ੍ਰੋਗਰਾਮ ਵਿੱਚ, ਦੋਨੋਂ ਹੀ ਪੰਜਾਬ ਭਾਰਤ ਤੋਂ। ਸਭ ਤੋਂ ਪਹਿਲਾਂ ਅਸੀਂ ਗੱਲਬਾਤ ਕਰਾਂਗੇ ਜਗਦੀਪ ਸਿੰਘ, ਜਿਹੜੇ ਕਿ ਕਾਫੀ ਸਾਰੇ ਇੱਥੋਂ ਨਿਊਜ਼ੀਲੈਂਡ ਦੇ ਜਿਹੜੇ ਟੈਂਪਰਰੀ ਵੀਜ਼ਾ ਹੋਲਡਰ ਜਿਹੜੇ ਭਾਰਤ ਆਪਣੇ ਪਰਿਵਾਰਾਂ ਨੂੰ ਮਿਲਣ ਗਏ ਸੀ ਜਾਂ ਵਿਆਹ ਸ਼ਾਦੀਆਂ ਅਟੈਂਡ ਕਰਨ ਗਏ ਸੀ ਜਾਂ ਵੈਸੇ ਛੁੱਟੀਆਂ ਲਈ ਗਏ ਸਨ, ਇੱਥੇ ਜਦੋਂ ਮਾਰਚ ਵਿੱਚ ਬਾਰਡਰ ਨਿਊਜ਼ੀਲੈਂਡ ਦਾ ਬਾਰਡਰ ਸੀਲ ਕਰ ਦਿੱਤਾ ਗਿਆ ਕਰੋਨਾ ਵਾਇਰਸ ਕਰਕੇ, ਤੋ ਉਹਨਾਂ ਨੂੰ ਵਾਪਸ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਕਿਉਂਕਿ ਹਾਲੇ ਤੱਕ ਵੀ ਬਾਰਡਰ ਬੰਦ ਹੈ। ਸਿਰਫ ਜਿਹੜੇ ਇੱਥੋਂ ਦੇ ਨਾਗਰਿਕ ਨੇ ਜਾਂ ਪਰਮਾਨੈਂਟ ਰੈਜ਼ੀਡੈਂਟ ਨੇ ਉਹ ਹੀ ਵਾਪਸ ਆ ਸਕਦੇ ਨੇ, ਜਾਂ ਜਿਨ੍ਹਾਂ ਨੂੰ ਕੋਈ ਐਕਸੈਪਸ਼ਨ ਟੂ ਟਰੈਵਲ ਮਿਲਦੀ ਹੈ ਜਾਂ ਜਿਹੜੇ ਐਸੈਂਸ਼ੀਅਲ ਵਰਕਰਸ ਨੇ, ਹੈਲਥ ਕੇਅਰ ਸੈਕਟਰ 'ਚ ਕੰਮ ਕਰਦੇ ਨੇ, ਉਹਨਾਂ ਨੂੰ ਵੀ ਐਕਸੈਪਸ਼ਨ ਲਈ ਅਪਲਾਈ ਕਰਨਾ ਪੈਂਦਾ। ਤੋ ਬਹੁਤ ਥੋੜ੍ਹੇ ਜਿਹੇ ਲੋਕਾਂ ਨੂੰ ਉਸ ਐਕਸੈਪਸ਼ਨ ਦੇ ਤਹਿਤ ਵਾਪਸ ਆਉਣ ਦੀ ਇਜਾਜ਼ਤ ਮਿਲੀ ਹੈ ਔਰ ਵਾਪਸ ਆਏ ਨੇ। ਤੋ ਵੱਡੀ ਗਿਣਤੀ ਜਿਹੜੀ ਹੈ ਹਾਲੇ ਵੀ ਉਹ ਸਫ਼ਰ ਕਰ ਰਹੀ ਹੈ। ਤੋ ਜਗਦੀਪ ਸਿੰਘ ਵੀ ਇਸ ਤਰ੍ਹਾਂ ਹੀ ਉੱਥੇ ਫਸੇ ਹੋਏ ਨੇ, ਉਹਨਾਂ ਦੇ ਵਾਈਫ ਨੇ ਨਾਲ ਔਰ ਛੋਟੀ ਬੱਚੀ ਹੈ ਜਿਹੜੀ ਕਿ ਨਿਊਜ਼ੀਲੈਂਡ ਦੀ ਬੋਰਨ ਹੈ। ਤੋ ਉਹਨਾਂ ਨੇ ਔਰ ਨਾਲ ਸਾਥੀ ਪਰਮਿੰਦਰ ਸਿੰਘ ਨੇ, ਉਹਨਾਂ ਨੇ ਮਿਲ ਕੇ ਇੱਕ ਬੜਾ ਵਧੀਆ ਸ਼ਲਾਘਾਯੋਗ ਉਪਰਾਲਾ ਜਿਹੜਾ ਕੀਤਾ ਹੈ, ਸ਼ੁਰੂਆਤ ਕੀਤੀ ਹੈ ਕਿ ਕਿਸ ਤਰ੍ਹਾਂ ਇਹ ਸਾਰੀ ਸੰਘਰਸ਼ ਨੂੰ ਸ਼ੁਰੂ ਕੀਤਾ ਹੈ ਔਰ ਡਿਮਾਂਡ ਰਿਕੁਐਸਟ ਕਰਨ ਜਾ ਰਹੇ ਨੇ ਨਿਊਜ਼ੀਲੈਂਡ ਸਰਕਾਰ ਨੂੰ ਕਿ ਇਹ ਜਿਹੜੇ ਲੋਕ ਉੱਥੇ ਫਸ ਗਏ ਨੇ ਉਹਨਾਂ ਵੱਲ ਵੀ ਧਿਆਨ ਦਿੱਤਾ ਜਾਏ। ਤੋ ਜਲਦ ਹੀ ਅਸੀਂ ਫੋਨ 'ਤੇ ਰਾਬਤਾ ਕਰਾਂਗੇ ਜਗਦੀਪ ਸਿੰਘ ਹੋਰਾਂ ਨਾਲ। ਉਸ ਤੋਂ ਬਾਅਦ ਦੂਸਰੇ ਜਿਹੜੇ ਅੱਜ ਦੇ ਸਾਡੇ ਬੁਲਾਰੇ ਨੇ ਸਾਥੀ ਧਰਮਿੰਦਰ ਸਿੰਘ, ਜਿਹੜੇ ਕਿ ਭਾਰਤੀ ਜੀ ਮੈਂ ਜਥੇਬੰਦੀ ਦਾ ਨਾਮ ਭੁੱਲ ਗਈ ਹਾਂ, ਜਮਹੂਰੀ ਕਿਸਾਨ ਸਭਾ ਜਾਂ ਹਾਂਜੀ ਜਮਹੂਰੀ ਕਿਸਾਨ ਸਭਾ। ਤੋ ਸਾਥੀ ਧਰਮਿੰਦਰ ਸਿੰਘ ਨਾਲ ਅਸੀਂ ਜਿਹੜੇ ਚੱਲਦੇ ਸੰਘਰਸ਼ ਨੇ, ਕਿਸਾਨੀ ਦੇ ਸੰਘਰਸ਼ ਜਿਹੜੇ ਬਹੁਤ ਮਹੀਨਿਆਂ ਤੋਂ ਚੱਲ ਤੇ ਕਈ ਸਾਲਾਂ ਤੋਂ ਰਹੇ ਨੇ, ਪਰ ਜਿਹੜੇ ਉਹ 3 ਆਰਡੀਨੈਂਸ ਕਿਸਾਨ ਵਿਰੋਧੀ ਆਰਡੀਨੈਂਸ ਪਾਸ ਹੋਏ ਨੇ ਉਹਨਾਂ ਨੂੰ ਲੈ ਕੇ ਜਿਹੜੇ ਸੰਘਰਸ਼ ਪਿਛਲੇ ਕੁਛ ਮਹੀਨਿਆਂ ਤੋਂ ਬਹੁਤ ਗਰਮ ਹੋਏ ਨੇ, ਤਿੱਖੇ ਹੋਏ ਨੇ। ਤੋ ਉਸ ਸਿਲਸਿਲੇ 'ਚ ਸਾਥੀ ਧਰਮਿੰਦਰ ਸਿੰਘ ਹੋਰਾਂ ਨਾਲ ਅਸੀਂ ਗੱਲਬਾਤ ਕਰਾਂਗੇ। ਬਿਲਕੁਲ ਜੀ, ਇਹ ਸਾਡੇ ਪ੍ਰੋਗਰਾਮ ਦੇ ਵਿੱਚ ਰੈਗੂਲਰ ਆਉਂਦੇ ਰਹਿੰਦੇ ਨੇ। ਜਿਹੜਾ ਪੰਜਾਬ ਦੇ ਵਿੱਚ ਖਾਸ ਕਰਕੇ ਮੁਕੇਰੀਆਂ, ਤਲਵਾੜਾ, ਜਿਹਦੇ ਵਿੱਚ ਇਲੀਗਲ ਜਿਹੜੀ ਮਾਈਨਿੰਗ ਚੱਲ ਰਹੀ ਹੈ ਉਹਦੇ ਖਿਲਾਫ ਇਹਨਾਂ ਨੇ ਬਹੁਤ ਚਿਰ ਤੋਂ ਸੰਘਰਸ਼ ਕਰ ਰਹੇ ਨੇ ਔਰ ਸਾਡੇ ਬਹੁਤ ਹੀ ਵਧੀਆ ਨੌਜਵਾਨ ਸਾਥੀ ਨੇ। ਜ਼ਰੂਰ ਉਹਨਾਂ ਨਾਲ। ਤੋ ਹੁਣ ਅਸੀਂ ਆਪਣੇ ਸਰੋਤਿਆਂ ਦੀ ਨਜ਼ਰ ਇੱਕ ਗੀਤ ਕਰਦੇ ਹਾਂ ਔਰ ਉਸ ਦੌਰਾਨ ਜਗਦੀਪ ਸਿੰਘ ਹੋਰਾਂ ਨਾਲ ਰਾਬਤਾ ਕਰਨ ਦੀ ਅਸੀਂ ਕੋਸ਼ਿਸ਼ ਕਰਾਂਗੇ। ਦੋਸਤੋ, ਇਸ ਤਰ੍ਹਾਂ ਹੀ ਤੁਸੀਂ ਰੇਡੀਓ ਇਨਕਲਾਬ ਪ੍ਰੋਗਰਾਮ ਨਾਲ ਜੁੜੇ ਰਹਿਣਾ। क्या बदले हैं हालात ऐसे अब तक, कब तक रोना पड़ेगा, जो है खोना पड़ेगा, कहता हूँ सुन लो मेरे यार, अब खुद कुछ करना पड़ेगा हमको, चलना पड़ेगा, मरना पड़ेगा, अब खुद कुछ करना पड़ेगा। कितने सवालों के जवाब मिले हैं अब तक, कितना किया है इंतजार और करोगे कब तक, कब तक रोना पड़ेगा, जो है खोना पड़ेगा, कहता हूँ सुन लो मेरे यार, अब खुद कुछ करना पड़ेगा हमको, चलना पड़ेगा, मरना पड़ेगा, अब खुद कुछ करना पड़ेगा।
ਦੋਸਤੋ ਇਸ ਸਮੇਂ ਪੰਜਾਬ ਭਾਰਤ ਤੋਂ ਫੋਨ ਲਾਈਨ ਤੇ ਸਾਡੇ ਨਾਲ ਜਗਦੀਪ ਸਿੰਘ ਔਰ ਉਹਨਾਂ ਦਾ ਪਰਿਵਾਰ ਨਾਲ ਨੇ, ਉਹ ਫੋਨ ਲਾਈਨ ਤੇ ਨੇ। ਤਾਂ ਉਹ ਜਿਸ ਤਰ੍ਹਾਂ ਮੈਂ ਪਹਿਲੇ ਦੱਸਿਆ ਕਿ ਇੱਥੋਂ ਨਿਊਜ਼ੀਲੈਂਡ ਤੋਂ ਭਾਰਤ ਗਏ ਸੀ ਛੁੱਟੀਆਂ, ਜਾਂ ਉਹਨਾਂ ਕੋਲ ਸਾਰੀ ਗੱਲਬਾਤ ਅਸੀਂ ਉਹਨਾਂ ਦੀ ਜ਼ੁਬਾਨੀ ਹੀ ਸੁਣਾਂਗੇ। ਪਰ ਬਾਰਡਰ ਬੰਦ ਹੋਣ ਕਰਕੇ, ਕਿਉਂਕਿ ਉਹਨਾਂ ਦਾ ਵੀਜ਼ਾ ਟੈਂਪਰੇਰੀ ਹੈ, ਉਹਨਾਂ ਨੂੰ ਵਾਪਸ ਆਉਣ ਦੀ ਇਜਾਜ਼ਤ ਨਹੀਂ ਮਿਲੀ, ਇਸ ਲਈ ਉੱਥੇ ਉਹ ਫਸ ਗਏ ਨੇ। ਪਰ ਉਹ ਸਿਰਫ ਆਪਣੇ ਤੱਕ ਹੀ ਉਹਨਾਂ ਨੇ ਇਹ ਜਿਹੜੀ ਤਰਾਸਦੀ ਹੈ ਸੀਮਤ ਨਹੀਂ ਰੱਖੀ, ਕਾਫੀ ਕੁਝ ਚੱਲ ਰਿਹਾ। ਤਾਂ ਉਹ ਸਾਰੀ ਗੱਲਬਾਤ ਉਹਨਾਂ ਕੋਲੋਂ ਅਸੀਂ ਸੁਣਾਂਗੇ। ਤਾਂ ਉਹਨਾਂ ਨਾਲ ਗੱਲ ਕਰਦੇ ਹਾਂ। ਜਗਦੀਪ ਵੀਰੇ, ਸਵਾਗਤ ਹੈ ਤੁਹਾਡਾ ਰੇਡੀਓ ਇਨਕਲਾਬ ਤੇ। ਹਾਂਜੀ ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜਗਦੀਪ ਸਿੰਘ, ਆਪਾਂ ਗੱਲਬਾਤ ਸ਼ੁਰੂ ਕਰਦੇ ਹਾਂ। ਤੁਸੀਂ ਸਰੋਤਿਆਂ ਨੂੰ ਦੱਸੋ, ਤੁਸੀਂ ਕਿਹੜੇ ਸਾਲ ਦੇ ਵਿੱਚ ਨਿਊਜ਼ੀਲੈਂਡ ਆਏ, ਇੱਥੇ ਤੁਸੀਂ ਕਿਹੜਾ ਕੰਮ ਕਰਦੇ ਰਹੇ ਔਰ ਕਿਸ ਸਮੇਂ ਤੁਹਾਨੂੰ ਵਾਪਸ ਜਾਣਾ ਪਿਆ? ਕਿਹੋ ਜਿਹੀ ਤੁਹਾਡੀ ਇਹ ਸੰਘਰਸ਼ ਸੀਗਾ ਸਾਰੀ ਗੱਲਬਾਤ ਦੇ ਵਿੱਚ? ਹਾਂਜੀ ਹਾਂਜੀ, ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਤੇ ਮੈਂ ਨਿਊਜ਼ੀਲੈਂਡ ਦੇ ਵਿੱਚ 2016 ਦੇ ਵਿੱਚ ਗਏ ਸੀ ਜੀ। ਤੇ ਉਸ ਤੋਂ ਪਹਿਲਾਂ ਮੇਰੀ ਵਾਈਫ ਗਏ ਸੀ ਸਟੱਡੀ ਵੀਜ਼ੇ ਤੇ। ਠੀਕ। ਸਤੰਬਰ 'ਚ ਸਾਡੀ ਮੈਰਿਜ ਹੋਈ ਸੀ ਤੇ ਮੈਂ ਨਵੰਬਰ ਦੇ ਵਿੱਚ 2016 'ਚ ਐਜ਼ ਅ ਵਿਜ਼ਟਰ ਵੀਜ਼ੇ ਤੇ ਗਏ ਸੀ ਅਸੀਂ। ਠੀਕ। ਤੁਹਾਨੂੰ ਪਤਾ ਵੀ ਪਹਿਲਾਂ ਜਦੋਂ ਲੈਵਲ 5 ਜਾਂ 7 ਹੋਵੇ ਤਾਂ ਵਰਕ ਪਰਮਿਟ ਨਹੀਂ ਮਿਲਦਾ, ਵਿਜ਼ਟਰ ਵੀਜ਼ਾ ਮਿਲਦਾ ਜੀ। ਚਲੋ ਉਹ ਸਾਡਾ ਸੰਘਰਸ਼ ਦਾ ਦੌਰ ਸੀ, 2 ਸਾਲ ਸਟੱਡੀ ਕੀਤੀ, ਸੰਘਰਸ਼ ਕੀਤਾ ਵਿਜ਼ਟਰ ਵੀਜ਼ੇ ਤੇ। ਤਾਂ ਤੁਹਾਨੂੰ ਪਤਾ ਹੀ ਹੈ ਕਿ ਕਿੰਨੀਆਂ ਮੁਸ਼ਕਲਾਂ ਆਉਂਦੀਆਂ ਨੇ। ਬਿਲਕੁਲ, ਕੋਈ ਸ਼ੱਕ ਨਹੀਂ ਜੀ। ਤੇ ਹਾਂਜੀ, ਤੇ ਉਸ ਤੋਂ ਬਾਅਦ ਅਸੀਂ ਚਲੋ ਸਟੱਡੀ ਖਤਮ ਹੋਈ, ਆਪਾਂ ਫੀਸਾਂ ਭਰਦੇ ਹੋਏ ਕਾਫੀ ਜ਼ਿਆਦਾ ਆਪਾਂ ਆਪਣੀ ਜਿੰਨਾ ਕੁ ਵੀ ਹੋ ਸਕਿਆ ਸੀ ਆਪਾਂ ਖਰਚੇ ਐਕਸਪੈਂਡ ਕੀਤੇ ਨਿਊਜ਼ੀਲੈਂਡ ਦੇ ਵਿੱਚ। ਸਾਡੇ ਪੇਰੈਂਟਸ ਨੇ ਤਕਰੀਬਨ ਆਪਣੀ ਜ਼ਿੰਦਗੀ ਦੀ ਸਾਰੀ ਕਮਾਈ ਸਾਡੇ ਉੱਤੇ ਲਾਈ, ਕਿਉਂਕਿ ਆਪਾਂ ਇੱਕ ਮੱਧ ਵਰਗ ਪਰਿਵਾਰ ਨਾਲ ਸੰਬੰਧਿਤ ਆ ਤੇ ਕਿਸੇ ਕੋਲ ਵੀ 20 ਤੋਂ 25 ਲੱਖ ਰੁਪਇਆ ਨਹੀਂ ਹੁੰਦਾ। ਤੇ ਇੰਨਾ ਖਰਚ ਕਰਨ ਤੋਂ ਬਾਅਦ ਚਲੋ 2 ਸਾਲਾਂ ਬਾਅਦ ਦੀ ਸਟੱਡੀ ਤੋਂ ਬਾਅਦ, ਪੜ੍ਹਾਈ ਤੋਂ ਬਾਅਦ ਸਾਨੂੰ ਵਰਕ ਪਰਮਿਟ ਮਿਲਿਆ। ਮੇਰੀ ਵਾਈਫ ਇੱਕ ਫਰਨੀਚਰ ਫੈਕਟਰੀ ਦੇ ਵਿੱਚ ਐਜ਼ ਅ ਸੀਵਿੰਗ ਮਸ਼ੀਨਿਸਟ ਦੀ ਜੌਬ ਸੀ, ਉੱਥੇ ਤੱਕ ਕੀਤੀ। ਪਰ ਜਦੋਂ ਸਾਡਾ ਵਰਕ ਪਰਮਿਟ ਆਇਆ ਤਾਂ ਉਹ ਫੈਕਟਰੀ ਵੀ ਬੰਦ ਹੋ ਗਈ। ਤਾਂ ਸਾਨੂੰ ਉਹ ਫੈਕਟਰੀ ਬੰਦ ਹੋ ਗਈ, ਲਿਕੁਇਡੇਸ਼ਨ ਹੋ ਗਈ ਉਹਦੀ। ਉਦੋਂ ਵੀ ਮੁਸ਼ਕਿਲ ਦੇ ਵਿੱਚ, ਉਦੋਂ ਵੀ ਕਾਫੀ ਸਾਨੂੰ ਜ਼ਿਆਦਾ ਪ੍ਰੋਬਲਮ ਆਈ। ਫਿਰ ਚਲੋ ਅਸੀਂ ਦੁਬਾਰਾ ਨਵਾਂ ਕੰਮ ਲੱਭਿਆ ਤਾਂ ਕਿਸੇ ਹੋਰ ਕੰਪਨੀ 'ਚ ਗਏ। ਉਹਨਾਂ ਨੇ, ਉਹ ਵੀ ਪੰਜਾਬੀ ਸੀ ਪਰ ਉਹ ਕਾਫੀ ਚੰਗੇ ਵਧੀਆ ਸੀ, ਕਿਉਂਕਿ ਸਾਰੇ ਇੱਕੋ ਜਿਹੇ ਨਹੀਂ ਹੁੰਦੇ, ਕੁਝ ਨਹੀਂ, ਬਿਲਕੁਲ ਨਹੀਂ। ਉਹਨਾਂ ਨੇ ਸਾਡੀ ਸਪੋਰਟ ਕੀਤੀ, ਉੱਥੇ ਜੌਬ ਕੀਤੀ। ਮੈਂ ਸਭ ਤੋਂ ਪਹਿਲਾਂ ਜੌਬ ਕੀਤੀ ਰਿਕਰੂਟਮੈਂਟ ਏਜੰਸੀ ਦੇ ਥਰੂ। ਇੱਕ ਹੈਲਥ ਕੇਅਰ ਲੌਜਿਸਟਿਕ ਆ, ਮੈਂਗਰੀ ਦੇ ਵਿੱਚ ਕੰਪਨੀ ਆ, ਵੇਅਰ ਹਾਊਸ ਆ, ਕਾਫੀ ਵੱਡੀ ਕੰਪਨੀ, ਦਵਾਈਆਂ ਦੀ ਮੈਡੀਸਿਨਸ ਆਉਂਦੀਆਂ ਨੇ, ਉੱਥੇ ਕੰਮ ਕੀਤੀ। ਤੇ ਉਸ ਤੋਂ ਬਾਅਦ ਮੈਂ 1 ਸਾਲ 1.5 ਸਾਲ ਉੱਥੇ ਕੰਮ ਕੀਤਾ। ਉਸ ਤੋਂ ਬਾਅਦ ਮੈਂ ਸਿਕਿਉਰਿਟੀ ਦੇ ਵਿੱਚ ਜੁਆਇਨ ਕੀਤਾ, ਸਿਕਿਉਰਿਟੀ ਕੰਪਨੀ ਦੇ ਵਿੱਚ, ਕਿਉਂਕਿ ਉੱਥੇ ਮੈਨੂੰ ਘਰ ਲੈਣਾ ਪੈ ਗਿਆ, ਕਿਉਂਕਿ ਮੇਰੀ ਨਿਊਜ਼ੀਲੈਂਡ ਬੋਰਨ ਬੇਬੀ ਹੋ ਗਈ, ਮੈਨੂੰ ਘਰ ਲੈਣਾ ਪਿਆ ਸੀ। ਤੇ ਉੱਥੇ ਸਮਝ ਲਓ ਆਮਦਨੀ ਘੱਟ ਸੀ ਸਾਡੀ। ਸਿਕਿਉਰਿਟੀ ਦੇ ਵਿੱਚ ਵਧੀਆ ਪੇ ਮਿਲੀ ਤਾਂ ਸਿਕਿਉਰਿਟੀ ਚ ਕੰਮ ਕੀਤਾ। ਫਿਰ 4 ਨਵੰਬਰ 2019 ਨੂੰ ਬੇਬੀ ਬੋਰਨ ਹੋਇਆ, ਗੁੜੀਆ, ਬੇਬੀ ਗਰਲ। ਹਾਂਜੀ। ਤੇ ਤਾਂ ਪਰਿਵਾਰ ਨੂੰ ਮਿਲਣ ਲਈ ਪਰਿਵਾਰ ਚਾਹੁੰਦਾ ਸੀ, ਚਲੋ ਅਸੀਂ ਸਾਰਿਆਂ ਨੂੰ ਤਾਂ ਬੁਲਾ ਨਹੀਂ ਸਕਦੇ, ਚਲੋ ਅਸੀਂ ਸੋਚਿਆ ਕਿ ਅਸੀਂ ਜਾਵਣੇ 1 ਮਹੀਨੇ ਲਈ ਜਾਣਾ ਸੀ ਸਿਰਫ। ਅਸੀਂ 30 ਨਵੰਬਰ ਨੂੰ ਅਸੀਂ 22 ਫਰਵਰੀ ਨੂੰ ਅਸੀਂ ਆਏ। 24 ਮਾਰਚ ਦੀ ਸਾਡੀ ਵਾਪਸੀ ਸੀ ਜੀ। ਸਿਰਫ ਪਰਿਵਾਰ ਨੂੰ ਮਿਲਾਉਣ ਲਈ ਅਸੀਂ 1 ਮਹੀਨੇ ਲਈ ਆਏ ਸੀ। ਉਸ ਟਾਈਮ 2.5 ਮਹੀਨੇ ਦੀ, 3.5 ਮਹੀਨੇ ਦੀ ਸੀ। ਹੁਣ ਅੱਜ 1 ਸਾਲ ਤੋਂ ਉੱਪਰ ਹੋ ਗਿਆ। ਬਿਲਕੁਲ। ਔਰ ਨੂੰ ਇਹਨਾਂ ਨੇ ਬਾਰਡਰ ਬੰਦ ਕਰਤਾ। ਦੇਖੋ 18 ਮਾਰਚ ਨੂੰ ਇਹਨਾਂ ਨੇ ਅਨਾਉਂਸਮੈਂਟ ਕੀਤੀ ਕਿ ਤੁਸੀਂ ਆ ਜਾਓ। ਇੰਡੀਆ ਨਿਊਜ਼ੀਲੈਂਡ ਦੇ ਸਮੇਂ ਦੇ ਵਿੱਚ ਕਿੰਨਾ ਫਰਕ ਆ, 7.5 ਘੰਟੇ ਦਾ ਤਾਂ ਵੈਸੇ ਹੀ ਫਰਕ ਆ। ਫਿਰ ਉਸ ਤੋਂ ਬਾਅਦ ਮੈਂ ਟਿਕਟ ਵਾਲੇ ਨਾਲ ਗੱਲ ਕੀਤੀ ਵੀ ਐਵੇਂ, ਉਹ ਕਹਿੰਦਾ ਵੀ ਨਹੀਂ, ਤੁਹਾਨੂੰ ਉਹਨਾਂ ਨੇ ਜੇ ਅੱਜ ਅਨਾਉਂਸ ਕੀਤਾ ਤਾਂ ਘੱਟੋ ਘੱਟ 5-7 ਦਿਨ ਤਾਂ ਦੇਣਗੇ ਹੀ। ਬਿਲਕੁਲ। ਇਹ ਤਾਂ ਨਹੀਂ ਹੁੰਦਾ ਵੀ ਔਨ ਦੀ ਸਪੋਰਟ ਹੀ ਬਾਰਡਰ ਬੰਦ ਕਰ ਦੇਣਗੇ। ਬਟ ਇਹਨਾਂ ਨੇ 19 ਤਰੀਕ ਨੂੰ ਬਾਰਡਰ ਬੰਦ ਕਰਤਾ। ਟਿਕਟ ਲੈਣੀ ਸੀ ਇੱਥੋਂ, ਅਸੀਂ ਪੰਜਾਬ ਤੋਂ ਜਾਂਦੇ ਹਾਂ ਦਿੱਲੀ ਏਅਰਪੋਰਟ ਤੇ ਤਾਂ ਸਾਡੇ 5 ਘੰਟੇ ਤਾਂ ਵੈਸੇ ਹੀ ਲੱਗ ਜਾਂਦੇ ਨੇ। ਟਿਕਟ ਲੈਣੀ ਸੀ, ਕੋਈ ਬੱਸ ਤੇ ਤਾਂ ਆਪਾਂ ਚੜ੍ਹ ਕੇ ਆ ਨਹੀਂ ਸਕਦੇ ਸੀ।
ਬਿਲਕੁਲ ਇਹ ਸਾਡਾ ਕਾਫੀ ਜ਼ਿਆਦਾ ਹੁਣ ਦੇਖੋ ਟਾਈਮ ਹੋ ਚੁੱਕਾ, ਸੰਘਰਸ਼ ਕਰ ਰਹੇ ਹਾਂ ਅਸੀਂ, ਬਹੁਤ ਜ਼ਿਆਦਾ ਹਾਰਡਸ਼ਿਪ ਦੇ ਵਿੱਚ ਟਾਈਮ ਬੀਤਿਆ ਸਾਡਾ। ਬਿਲਕੁਲ 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 ਬਹੁਤ ਟ੍ਰੈਜਿਕ। ਤੁਹਾਡੀ ਗੱਲ ਬਿਲਕੁਲ ਸਹੀ ਆ। ਅਸੀਂ ਮੋਦੀ ਨੂੰ ਹਮੇਸ਼ਾ ਕ੍ਰਿਟਿਸਾਈਜ਼ ਕਰਦੇ ਹਾਂ ਕਿ ਉਹਨੇ 6 ਘੰਟੇ ਦਾ ਲਾਕਡਾਊਨ ਦਾ ਟਾਈਮ ਦਿੱਤਾ, ਪਰ ਇਸ ਸਰਕਾਰ ਦਾ ਵੀ ਇਹ ਲਾਕਡਾਊਨ ਦਾ ਜਿਹੜਾ ਵਾਰਨਿੰਗ ਬਹੁਤ ਘੱਟ ਸੀਗੀ, ਇਹਨੂੰ ਆਪਾਂ ਉਹਦੇ ਨਾਲ ਕੰਪੇਅਰ ਕਰ ਸਕਦੇ ਹਾਂ। ਸੋ ਦੇ ਵਿੱਚ ਇੱਕ ਰੂਲ ਆ, ਜੇ ਆਪਾਂ ਕੋਈ ਜੌਬ ਤੋਂ ਰਿਜ਼ਾਈਨ ਦੇਣਾ ਤਾਂ ਕਹਿੰਦੇ ਜੀ 2 ਵੀਕ ਦਾ ਨੋਟਿਸ ਚਾਹੀਦਾ ਸਾਨੂੰ। ਜੇ ਕੋਈ ਆਪਾਂ ਘਰ ਛੱਡਣਾ ਤਾਂ ਅਗਲਾ ਕਹਿੰਦਾ ਸਾਨੂੰ 2 ਵੀਕ ਦਾ ਨੋਟਿਸ ਚਾਹੀਦਾ, 3 ਹਫ਼ਤੇ ਦਾ। ਬਟ ਜਦੋਂ ਇੰਟਰਨੈਸ਼ਨਲ ਲੈਵਲ ਦਾ ਬਾਰਡਰ ਬੰਦ ਕੀਤਾ ਤਾਂ ਸਿਰਫ 6 ਘੰਟੇ। ਇਹਦਾ ਮਤਲਬ ਇਹ ਸਿਰਫ ਮਾਈਗ੍ਰੈਂਟਾਂ ਨਾਲ ਖੇਡ ਰਹੇ ਨੇ। ਬਿਲਕੁਲ 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 ਉਹ ਸਮਾਂ ਖੇਡੀ ਜਾਣਾ। ਬਿਲਕੁਲ 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 ਉਹ ਰਿਕਾਰਡ ਆ ਪਿਛਲੀ ਟਰਮ ਲੇਬਰ ਦਾ ਰਿਕਾਰਡ ਵਾ ਕਿ ਕਿਸ ਤਰੀਕੇ ਨਾਲ, ਆਪਾਂ ਉਹਦੇ ਵਿਸ਼ੇ ਦੇ ਵਿੱਚ ਨਹੀਂ ਜਾਵਾਂਗੇ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਇਮੀਗ੍ਰੇਸ਼ਨ ਘੱਟ ਕਰਨ ਵਾਸਤੇ ਕਿਹੜੇ ਦਾਅ ਪੇਚ ਖੇਡੇ ਨੇ। ਸੋ ਦੂਸਰੀ ਗੱਲ, ਮੈਂ ਆਪਣੇ ਦਿਲੋਂ ਸਾਡੀ ਮਾਈਗ੍ਰੈਂਟ ਵਰਕਰ ਐਸੋਸੀਏਸ਼ਨ ਵੱਲੋਂ, ਰੇਡੀਓ ਇਨਕਲਾਬ ਵੱਲੋਂ ਤੁਸੀਂ ਵਧਾਈ ਦੇ ਪਾਤਰ ਹੋ। ਇਸ ਸਾਰੇ ਦੁੱਖ ਦੇ ਵਿੱਚੋਂ ਨਿਕਲਦਿਆਂ ਤੁਸੀਂ ਹਿੰਮਤ ਕੀਤੀ ਤੁਹਾਡੇ ਨਾਲ ਵੀਰ ਪਰਮਿੰਦਰ ਸਿੰਘ ਹੁਣਾਂ ਨੇ, ਕਿਉਂਕਿ ਅਸੀਂ ਇਹ ਬਾਰ-ਬਾਰ ਈਵਨ ਜਦੋਂ ਵਿਦਿਆਰਥੀ ਵੀ ਇੱਥੋਂ ਡਿਪੋਰਟ ਹੋਏ ਸੀਗੇ ਉਦੋਂ ਵੀ ਅਸੀਂ ਜ਼ੋਰ ਲਾ ਰਹੇ ਸੀਗੇ ਕਿ ਅਸੀਂ ਇੱਥੇ ਜੋ ਕਰ ਸਕਦੇ ਹਾਂ, ਪਰ ਭਾਰਤ ਦੇ ਵਿੱਚੋਂ ਵੀ ਉਹੋ ਜਿਹੇ ਐਕਸ਼ਨ ਹੋਣੇ ਚਾਹੀਦੇ ਆ। ਸੋ ਤੁਸੀਂ ਇਹ ਪੰਜਾਬ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਤੁਹਾਡੇ ਵਾਂਗੂ ਹੋਰ ਵੀ ਨੌਜਵਾਨ ਪੀੜਤ ਨੇ, ਸੋ ਤੁਸੀਂ ਇੱਕ ਜਿਹੜਾ ਉਪਰਾਲਾ ਕੀਤਾ ਜਲੰਧਰ ਦੇ ਵਿੱਚ ਦੇਸ਼ ਭਗਤ ਯਾਦਗਾਰ ਹਾਲ ਦੇ ਵਿੱਚ ਇਕੱਠੇ ਹੋ ਕੇ, ਉਹ ਸਰੋਤਿਆਂ ਨਾਲ ਸਾਂਝ ਪਾਓ। ਹਾਂਜੀ, ਦੇਖੋ 8 ਤੋਂ 9 ਮਹੀਨੇ ਹੋ ਚੁੱਕੇ ਨੇ, ਅਸੀਂ ਇੱਕ ਦੂਜੇ ਦੇ ਮੂੰਹ ਵੱਲ ਦੇਖ ਰਹੇ ਸੀ ਵੀ ਹੁਣ ਹੋਏਗਾ। ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਸੀ ਚਲੋ ਜਦੋਂ ਇਹਨਾਂ ਨੇ ਬਾਰਡਰ ਬੰਦ ਕੀਤਾ 1 ਜਾਂ 2 ਵੀਕ ਜਾਂ ਮੰਥ ਕਰ ਦੇਣਗੇ, 2 ਮੰਥ ਕਰ ਦੇਣਗੇ। ਫਿਰ ਮਈ ਦੇ ਵਿੱਚ ਜਸਿੰਦਾ ਨੇ ਖੁਦ, ਪ੍ਰਧਾਨ ਮੰਤਰੀ ਹੈ ਸਾਡੇ ਮਾਨਯੋਗ, ਉਹਨਾਂ ਨੇ ਕਹੀ ਕਿ ਸਾਰੇ ਜਿਹੜੇ ਫਸੇ ਹੋਏ ਨੇ ਉਹ ਆਉਣ ਦੇ ਯੋਗ ਨੇ। ਤੋਂ ਲੈ ਕੇ ਨਵੰਬਰ ਫਿਰ ਕਿੰਨੇ ਮਹੀਨੇ ਹੋ ਚੁੱਕੇ ਨੇ ਬੀਤ ਗਏ। ਅਸੀਂ ਭਾਈਚਾਰਾ ਸਾਡੇ ਉਹਨਾਂ ਨਾਲ ਗੱਲਬਾਤ ਕਰਦੇ ਰਹੇ। ਉਹ ਕਈ ਕਹਿ ਰਹੇ ਨੇ ਸਾਨੂੰ ਪਤਾ ਨਹੀਂ ਵੀ ਉਹ ਕਰ ਰਹੇ ਨੇ ਜਾਂ ਨਹੀਂ, ਅਸੀਂ ਬੈਕ ਫੁੱਟ ਕਰ ਰਹੇ ਹਾਂ। ਦੱਸੋ 8 ਮਹੀਨੇ ਦੇ ਵਿੱਚ ਬੈਕ ਫੁੱਟ ਇਹੋ ਜਿਹਾ ਕਿਹੜਾ ਬੈਕ ਫੁੱਟ ਹੋ ਗਿਆ ਵੀ ਉਹ ਗੱਲਬਾਤ ਪਤਾ ਲੱਗ ਰਹੀ। ਫਿਰ ਅਸੀਂ ਸੋਚਿਆ ਵੀ ਹੁਣ ਤਾਂ ਬਹੁਤ ਜ਼ਿਆਦਾ ਟਾਈਮ ਹੋ ਗਿਆ। ਮੈਂ ਇੱਕ ਫੇਸਬੁੱਕ ਤੇ ਪੋਸਟ ਸਾਂਝੀ ਕੀਤੀ ਵੀ ਹੁਣ ਆਪਾਂ ਨੂੰ ਕੁਛ ਆਪਣੇ ਲਈ ਆਪ ਕਰਨਾ ਪਏਗਾ, ਕਿਉਂਕਿ ਜਦੋਂ ਸਿਆਣੇ ਕਹਿੰਦੇ ਨੇ ਜੇ ਆਪ ਦਾ ਢਿੱਡ ਦੁਖਦਾ ਤਾਂ ਆਪਣੇ ਆਪ ਨੂੰ ਹੀ ਗੋਲੀ ਖਾਣੀ ਪੈਂਦੀ ਹੈ। ਜੀ ਬਿਲਕੁਲ ਬਿਲਕੁਲ, ਕੋਈ ਸ਼ੱਕ ਨਹੀਂ। ਤੇ ਅਸੀਂ ਸੋਚਿਆ ਵੀ ਚਲੋ ਮੇਰੇ ਨਾਲ ਕਾਫੀ ਲੋਕ ਸਾਂਝੇ ਹੋ ਗਏ ਕਿ ਕਾਫੀ ਜਾਣਿਆਂ ਦਾ ਰਿਸਪੌਂਸ ਮਿਲਿਆ ਮੈਨੂੰ। ਫਿਰ ਮੈਂ ਇੱਕ WhatsApp ਗਰੁੱਪ ਤਿਆਰ ਕਰ ਲਿਆ ਵੀ ਪ੍ਰੋਟੈਸਟ ਵਾਸਤੇ। ਉਹਦੇ ਵਿੱਚ ਕਾਫੀ ਲੋਕ ਜੁੜ ਗਏ। ਫਿਰ ਮੈਂ ਸੋਚਿਆ ਵੀ ਪਹਿਲਾਂ ਇਹ ਚੈੱਕ ਕੀਤਾ ਜਾਵੇ ਵੀ ਲੋਕ ਤਿਆਰ ਵੀ ਨੇ, ਜਿਵੇਂ ਨਿਊਜ਼ੀਲੈਂਡ ਦੇ ਵਿੱਚ ਹੁੰਦੀਆਂ ਨੇ। ਅਸੀਂ ਜਲੰਧਰ ਦਾ ਰੱਖਿਆ ਪ੍ਰੋਗਰਾਮ, ਸਿਰਫ ਜਲੰਧਰ ਦੇ ਵਿੱਚ ਅਸੀਂ ਜਿੱਥੋਂ ਅਸੀਂ ਇਹੋ ਜਿਹੀ ਜਗ੍ਹਾ ਚੁਣੀ ਜਿੱਥੋਂ ਕੋਈ ਵੀ ਪੰਜਾਬ ਦੀ ਕੋਈ ਵੀ ਅੱਗ ਜਾਂ ਕੋਈ ਰੋਸ ਮੁਜ਼ਾਹਰਾ ਜਲੰਧਰ ਤੋਂ ਸਟਾਰਟ ਹੁੰਦਾ, ਇਹੋ ਜਿਹੀ ਜਗ੍ਹਾ ਅਸੀਂ ਚੁਣੀ। ਬਹੁਤ ਯਾਦਗਾਰੀ ਹਾਲ, ਬਿਲਕੁਲ ਬਿਲਕੁਲ ਯਾਦਗਾਰੀ ਹਾਲ, ਇਤਿਹਾਸ ਸਭ ਨੂੰ ਪਤਾ ਹੀ ਹੋਏਗਾ। ਬਿਲਕੁਲ ਬਿਲਕੁਲ ਅਸੀਂ ਉੱਥੇ ਸੁਣੀ। ਅਸੀਂ ਉੱਥੇ ਸਿਰਫ ਜਲੰਧਰ ਤੋਂ ਤੇ ਨੇੜੇ ਤੇੜੇ ਜਾਂ ਜਿਵੇਂ ਕੋਈ ਨੇੜੇ ਤੇੜੇ ਏਰੀਏ ਤੋਂ ਲੋਕ ਸਾਡੇ ਨਾਲ ਇਕੱਠੇ ਹੋਏ। ਉਮੀਦ ਤੋਂ ਵੱਧ ਸਾਨੂੰ ਉਹਦਾ ਸਹਿਯੋਗ ਮਿਲਿਆ। ਬਿਲਕੁਲ, ਤਾਂ ਅਸੀਂ 35-40 ਜਣੇ ਸਿਰਫ ਜਲੰਧਰ ਤੋਂ ਹੋ ਕੇ ਮੈਂ ਸਿਰਫ ਇਕੱਲਾ ਪਟਿਆਲੇ ਤੋਂ ਗਿਆ ਸੀ ਤੇ ਉਹਦਾ ਸਾਨੂੰ ਚੰਗਾ ਰਿਸਪੌਂਸ ਮਿਲਿਆ। ਤੇ ਉਸ ਤੋਂ ਬਾਅਦ ਅਗਲੇ ਦਿਨ ਸਿਰਫ ਲੁਧਿਆਣੇ ਦਾ ਕੀਤਾ। ਲੁਧਿਆਣੇ ਵੀ ਪ੍ਰੋਗਰਾਮ ਵਧੀਆ ਮਿਲਿਆ ਸਾਨੂੰ ਸਹਿਯੋਗ। ਤੇ ਹੁਣ ਅਸੀਂ ਕੱਲ ਨੂੰ ਅਸੀਂ ਸੰਗਰੂਰ ਕਰਨ ਜਾ ਰਹੇ ਹਾਂ। ਉਮੀਦ ਆ ਵੀ ਉਸੇ ਤਰ੍ਹਾਂ ਸਾਨੂੰ ਚੰਗੀ ਸਪੋਰਟ ਤੇ ਸਹਾਇਤਾ ਮਿਲੂਗੀ, ਵਧੀਆ ਸਹਿਯੋਗ ਹੋਏਗਾ ਸਾਡਾ। ਜੀ ਬਿਲਕੁਲ। ਔਰ ਜਗਦੀਪ ਸਿੰਘ, ਜਲੰਧਰ ਦੇ ਵਿੱਚ ਅਸੀਂ ਹੋਰ ਵੀ ਇਹਦੇ ਵਿੱਚ ਸਾਡੇ ਬਹੁਤ ਹੀ ਪਿਆਰੇ ਸਾਥੀ ਕਸ਼ਮੀਰ ਸਿੰਘ ਘੁੱਗਸ਼ੋਰ ਜਿਹੜੇ ਪਿੰਡੂ ਖੇਤ ਮਜ਼ਦੂਰ ਯੂਨੀਅਨ ਤੋਂ ਨੇ, ਉਹਨਾਂ ਨੇ ਕਸ਼ਮੀਰ ਸਿੰਘ ਜੀ ਜੁੜੇ ਹੋਏ ਸਾਡੇ ਨਾਲ ਹੀ ਰਹੇ। ਹਾਂਜੀ ਜੀ ਬਿਲਕੁਲ ਬਿਲਕੁਲ। ਔਰ ਬਹੁਤ ਉਹਨਾਂ ਦਾ ਲੰਬਾ ਇਤਿਹਾਸ ਹੈ, ਸਹਿਯੋਗ ਸਾਡੇ ਨਾਲ। ਜੀ ਜੀ ਬਿਲਕੁਲ ਬਿਲਕੁਲ, ਬਹੁਤ ਵਧੀਆ। ਸੋ ਜਲੰਧਰ ਦੇ ਵਿੱਚ ਵੀ ਦੇਸ਼ ਭਗਤ ਯਾਦਗਾਰ ਹਾਲ ਦੇ ਵਿੱਚ ਵੀ ਮੀਡੀਆ ਬਹੁਤ ਵੱਡੇ ਲੈਵਲ ਤੇ ਆਇਆ ਔਰ ਦੁਨੀਆ ਦੇ ਤੱਕ ਇਹ ਸਾਰੀ ਗੱਲਬਾਤ ਪਹੁੰਚੀ। ਔਰ ਮੈਨੂੰ ਲੱਗਦਾ ਵੀ ਸ਼ਾਇਦ ਕਿਉਂਕਿ ਇਕੱਲਾ ਭਾਰਤ ਦੇ ਵਿੱਚ ਨਹੀਂ ਫਸੇ ਹੋਏ, ਸਾਊਥ ਅਮਰੀਕਾ, ਅਰਜਨਟੀਨਾ, ਚਾਈਨਾ, ਹੋਰ ਜਗ੍ਹਾ ਤੇ ਵੀ ਪੀੜਤ ਸਾਨੂੰ ਮੈਸੇਜ ਵੀ ਆ ਰਹੇ ਨੇ ਹੋਰਨਾਂ ਕੰਟਰੀਜ਼ ਤੋਂ। ਸਾਨੂੰ ਫਿਲੀਪੀਨਸ ਤੋਂ ਮੈਸੇਜ ਆਏ ਨੇ, ਸਾਨੂੰ
ਬੰਗਲਾਦੇਸ਼ ਤੋਂ ਆਏ, ਹਾਂ, ਬਿਲਕੁਲ। ਜਾਣੇ ਸੀ, ਉਹ ਕਹਿੰਦੇ ਬੰਗਲਾਦੇਸ਼ ਤੋਂ ਉਹਨਾਂ ਨੇ ਪਰਸਨਲੀ ਮੈਸੇਜ ਕੀਤੇ ਵੀ ਅਸੀਂ ਆ ਨਹੀਂ ਸਕਦੇ, ਵੀ ਅਸੀਂ ਤੁਹਾਡੀ ਪੋਸਟਾਂ ਸ਼ੇਅਰ ਕਰਾਂਗੇ, ਅਸੀਂ ਵੱਧ ਤੋਂ ਵੱਧ ਜੋ ਅਸੀਂ ਬੰਗਲਾਦੇਸ਼ ਬੈਠੇ ਕਰ ਸਕਦੇ ਹਾਂ ਅਸੀਂ ਉਹ ਕਰਾਂਗੇ। ਉਹਨਾਂ ਨੂੰ ਆਉਣਾ ਵੀ ਔਖਾ, ਮੁਸ਼ਕਿਲ ਇਸ ਹਾਲਾਤ ਦੇ ਵਿੱਚ, ਉਹ ਵੀ ਆ ਨਹੀਂ ਸਕਦੇ, ਪਰ ਉਹ ਸਾਨੂੰ ਸਹਿਯੋਗ ਦੇ ਰਹੇ ਨੇ। ਬਹੁਤ ਵਧੀਆ। ਇਹਦੇ ਨਾਲ ਇਹ ਆਵਾਜ਼ ਉੱਠਣੀ ਸ਼ੁਰੂ ਹੋ ਗਈ, ਲਹਿਰ ਬਣ ਗਈ। ਬਿਲਕੁਲ, ਕੋਈ ਸ਼ੱਕ ਨਹੀਂ, ਕੋਈ ਸ਼ੱਕ ਨਹੀਂ। ਵੱਖ ਜ਼ਿਲ੍ਹਿਆਂ 'ਚ ਪ੍ਰੋਗਰਾਮ ਹੋਏਗਾ ਤਾਂ ਇੱਕ ਆਵਾਜ਼ ਪਹੁੰਚੇਗੀ ਨਿਊਜ਼ੀਲੈਂਡ ਦੀ ਗਵਰਨਮੈਂਟ ਤੱਕ। ਬਿਲਕੁਲ। ਸੋ ਜਗਦੀਪ ਸਿੰਘ, ਇਹ ਜਲੰਧਰ ਤੋਂ ਬਾਅਦ ਸੰਗਰੂਰ, ਹੁਣ ਜਿਹੜਾ ਆਉਂਦੇ ਸਮੇਂ ਦੇ ਵਿੱਚ 17 ਤਰੀਕ ਦਾ ਜਿਹੜਾ ਤੁਸੀਂ ਰੱਖਿਆ ਦਿੱਲੀ ਦੇ ਵਿੱਚ, ਤੁਸੀਂ ਕੋਸ਼ਿਸ਼ ਸਾਡੀ ਮਤਲਬ ਤੁਹਾਡੀ ਇਹ ਪੂਰੀ ਰਹੂਗੀ ਕਿ ਜਿਹੜੀ ਨਿਊਜ਼ੀਲੈਂਡ ਦੀ ਅੰਬੈਸੀ ਉਹਦੇ ਸਾਹਮਣੇ ਕੀਤਾ ਜਾਵੇ, ਕਿੰਨਾ ਕਿਸ ਹੱਦ ਤੱਕ ਉਹ ਕਾਮਯਾਬ ਹੁੰਦਾ, ਉਹ ਲੋਕੇਸ਼ਨ ਹੋਊਗੀ ਜਾਂ ਹੋਰ ਕੋਈ ਲੋਕੇਸ਼ਨ ਹੋਊਗੀ, ਪਰ ਤੁਹਾਡੇ ਇਰਾਦੇ ਇਸ ਮਸਲੇ ਵਾਸਤੇ ਬੁਲੰਦ ਨੇ। ਉਹ ਵੀ ਸਰੋਤਿਆਂ ਨੂੰ ਦੱਸੋ ਕਿ ਦਿੱਲੀ ਦਾ ਜਿਹੜਾ ਪ੍ਰੋਗਰਾਮ ਬਣ ਰਿਹਾ ਉਹਦੇ ਵਾਸਤੇ ਕੀ ਤੁਹਾਡੀਆਂ ਕੋਸ਼ਿਸ਼ਾਂ ਜਿਹੜੀਆਂ ਨੇ ਜਾਰੀ ਨੇ। ਹਾਂਜੀ, ਅਸੀਂ ਵੱਖ-ਵੱਖ ਪੰਜਾਬ ਦੇ ਸ਼ਹਿਰਾਂ ਤੋਂ ਬਾਅਦ 17 ਤਰੀਕ ਚੁਣੀ ਆ, ਮੰਗਲਵਾਰ ਦਿਨ ਦਿੱਲੀ ਦੇ ਵਿੱਚ ਆਪਾਂ ਅੰਬੈਸੀ ਦੇ ਬਾਹਰ ਇੱਕ ਸਾਡੀ ਮੰਗ ਆ, ਸਾਡਾ ਲੀਗਲ ਰਾਈਟ ਆ, ਸਾਡਾ ਹੱਕ ਆ, ਆਪਾਂ ਆਜ਼ਾਦ ਦੇਸ਼ ਦੇ ਵਿੱਚ ਲੋਕਤੰਤਰ ਆ, ਅਸੀਂ ਆਪਣੀ ਰੋਸ ਪ੍ਰਦਰਸ਼ਨ ਕਰ ਸਕਦੇ ਹਾਂ। ਬਿਲਕੁਲ। ਸਾਡਾ ਇਹ ਕੋਈ ਧਰਨਾ ਨਹੀਂਗਾ ਜਾਂ ਕੋਈ ਵੀ ਕਿਸੇ ਵੀ ਚੀਜ਼ ਦਾ ਅਸੀਂ ਨਿਊਜ਼ੀਲੈਂਡ ਗਵਰਨਮੈਂਟ ਨੂੰ ਜਾਂ ਸਰਕਾਰ ਨੂੰ ਨਹੀਂ ਭੰਡਾਂਗੇ, ਕਿਸੇ ਵੀ ਤਰ੍ਹਾਂ ਦਾ ਕੋਈ ਨਾਰਾ ਨਹੀਂ ਹੋਗਾ, ਸਿਰਫ ਇੱਕ ਸ਼ਾਂਤਮਈ ਪ੍ਰਦਰਸ਼ਨ। ਰੋਸ ਸਾਡੇ ਜਿਹੜੇ ਅੰਦਰ ਦਿਲਾਂ 'ਚ ਨੇ, ਸਾਡੇ ਪਰਿਵਾਰਕ ਮੈਂਬਰ, ਪੇਰੈਂਟਸ ਵੀ ਉਸ ਦੇ ਵਿੱਚ ਸ਼ਾਮਲ ਹੋਣਗੇ। ਮੈਂ ਤਾਂ ਬੇਨਤੀ ਕਰੂੰਗਾ ਵੀ ਸਾਰਿਆਂ ਨੂੰ ਵੀ ਵੱਧ ਤੋਂ ਵੱਧ ਸਹਿਯੋਗ ਦਿਓ ਸਾਨੂੰ। ਜਿੰਨੇ ਵੱਧ ਤੋਂ ਵੱਧ ਜ਼ਿਆਦਾ ਲੋਕ ਇਕੱਠੇ ਹੋਣਗੇ ਤਾਂ ਉਹਨਾਂ ਸਾਨੂੰ ਰਿਸਪੌਂਸ ਵੱਧ ਮਿਲੇਗਾ। ਬਿਲਕੁਲ। ਤੇ ਅਸੀਂ ਸਿਰਫ ਸਾਡੀਆਂ ਡਿਮਾਂਡਾਂ ਰੱਖਣੀਆਂ ਨੇ। ਅਸੀਂ ਸਭ ਤੋਂ ਪਹਿਲੀ ਡਿਮਾਂਡ ਸਾਡੀ, ਜਿਨ੍ਹਾਂ ਦੇ ਵੀਜ਼ੇ ਐਕਸਪਾਇਰ ਹੋ ਗਏ ਨੇ, ਖਤਮ ਹੋ ਗਏ ਨੇ ਜਾਂ ਆਉਣ ਵਾਲੇ ਨਵੰਬਰ 'ਚ ਖਤਮ ਹੋ ਰਹੇ ਨੇ, ਦਸੰਬਰ 'ਚ, ਸਭ ਤੋਂ ਪਹਿਲੀ ਮੰਗ ਸਾਡੀ ਇਹ ਹੈ ਵੀ ਉਹਨਾਂ ਦੇ ਵੀਜ਼ੇ ਐਕਸਟੈਂਡ ਕੀਤੇ ਜਾਣ। ਚਾਹੇ ਉਹ ਵਿਦਿਆਰਥੀ ਹੈ, ਚਾਹੇ ਉਹ ਵਰਕ ਵੀਜ਼ੇ ਵਾਲਾ, ਹਰੇਕ ਵੀਜ਼ਾ ਹੋਲਡਰ, ਆਲ ਵੀਜ਼ਾ ਹੋਲਡਰ, ਸਾਰਿਆਂ ਦੇ ਜਦੋਂ ਤੋਂ ਇਹਨਾਂ ਨੇ ਬਾਰਡਰ ਬੰਦ ਕੀਤਾ, ਸਾਡੀ ਪਹਿਲੀ ਮੰਗ ਹੈ। ਕਿਉਂਕਿ ਅਸੀਂ ਨਹੀਂ ਚਾਹੁੰਦੇ ਵੀ ਅਸੀਂ ਡਿਵਾਈਡ ਹੋ ਜਾਈਏ, ਵੀ ਲੋਕ ਕਹਿਣ ਵੀ ਇਹਨਾਂ ਦੇ ਤਾਂ ਵੀਜ਼ੇ ਨੇ, ਇਹ ਆਪਣੀ ਮੰਗ ਉਠਾ ਰਹੇ ਨੇ, ਪਰ ਅਸੀਂ ਸਭ ਦੀ ਮੰਗ ਉਠਾਵਾਂਗੇ। ਸਭ ਤੋਂ ਪਹਿਲ ਦੇ ਆਧਾਰ ਤੇ ਸਾਡੀ ਮੰਗ ਆ ਵੀ ਵੀਜ਼ੇ ਵਧਾਏ ਜਾਣ ਸਾਡੇ, ਜਾਂ ਉਹਨਾਂ ਨੂੰ ਹੋਲਡ ਕੀਤਾ ਜਾਵੇ, ਫ੍ਰੀਜ਼ ਕੀਤਾ ਜਾਵੇ, ਜੋ ਵੀ ਸਰਕਾਰ ਨੂੰ ਲੀਗਲ ਲੱਗਦਾ ਉਸ ਤਰੀਕੇ ਨਾਲ, ਵੀ ਜਿਹਨਾਂ ਦੇ ਵੀਜ਼ੇ ਐਕਸਪਾਇਰ ਹੋ ਗਏ ਉਹਨਾਂ ਨੂੰ ਐਕਸਟੈਂਡ ਕੀਤਾ ਜਾਵੇ। ਨੰਬਰ 2 ਤੇ ਸਾਡੀ ਡਿਮਾਂਡ ਹੋਏਗੀ ਕਿ ਸਾਨੂੰ ਛੇਤੀ ਤੋਂ ਛੇਤੀ ਬੁਲਾਇਆ ਜਾਵੇ, ਸਾਡੇ ਲਈ ਬਾਰਡਰ ਖੋਲੇ ਜਾਣ, ਜਿਵੇਂ ਐਸੈਂਸ਼ੀਅਲ ਵਾਸਤੇ ਇਹਨਾਂ ਨੇ ਖੋਲਤੇ ਨੇ। ਦੇਖੋ, ਇੱਕੋ ਕੰਟਰੀ ਤੋਂ ਜਾਣੇ ਨੇ ਲੋਕ ਦੇਸ਼ ਚੋਂ, ਇਹ ਹੈਗਾ ਵੀ ਵਾਇਰਸ ਸਿਰਫ ਐਸੈਂਸ਼ੀਅਲ ਵਾਲਿਆਂ ਨੂੰ ਨਹੀਂ ਹੋਏਗਾ ਜਾਂ ਓਪਨ ਵਾਲਿਆਂ ਨੂੰ। ਬਿਲਕੁਲ। ਸ਼ਰਤਾਂ ਇਹਨਾਂ ਦੀਆਂ ਮੰਨਦੇ ਆ, ਮਨਜ਼ੂਰ ਆ ਸਾਨੂੰ। ਕਿ ਅਸੀਂ ਤੀਜੀ ਮੰਗ ਹੋਏਗੀ ਆਈਸੋਲੇਸ਼ਨ ਦੀ ਕਪੈਸਿਟੀ ਵੱਧ ਤੋਂ ਵੱਧ ਇਨਕਰੀਜ਼ ਕੀਤੀ ਜਾਵੇ। ਕਿਉਂਕਿ ਇੱਕ ਨਿਊਜ਼ੀਲੈਂਡ ਇੱਕ ਟੂਰਿਸਟ ਕੰਟਰੀ ਆ, ਇਸ ਲਈ ਤੇ ਕਾਫੀ ਜ਼ਿਆਦਾ ਹੋਟਲ ਮੋਟਲ ਹੋਣਗੇ, ਕਪੈਸਿਟੀ ਘੱਟ ਕਿਉਂ ਰੱਖੀ ਆ ਇਹਨਾਂ ਨੇ। ਸਾਡੀ ਤੀਜੀ ਮੰਗ ਇਹ ਆ। ਮੈਂ ਬੇਨਤੀ ਸਾਰਿਆਂ ਨੂੰ ਕਰਦਾ, ਤੁਹਾਡੇ ਰੇਡੀਓ ਇਨਕਲਾਬ ਦੇ ਮਾਧਿਅਮ ਰਾਹੀਂ, ਭਾਰਤੀ ਕਲੋਟੀ ਐਂਡ ਅਨੂ ਕਲੋਟੀ ਦੇ ਮਾਧਿਅਮ ਰਾਹੀਂ ਤੁਸੀਂ ਸਾਡਾ ਸਹਿਯੋਗ ਦੇ ਰਹੇ ਹੋ, ਬਹੁਤ ਬਹੁਤ ਧੰਨਵਾਦ। ਮੈਂ ਤੁਹਾਡੇ ਰਾਹੀਂ ਥਰੂ ਸਭ ਨੂੰ ਕਹਿਣਾ ਵੀ ਵੱਧ ਤੋਂ ਵੱਧ ਲੋਕ ਸਾਡੇ ਨਾਲ ਜੁੜਨ। 17 ਤਰੀਕ ਦਿਨ ਮੰਗਲਵਾਰ, ਨਿਊਜ਼ੀਲੈਂਡ ਅੰਬੈਸੀ ਦੇ ਬਾਹਰ, ਦਿੱਲੀ। ਜੀ ਬਿਲਕੁਲ ਜਗਦੀਪ ਸਿੰਘ, ਜਿਹੜੀਆਂ ਤੁਸੀਂ ਇਹ ਡਿਮਾਂਡ ਦੱਸੀਆਂ ਨੇ, ਜਿਹੜਾ ਪਿਛਲੇ 5-6 ਮਹੀਨਿਆਂ ਤੋਂ ਜਦੋਂ ਦਾ ਇਹ ਲਾਕਡਾਊਨ ਸ਼ੁਰੂ ਹੋਇਆ ਆ, ਸਾਡੀ ਫਲਾਇਰ ਜਿਹੜਾ ਅਸੀਂ ਵੰਡਿਆ ਬਹੁਤ ਵੱਡੇ ਲੈਵਲ ਦੇ ਉੱਪਰ, ਬਿਲਕੁਲ ਐਗਜ਼ੈਕਟਲੀ ਉਹੀ ਫਲਾਇਰ ਮੈਂ ਕਿਹਾ ਤੁਹਾਨੂੰ ਭੇਜਣਾ ਪਊਗਾ, ਉਹਦੇ ਵਿੱਚ ਵੀ ਐਗਜ਼ੈਕਟਲੀ ਇਹੀ ਡਿਮਾਂਡ ਨੇ। ਸੋ ਇਹ ਬੜੀਆਂ ਟਾਈਮ ਕੀ ਹੋਏਗਾ? ਹਾਂਜੀ ਜਗਦੀਪ ਸਿੰਘ, ਹਜੇ ਤੱਕ ਜਿਹੜੀਆਂ ਟਾਈਮ ਦੀਆਂ ਡਿਟੇਲ ਤੈਅ ਹੋਈਆਂ ਜਾਂ ਉਹ ਬਾਅਦ ਦੇ ਵਿੱਚ ਡਿਟੇਲ ਆਏਗੀ? ਉਹ ਸਮਾਂ ਭਾਜੀ, ਉਸ ਤੋਂ ਪਹਿਲਾਂ ਅਸੀਂ 11 ਤਰੀਕ ਨੂੰ ਦਿੱਲੀ ਜਾ ਰਹੇ ਹਾਂ। ਜਿਹੜੇ ਦਿੱਲੀ 'ਚ ਸਾਡੇ ਲੋਕ ਰਹਿੰਦੇ ਨੇ, ਸਾਨੂੰ ਉਹਨਾਂ ਦਾ ਫੋਨ ਆ ਰਹੇ ਨੇ, ਮੈਸੇਜ ਆ ਰਹੇ ਨੇ ਕਿ ਇੱਕ ਵਾਰੀ ਸਾਨੂੰ ਮਿਲੋ ਆ ਕੇ। ਉਹਨਾਂ ਨੂੰ ਮਿਲਿਆ ਜਾਏਗਾ, ਨਾਲੇ ਅਸੀਂ ਸਮ ਟਾਈਮ ਤੇ ਲੋਕੇਸ਼ਨ ਸਾਰਾ ਅਸੀਂ 11 ਤਰੀਕ ਤੋਂ ਬਾਅਦ, ਜਾਂ 11 ਨੂੰ ਸ਼ਾਮ ਨੂੰ ਜਾਂ 12 ਨੂੰ ਮਾਰਨਿੰਗ, ਅਸੀਂ ਸਭ ਨੂੰ ਫੇਸਬੁੱਕ ਤੇ ਪਾ ਦਾਂਗੇ। ਸਾਰਾ ਕੁਝ ਡਿਸਕਸ ਕਰਕੇ ਸਾਰਾ ਡਿਸੀਜਨ ਲੈ ਲਾਂਗੇ 11 ਤਰੀਕ ਨੂੰ। ਠੀਕ ਹੈ। ਅਗਰ ਇਹਨਾਂ ਨਾਲ ਕੋਈ ਸੰਪਰਕ ਕਰਨਾ ਚਾਹਵੇ ਹਾਂ ਜਗਦੀਪ ਸਿੰਘ, ਇੱਕ ਹੋਰ ਸਵਾਲ। ਅਸੀਂ ਵੈਸੇ ਆਪਣੇ ਮਾਈਗ੍ਰੈਂਟ ਵਰਕਰ ਐਸੋਸੀਏਸ਼ਨ ਦੇ ਪੇਜ ਦੇ ਉੱਪਰੋਂ ਹਰ ਇੱਕ ਨਵੀਂ ਇਨਫੋਰਮੇਸ਼ਨ ਅਪਡੇਟ ਕਰਦੇ ਪਏ ਹਾਂ, ਪਰ ਫਿਰ ਵੀ ਇਸ ਮਾਧਿਅਮ ਨੂੰ ਜਿਹੜੇ ਸੁਣ ਰਹੇ ਨੇ, ਪਲੀਜ਼ ਜੇ ਕਿਸੇ ਨੇ ਕੰਟੈਕਟ ਕਰਨਾ ਹੋਵੇ ਤੇ ਤੁਸੀਂ ਆਪਣਾ ਨੰਬਰ ਜਾਂ ਹੋਰ ਤੁਹਾਡੇ ਸਾਥੀ ਨੇ ਜਿਹੜੇ ਉਹਨਾਂ ਦਾ ਨੰਬਰ ਅਸੀਂ ਵੀ ਬਾਅਦ ਦੇ ਦਿਆਂਗੇ। ਹਾਂਜੀ, ਮੇਰਾ ਨੰਬਰ ਤੇ
ਇੱਕ ਪਰਮਿੰਦਰਪਾਲ ਦਾ ਨੰਬਰ ਆਪਾਂ ਸ਼ੇਅਰ ਕੀਤਾ, ਜਲੰਧਰ ਤੋਂ ਨੇ, ਮੈਂ ਪਟਿਆਲੇ ਤੋਂ। ਮੇਰਾ ਨੰਬਰ ਜੇ ਚਾਹੁੰਦੇ ਨੇ ਤਾਂ ਨੋਟ ਕਰ ਸਕਦੇ ਨੇ। ਇੰਡੀਆ ਐਕਟਿਵ ਨੰਬਰ ਆ 999155 99155 58635 58637। ਠੀਕ ਮੈਂ ਇੱਕ ਵਾਰੀ ਫੇਰ ਬੋਲ ਦੇਣਾ 99155 58637। ਜੀ। ਇਹ ਮੇਰਾ ਨੰਬਰ ਆ। ਜਗਦੀਪ ਸਿੰਘ ਨਾਮ ਆ ਮੇਰਾ, ਪਟਿਆਲੇ ਤੋਂ ਮੈਂ। ਜੀ ਬਹੁਤ ਵਧੀਆ। ਠੀਕ ਹੈ ਜੀ। ਆਪਾਂ ਵੀਰ ਪਰਮਿੰਦਰ ਦਾ ਵੀ ਅਸੀਂ ਬਾਅਦ ਚ ਉਹਨਾਂ ਦਾ ਨੰਬਰ ਅਸੀਂ ਦੇ ਦਿਆਂਗੇ। ਸੋ ਜਗਦੀਪ ਸਿੰਘ ਇਹਦੇ ਵਿੱਚ ਹੈਗਾ, ਮੈਂ ਹਾਂ ਲੈ ਲੈਣੇ ਹੁਣ। ਹਾਂਜੀ ਹਾਂਜੀ, ਤੁਸੀਂ ਹੁਣੀ ਦੱਸ ਦਿਓ। ਬਿਲਕੁਲ ਮੈਂ ਨੰਬਰ ਬੋਲਦਾ ਪਰਮਿੰਦਰ ਸਿੰਘ ਜੀ। ਦਾ। ਬਿਲਕੁਲ ਬਿਲਕੁਲ। ਹਾਂਜੀ ਨਹੀਂ ਤੇ ਅਸੀਂ ਖੁਦ ਹਾਂਜੀ, ਪਰਮਿੰਦਰ ਸਿੰਘ ਦਾ ਨੰਬਰ ਹੈ ਜੀ। ਪਰਮਿੰਦਰਪਾਲ ਸਿੰਘ ਜਲੰਧਰ ਤੋਂ ਨੇ, ਉਹਨਾਂ ਦਾ ਨੰਬਰ ਹੈ 987669 46479। ਮੈਂ ਇੱਕ ਵਾਰੀ ਹੋਰ ਬੋਲ ਦਿੰਦਾ ਜੀ 987669 46479। ਜੀ ਪਰਮਿੰਦਰਪਾਲ ਸਿੰਘ ਨੇ ਜਲੰਧਰ ਤੋਂ, ਇਹਨਾਂ ਨਾਲ ਕੰਟੈਕਟ ਕਰ ਲਓ ਜਾਂ ਮੇਰੇ ਨਾਲ। ਅਸੀਂ ਦੋਵੇਂ ਰੈਡੀ ਹਾਂ ਕੋਈ ਵੀ ਗੱਲਬਾਤ ਕਰਨ ਦੀ, ਕੋਈ ਵੀ ਹੋਰ ਸਾਡੇ ਨਾਲ ਲਿੰਕ ਚਾਉਣਾ ਚਾਹੁੰਦਾ। ਬਹੁਤ ਵਧੀਆ ਜਗਦੀਪ ਸਿੰਘ, ਬਹੁਤ ਤੁਸੀਂ ਸ਼ਲਾਘਾਯੋਗ ਇਹ ਕਦਮ ਚੁੱਕਿਆ। ਸੋ ਜਗਦੀਪ ਸਿੰਘ, ਕੋਈ ਹੋਰ ਗੱਲ ਜਿਹੜੀ ਰਹਿ ਗਈ ਹੋਵੇ, ਜਿਹੜੀ ਤੁਸੀਂ ਸਰੋਤਿਆਂ ਨਾਲ ਸਾਂਝ ਪਾਉਣੀ ਚਾਹੁੰਦੇ ਹੋ, ਸੰਖੇਪ ਦੇ ਵਿੱਚ ਤੁਸੀਂ ਕਰ ਸਕਦੇ ਹੋ? ਹਾਂਜੀ, ਮੈਂ ਤਾਂ ਇਹੀ ਕਹਿੰਦਾ ਜੀ, ਦੇਖੋ ਇਸ ਟਾਈਮ ਦੇ ਵਿੱਚ ਸਾਨੂੰ ਪਤਾ ਸੀ ਕਿ ਸਿਰਫ ਸਾਡੇ ਹਾਲਾਤ ਉਹੀ ਜਾਣ ਸਕਦਾ ਜਿਹੜਾ ਸਾਡੇ ਅੰਦਰੋਂ ਦਿਲੋਂ ਸਾਡੇ ਨਾਲ ਜੁੜਿਆ ਹੋਇਆ। ਬਿਲਕੁਲ। ਕਿਹੋ ਜਿਹੇ ਹਾਲਾਤਾਂ 'ਚ ਅਸੀਂ ਜੀ ਰਹੇ ਹਾਂ 8-9 ਮਹੀਨੇ ਤੋਂ। ਇਵਨ ਕਿ ਸਾਡੇ ਨਾਲ ਕਈ ਇਹੋ ਜਿਹੇ ਨੇ ਭੈਣ ਭਰਾ ਜਿਹੜੇ ਅਜੇ ਤੱਕ ਰੈਂਟ ਭਰ ਰਹੇ ਨੇ ਬਿਨਾਂ ਕਿਸੇ ਇਨਕਮ ਦੇ। ਅਸੀਂ ਰੈਂਟ ਵੀ ਪੀਤਾ। ਮੈਂ ਖੁਦ 5 ਮਹੀਨੇ ਮੈਨੂੰ ਕੋਈ ਸਬਸਿਡੀ ਨਹੀਂ ਮਿਲੀ। ਮੈਂ ਕੰਟੈਕਟ ਵੀ ਕੀਤਾ ਪਰ ਨਹੀਂ ਮਿਲੀ, ਨਾ ਹੀ ਮੇਰੀ ਵਾਈਫ ਨੂੰ ਮਿਲੀ। ਅਸੀਂ 5 ਮਹੀਨੇ ਰੈਂਟ ਪੇ ਕੀਤਾ ਬਿਨਾਂ ਕਿਸੇ ਇਨਕਮ ਤੋਂ। ਵੀ ਸਾਡਾ ਉਹ ਨਹੀਂ ਸੀ ਇਨਕਮ ਦਾ ਸੋਰਸ। ਕਈ ਇਹੋ ਜਿਹੇ ਨੇ ਜਿਹੜੇ 2 ਦਿਨਾਂ ਲਈ ਆਏ ਸੀ, 4 ਦਿਨਾਂ ਲਈ ਆਏ ਸੀ, ਕਿਉਂਕਿ ਸਾਡੇ ਨਾਲ ਕਈ ਜੁੜੇ ਹੋਏ ਸੀ। ਉਹਨਾਂ ਦੀ ਕਿਸੇ ਦੀ ਮਦਰ, ਇੱਕ ਦੀ ਮਦਰ ਬਿਮਾਰ ਸੀ, ਹਫਤਾ 10 ਦਿਨਾਂ ਲਈ ਆਏ ਸੀ ਤਾਂ ਉਹ ਵੀ ਫਸ ਗਏ। ਇਹ ਬਹੁਤ ਮੰਦਭਾਗੀ ਘਟਨਾ ਹੈ। ਦੇਖੋ ਇਹ ਸਾਡਾ ਇਸ਼ੂ ਹੈ ਜਿਹੜਾ ਇਹ ਇੰਟਰਨੈਸ਼ਨਲ ਇਸ਼ੂ ਆ, ਸਾਡਾ ਛੋਟਾ ਮੋਟਾ ਨਹੀਂ। ਕਿਉਂਕਿ ਅਸੀਂ ਇੱਕ ਨਿਊਜ਼ੀਲੈਂਡ, ਮੈਨੂੰ ਲੱਗਦਾ ਜਿਹਨਾਂ ਨੂੰ ਨਹੀਂ ਪਤਾ ਸੀ, ਨਿਊਜ਼ੀਲੈਂਡ ਨੇ ਆਪਣੀ ਕੋਵਿਡ ਦੇ ਦੌਰਾਨ ਬਹੁਤ ਚੰਗਾ ਕੰਮ ਕੀਤਾ। ਬਿਲਕੁਲ ਦਾ ਪਤਾ ਲੱਗ ਗਿਆ। ਇਹਨਾਂ ਨੇ ਬੜਾ ਵਧੀਆ ਸਖਤ ਕਦਮ ਚੁੱਕੇ ਸੀ। ਪਰ ਇਹ ਮਾਈਗ੍ਰੈਂਟਾਂ ਨੂੰ, ਜਿਨ੍ਹਾਂ ਦੇ ਸਿਰ ਤੇ ਦੇਸ਼ ਚੱਲਦਾ, ਕਿਉਂਕਿ ਸਾਰੇ ਮੈਂ ਸੁਣਿਆ ਇਹ ਗੱਲਾਂ ਵੀ ਸੁਣਨ ਚਾਹੀਏ ਨੇ ਵੀ ਨਿਊਜ਼ੀਲੈਂਡ ਕਾਫੀ ਜ਼ਿਆਦਾ ਨਿਰਭਰ ਆ ਮਾਈਗ੍ਰੈਂਟਾਂ ਦੇ ਸਿਰ ਤੇ, ਟੂਰਿਸਟ ਦੇ ਸਿਰ ਤੇ। ਕੋਈ ਸ਼ੱਕ ਨਹੀਂ। ਹਾਂਜੀ, ਮੈਂ ਹੁਣ ਬੇਨਤੀ ਇਹੀ ਕਰੂੰਗਾ ਵੀ ਸਾਡੀ ਆਵਾਜ਼ ਆ ਜਿਹੜੀ ਉਹ ਹੁਣ 17 ਤਰੀਕ ਨੂੰ ਵੀ ਗੂੰਜੇਗੀ। ਇਹ ਕੋਈ ਵੀ ਦੇਸ਼ 'ਚ ਕੋਈ ਵੀ ਚੀਜ਼ ਸ਼ੁਰੂ ਹੁੰਦੀ ਹੈ ਤਾਂ ਮੇਰੇ ਹਿਸਾਬ ਨਾਲ ਪੰਜਾਬ ਤੋਂ ਸ਼ੁਰੂ ਹੁੰਦੀ ਹੈ। ਬਿਲਕੁਲ। ਰੋਸ ਮੁਜ਼ਾਹਰਾ ਹੁਣ ਕਿਸਾਨ ਬੈਠੇ ਨੇ ਸਾਡੇ ਪੰਜਾਬ ਤੋਂ ਸ਼ੁਰੂ ਹੋਈ ਹੈ। ਬਿਲਕੁਲ, ਕੋਈ ਸ਼ੱਕ ਨਹੀਂ। ਸਾਰਿਆਂ ਨੂੰ ਰਿਕੁਐਸਟ ਕਰਦਾ ਮੈਂ ਵੀ 17 ਨਵੰਬਰ ਨੂੰ ਦਿੱਲੀ ਪਹੁੰਚੋ, ਵੱਧ ਤੋਂ ਵੱਧ ਆਪਣੇ ਪਰਿਵਾਰਕ ਮੈਂਬਰਾਂ ਨੂੰ ਲੈ ਕੇ ਪਹੁੰਚੋ। ਅਸੀਂ ਮੀਡੀਆ ਕਵਰੇਜ ਕਰਾਂਗੇ, ਸਾਰਾ ਕੁਛ ਕਰਾਂਗੇ। ਬਿਲਕੁਲ, ਸਿਰਫ ਸਾਡੀਆਂ ਰਿਕੁਐਸਟਾਂ ਨੇ, ਮੰਗਾਂ ਨੇ, ਸਾਡਾ ਹੱਕ ਆ, ਸਾਡੇ ਕੋਲ ਵੀਜ਼ੇ ਨੇ ਜੋ ਕਿ ਗਵਰਨਮੈਂਟ ਨੇ, ਐਮਬੈਸੀ ਨੇ ਸਾਨੂੰ ਦਿੱਤੇ ਹੋਏ ਨੇ। ਹਾਂ, ਮੈਂ ਵੀ ਸਰੋਤਿਆਂ ਨੂੰ ਤੁਹਾਡੇ ਨਾਲ ਹੀ ਦੱਸਣਾ ਚਾਹਾਂਗਾ ਕਿ ਜਗਦੀਪ ਸਿੰਘ ਕੋਈ ਐ ਨਹੀਂ ਵੀ ਕਿਸੇ ਹੋਰ ਆਪਣੇ ਜਾਂ ਹੋਰ ਕਿਸੇ ਹੋਰ ਦੇ ਲੜਨ ਵਾਸਤੇ ਪਹਿਲੀ ਵਾਰੀ ਆਇਆ। ਜਗਦੀਪ ਸਿੰਘ ਜਦੋਂ ਨਿਊਜ਼ੀਲੈਂਡ ਵੀ ਹੁੰਦਾ ਸੀਗਾ, ਇੱਥੇ ਜਿਹੜੇ ਵੀਜ਼ਾ ਡਿਲੇ ਦੇ ਸਾਡੇ ਰੈਲੀ ਮੁਜ਼ਾਹਰੇ ਹੋਏ ਨੇ, ਉਹਨਾਂ ਵਿੱਚ ਜਗਦੀਪ ਸਿੰਘ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਔਰ ਇਸੇ ਕਰਕੇ ਅਸੀਂ ਚਾਹੁੰਦੇ ਹਾਂ ਕਿ ਇਹ ਜਿਹੜੇ ਸਾਡੇ ਨੌਜਵਾਨ ਜੁਝਾਰੂ ਨੇ, ਇਹਨਾਂ ਦਾ ਤੁਸੀਂ ਡਟ ਕੇ ਇਹਨਾਂ ਦਾ ਸਾਥ ਦਿਓ। ਸੋ ਜਗਦੀਪ ਸਿੰਘ, ਤੁਹਾਡਾ ਵੀਰੇ ਬਹੁਤ ਬਹੁਤ ਧੰਨਵਾਦ। ਅਸੀਂ ਤੁਹਾਡੇ ਨਾਲ ਘੱਟੋ ਘੱਟ ਵਾਅਦਾ ਕਰਦੇ ਹਾਂ ਕਿ ਜਿਵੇਂ ਪਹਿਲਾਂ ਦੀ ਤਰ੍ਹਾਂ ਅਸੀਂ ਜਦੋਂ ਤੱਕ ਇਹ ਮਸਲਾ ਖਤਮ ਨਹੀਂ ਹੁੰਦਾ, ਜਦੋਂ ਤੱਕ ਤੁਸੀਂ ਇੱਥੇ ਆ ਨਹੀਂ ਜਾਂਦੇ, ਅਸੀਂ ਉਦੋਂ ਤੱਕ ਆਪਣੀ ਲੜਾਈ ਜਿਹੜੀ ਆ ਉਹ ਲਗਾਤਾਰ ਲੜਦੇ ਰਹੇ ਹਾਂ ਤੇ ਲੜਦੇ ਰਹਾਂਗੇ। ਬਹੁਤ ਬਹੁਤ ਧੰਨਵਾਦ ਜਗਦੀਪ ਸਿੰਘ। ਹਾਂਜੀ, ਧੰਨਵਾਦ ਭਾਜੀ, ਬਹੁਤ ਬਹੁਤ ਤੁਹਾਡਾ ਸਹਿਯੋਗ ਵਾਸਤੇ ਬਹੁਤ ਧੰਨਵਾਦ। ਸ਼ੁਕਰੀਆ ਜੀ। ਦੋਸਤੋ, ਇਹ ਸਨ ਜਗਦੀਪ ਸਿੰਘ ਜਿਹੜੇ ਕਿ ਬਾਰਡਰ ਬੰਦ ਹੋਣ ਕਰਕੇ ਭਾਰਤ ਫਸ ਗਏ ਹੋਏ ਨੇ। ਤੋ
ਬਹੁਤ ਸਾਰੇ ਲੋਕ ਇਸ ਸਥਿਤੀ 'ਚ ਨੇ, ਪਰ ਥੋੜ੍ਹੇ ਜਿਹੇ ਨੇ ਜਿਨ੍ਹਾਂ ਨੇ ਇੰਨੀ ਕੁ ਹਿੰਮਤ ਜਟਾਈ ਹੈ ਕਿ ਉਹ ਆਵਾਜ਼ ਉਠਾਉਣ ਔਰ ਬਾਕੀਆਂ ਨੂੰ ਵੀ ਇਹਦੇ 'ਚ ਲਾਮਬੰਦ ਕਰਨ। ਤੋ ਹਾਂਜੀ, ਕਾਫੀ ਸਾਰੀ ਉਹਨਾਂ ਨੇ ਬੜੇ ਵਧੀਆ ਤਰੀਕੇ ਨਾਲ ਉਹਨਾਂ ਨੇ ਆਪਣੀ ਸਾਰੀ ਗੱਲਬਾਤ ਰੱਖੀ ਹੈ ਔਰ ਬਹੁਤ ਸਾਰੇ ਲੋਕਾਂ ਨਾਲ ਰੈਜ਼ੋਨੇਟ ਕੀਤੀ ਹੋਊਗੀ ਇਹ ਗੱਲ, ਕਿਉਂਕਿ ਉਹ ਜਿੰਨੇ ਵੀ ਅਸੀਂ ਪ੍ਰਵਾਸੀ ਇੱਥੇ ਆਉਂਦੇ ਹਾਂ ਕਰੀਬ ਉਹੋ ਹੀ ਸਾਡਾ ਸਫ਼ਰ ਹੁੰਦਾ, ਉਹਨਾਂ ਚੀਜ਼ਾਂ 'ਚੋਂ ਹੀ ਅਸੀਂ ਲੰਘ ਕੇ ਅੱਗੇ ਤੱਕ ਪਹੁੰਚਦੇ ਹਾਂ। ਤੋ ਇਹ ਰੀਸੈਂਟਲੀ ਜਿਹੜੇ ਆਏ ਨੇ ਉਹਨਾਂ ਦੀਆਂ ਔਕੜਾਂ ਮੁਸ਼ਕਲਾਤ ਜਿਹੜੀਆਂ ਨੇ ਹਾਲੇ ਉਹ ਖ਼ਤਮ ਨਹੀਂ ਸੀ ਹੋਈਆਂ ਕਿ ਹੋਰ ਇੰਨੀ ਵੱਡੀ ਮੁਸ਼ਕਿਲ ਜਿਹੜੀ ਆ ਪਈ ਹੈ ਸਿਰ ਤੇ। ਤੋ ਸਾਡੇ ਸਾਰੇ ਜਿਹੜੇ ਥੋੜ੍ਹੇ ਅਸੀਂ ਜ਼ਿਆਦਾ ਸੈਟਲਡ ਆ ਉਹਨਾਂ ਦਾ ਮੇਰਾ ਖਿਆਲ ਹੈ ਜ਼ਿਆਦਾ ਸਮਾਜਿਕ ਫਰਜ਼ ਬਣਦਾ ਕਿ ਇਸ ਵਕਤ ਪੂਰੀ ਤੋਂ ਪੂਰੀ ਜਿਹੜੀ ਸਪੋਰਟ ਆ ਵੱਧ ਤੋਂ ਵੱਧ ਕੀਤੀ ਜਾਵੇ ਇਹਨਾਂ ਨੂੰ ਇੱਥੇ ਵਾਪਸ ਲੈ ਕੇ ਆਉਣ ਦੀ। ਬਿਲਕੁਲ ਅਨੂ ਜੀ, ਜਦੋਂ ਉਹ ਡਿਮਾਂਡ ਆਪਣੀਆਂ ਦੱਸ ਰਹੇ ਸੀਗੇ, ਜਿਹੜਾ ਕੋਵਿਡ ਦੇ ਦੌਰਾਨ ਵਿੱਚ ਜਿਹੜੀ ਛੋਟ ਜਿੰਨੀ ਕੁ ਮਿਲੀ, ਜਿਹੜੀਆਂ ਉਹਦੇ ਵਿੱਚ ਕੈਂਪੇਨ ਜਿਹੜੀ ਅਸੀਂ ਰੈਲੀਆਂ ਕੀਤੀਆਂ ਜਾਂ ਫਲਾਇਰ ਵੰਡੇ ਗਏ, ਐਗਜ਼ੈਕਟਲੀ ਇਹੀ ਡਿਮਾਂਡ ਸੀਗੀਆਂ। ਔਰ ਅਨੂ ਜੀ ਦੇ ਨਾਲ ਦੀ ਨਾਲ ਮੇਰੇ ਖਿਆਲ ਆਪਣੇ ਅਗਲੇ ਟੌਪਿਕ ਆਉਣ ਤੋਂ ਪਹਿਲਾਂ ਅਸੀਂ ਦੱਸ ਦਈਏ ਕਿ ਇਹ ਵੀਕਐਂਡ ਦੇ ਉੱਪਰ ਜਿਹੜੀ ਨਵੀਂ ਕੈਂਪੇਨ ਸ਼ੁਰੂ ਕੀਤੀ ਹੈ ਉਹਦੇ ਬਾਰੇ 'ਚ ਤੇ ਜਿਹੜੀ ਇੱਕ ਪਟੀਸ਼ਨ ਲਾਂਚ ਕੀਤੀ ਹੈ ਜਿਹਦੇ ਵਿੱਚ ਅਸੀਂ ਔਨ ਸ਼ੋਰ ਆਫ ਸ਼ੋਰ ਸਾਰਿਆਂ ਨੂੰ ਅਸੀਂ ਉਹਦੇ ਵਿੱਚ ਇਨਕਲੂਡ ਕਰਦੇ ਹਾਂ। ਹਾਂਜੀ ਤੋ ਅਸੀਂ ਬੀਤੇ ਸ਼ੁੱਕਰਵਾਰ ਰਾਤ ਨੂੰ ਵੈਸੇ ਉਹ ਪਟੀਸ਼ਨ ਲਾਈਵ ਹੋ ਗਿਆ ਸੀ ਆਨਲਾਈਨ, ਪਰ ਸ਼ਨੀਚਰਵਾਰ ਅਸੀਂ ਸਾਡੀ ਪੂਰੀ ਟੀਮ ਔਰ ਹੋਰ ਵੀ ਕਾਫੀ ਸਾਰੇ ਨਾਲ ਸਾਡੇ ਜੁੜੇ ਵੋਲੰਟੀਅਰਸ ਸੈਂਡਰਿੰਗਮ ਰੋਡ ਤੇ ਸੈਂਡਰਿੰਗਮ ਸਟਰੀਟ ਫੈਸਟੀਵਲ ਜਿਹੜਾ ਹਰ ਸਾਲ ਹੀ ਹੁੰਦਾ ਇਹਨਾਂ ਦਿਨਾਂ ਵਿੱਚ, ਉੱਥੇ ਅਸੀਂ ਮੌਜੂਦ ਸੀਗੇ ਸਾਰਾ ਦਿਨ। ਤੋ ਪਟੀਸ਼ਨ ਉੱਥੇ ਬਕਾਇਦਾ ਜਿਹੜਾ ਆ ਉਹ ਸਾਈਨ ਕੀਤਾ ਗਿਆ ਕਾਫੀ ਲੋਕਾਂ ਦੁਆਰਾ, ਜਿਹੜੇ ਕਿ ਆਨਲਾਈਨ ਵੀ ਲੋਕ ਸਾਈਨ ਕਰ ਸਕਦੇ ਹੁੰਦੇ ਨੇ, ਪਰ ਜਿਹੜਾ ਇੱਕ ਅਸੀਂ ਉਹ ਮਿਲ ਕੇ ਲੋਕਾਂ ਨਾਲ ਸਾਰੇ ਗੱਲਬਾਤ ਕਰਕੇ ਜਿਹੜਾ ਅਸੀਂ ਐਕਸਪਲੇਨ ਕਰਕੇ ਸਾਰਾ ਕਿ ਇਹ ਪਟੀਸ਼ਨ ਹੈ ਕਾਹਦੇ ਬਾਰੇ ਹੈ, ਮਸਲਾ ਕੀ ਹੈ ਔਰ ਅਸੀਂ ਇਹਦਾ ਹੱਲ ਕੀ ਡਿਮਾਂਡ ਕਰ ਰਹੇ ਹਾਂ, ਉਹ ਇੱਕ ਅਲੱਗ ਤਰੀਕੇ ਦੀ ਗੱਲ ਬਣਦੀ ਹੈ। ਤੋ ਪਟੀਸ਼ਨ ਜਿਹੜਾ ਇਹ ਜਾਰੀ ਹੋਇਆ, ਅਗਰ ਸਾਡੇ ਸਰੋਤਿਆਂ ਨੇ ਹਾਲੇ ਸਾਈਨ ਨਹੀਂ ਕੀਤਾ ਆਨਲਾਈਨ ਕਰ ਸਕਦੇ ਆ, ਐਕਸ਼ਨ ਸਟੇਸ਼ਨ ਤੇ ਹੈ ਬੀ ਕਾਈਂਡ ਟੂ ਮਾਈਗ੍ਰੈਂਟਸ, ਅਗਰ ਤੁਸੀਂ ਗੂਗਲ ਸਰਚ ਕਰੋਗੇ ਉਹ ਪਟੀਸ਼ਨ ਆ ਜਾਏਗਾ। ਤੋ ਅਸੀਂ ਉਹਦੇ ਵਿੱਚ 4-5 ਸਾਡੀਆਂ ਮੰਗਾਂ ਨੇ। ਆਫਸ਼ੋਰ ਜਿਹੜੇ ਨੇ ਅਸੀਂ ਇਹ ਕਹਿ ਰਹੇ ਹਾਂ ਕਿ ਜਿੰਨੇ ਵੀ ਆਫਸ਼ੋਰ ਫਸੇ ਹੋਏ ਨੇ ਉਹਨਾਂ ਨੂੰ ਵਾਪਸ ਆਉਣ ਦਿੱਤਾ ਜਾਵੇ, ਜਿਸ ਤਰ੍ਹਾਂ ਕਿ ਇੱਥੋਂ ਦੇ ਸਿਟੀਜ਼ਨਸ ਨੂੰ ਆਉਣ ਦਿੱਤਾ ਜਾਂਦਾ, ਕੋਈ ਉਹਦੇ 'ਚ ਫਰਕ ਨਾ ਰੱਖਿਆ ਜਾਵੇ। ਵਿਤਕਰਾ ਨਹੀਂ ਹੋਣਾ ਚਾਹੀਦਾ, ਇੱਕ ਇਹ ਮੰਗ। ਤੋ ਜਿਹੜੇ ਇੱਥੇ ਨੇ ਉਹ ਕਾਫੀ ਸਾਰੀਆਂ ਮੰਗਾਂ ਸਾਡੀਆਂ ਜਿਹੜੀਆਂ ਉਹ ਲੌਂਗ ਸਟੈਂਡਿੰਗ ਮੰਗਾਂ ਨੇ, ਜਿਸ ਤਰ੍ਹਾਂ ਕਿ ਅਸੀਂ ਕਹਿੰਦੇ ਹਾਂ ਕਿ ਐਕਸਪਲੋਇਟੇਸ਼ਨ ਖਤਮ ਕਰਨ ਲਈ ਵੀਜ਼ੇ ਜਿਹੜੇ ਨੇ ਉਹ ਅਟੈਚ ਨਾ ਕੀਤੇ ਜਾਣ ਇੰਪਲੋਇਰ ਨਾਲ, ਇੱਕ ਉਹ ਮੰਗ ਆ। ਉਸ ਤੋਂ ਬਾਅਦ ਅਸੀਂ ਇਹ ਕਹਿ ਰਹੇ ਹਾਂ ਕਿ ਜਿਹੜੇ ਪਾਥਵੇਜ਼ ਟੂ ਰੈਜ਼ੀਡੈਂਸੀ ਜਿਹੜਾ ਉਹ ਕੈਂਪੇਨ ਦਾ ਨਾਂ ਆ, ਸੋ ਉਹਦੇ ਵਿੱਚ ਅਸੀਂ ਇਹ ਕਹਿ ਰਹੇ ਹਾਂ ਕਿ ਜਿਹੜੇ ਮਾਈਗਰੈਂਟ ਵਰਕਰ ਇੱਥੇ 5 ਸਾਲ ਤੋਂ ਜ਼ਿਆਦਾ ਸਮੇਂ ਤੋਂ ਇੱਥੇ ਰਹਿ ਰਹੇ ਨੇ, ਜਾਂ ਜਿਹੜੇ 5 ਸਾਲ ਤੋਂ ਘੱਟ ਤੋਂ ਵੀ ਰਹਿ ਰਹੇ ਨੇ, ਪਰ ਉਹਨਾਂ ਕੋਲ ਇਸ ਤਰ੍ਹਾਂ ਦੇ ਸਕਿੱਲ ਨੇ ਜਿਨ੍ਹਾਂ ਕਿ ਨਿਊਜ਼ੀਲੈਂਡ ਨੂੰ ਜ਼ਰੂਰਤ ਹੈ ਉਹਨਾਂ ਦੇ ਸਕਿੱਲਸ ਦੀ, ਉਹਨਾਂ ਨੂੰ ਇਹ ਸਰਕਾਰ ਨੂੰ ਪਾਥਵੇ ਟੂ ਰੈਜ਼ੀਡੈਂਸੀ ਦੇਣਾ ਚਾਹੀਦਾ ਆ। ਪਾਥਵੇਜ਼ ਟੂ ਰੈਜ਼ੀਡੈਂਸ ਹੁਣ ਵੀ ਹੈਗੇ ਆ, ਪਰ ਉਹ ਸਾਰੀਆਂ ਰਿਕੁਆਇਰਮੈਂਟਸ ਨਾਲ ਕੰਪਲਾਈ ਕਰਨ ਲਈ ਉਹ ਕਾਫੀ ਕੁਝ ਕਰਨਾ ਪੈਂਦਾ, ਕਾਫੀ ਔਖਾ ਆ ਔਰ ਰੋਜ਼ ਦੀ ਰੋਜ਼ ਉਹ ਕੰਡੀਸ਼ਨ ਬਦਲਦੀਆਂ ਨੇ। ਸੋ ਅਸੀਂ ਇਹ ਕਹਿ ਰਹੇ ਹਾਂ ਕਿ ਉਹ ਸਾਰੀਆਂ ਕੰਡੀਸ਼ਨਸ ਜਿਹੜੀਆਂ ਇੱਕ ਪਾਸੇ ਰੱਖ ਕੇ ਤੋ ਇੱਕ ਨਵੀਂ ਵੀਜ਼ਾ ਕੈਟੇਗਰੀ ਬਣਾਉਣ, ਜਿਹਦੇ 'ਚ ਕਿ ਔਨ ਮੈਸ ਬੇਸਿਸ ਬਹੁਤ ਸਾਰੇ ਮਾਈਗ੍ਰੈਂਟਸ ਨੂੰ ਜਿਹੜੇ ਉਹ ਰੈਜ਼ੀਡੈਂਸ ਦਾ ਮੌਕਾ ਦਿੱਤਾ ਜਾਵੇ, ਉਹ ਐਪਲੀਕੇਸ਼ਨਸ ਲਗਾ ਸਕਣ। ਸੋ ਇਹ ਕਾਫੀ ਵੱਡੀ ਉਹਦੇ 'ਚ ਮੰਗ ਆ। ਤੋ ਉਹ ਕਾਫੀ ਭਰਵਾਂ ਹੁੰਗਾਰਾ ਮਿਲ ਰਿਹਾ। ਆਨਲਾਈਨ ਮੈਂ ਜਦੋਂ ਚੈੱਕ ਕੀਤਾ ਅੱਜ ਸਵੇਰੇ, ਇਨ 48 ਆਵਰਸ 5000 ਦੇ ਕਰੀਬ ਸਿਗਨੇਚਰ ਹੋ ਚੁੱਕੇ ਸਨ, ਔਰ ਜਿਹੜਾ ਅਸੀਂ ਸੈਂਡਰਿੰਗਮ ਰੋਡ ਤੇ ਸੀਗੇ ਉਹ ਵੀ ਮੈਂ ਬਿਲਕੁਲ ਮੋਟੀ ਜੀ ਗਿਣਤੀ ਕੀਤੀ ਹੈ, 600-700 ਦੇ ਕਰੀਬ ਸਿਗਨੇਚਰ ਨੇ, ਉਹਨੂੰ ਐਗਜ਼ੈਕਟ ਗਿਣਾਂਗੇ ਸ਼ਾਇਦ 1000 ਦੇ ਲੱਗੇ ਉਹ ਵੀ ਹੋਏਗਾ। ਔਰ ਉਸ ਤੋਂ ਬਾਅਦ ਇੰਟਰਸਟ ਕਾਫੀ ਜਿਹੜਾ ਸ਼ੋ ਹੋਇਆ ਵੈਲਿੰਗਟਨ 'ਚ, ਕਾਫੀ ਲੋਕ ਕਹਿ ਰਹੇ ਨੇ ਕਿ ਇੱਥੇ ਆ ਕੇ ਵੀ ਇਸ ਤਰ੍ਹਾਂ ਦਾ ਹੀ ਅਸੀਂ ਕੁਛ ਕਰੀਏ ਵੈਲਿੰਗਟਨ 'ਚ ਵੀ, ਕਿ ਇਨ ਪਰਸਨ ਲੋਕਾਂ ਨੂੰ ਮਿਲ ਕੇ ਸਾਰਿਆਂ ਨੂੰ ਸਮਝਾ ਕੇ। ਔਰ ਜਿਨ੍ਹਾਂ ਨੇ ਸਾਈਨ ਕੀਤੇ ਨੇ ਉਹ ਹਰ ਇੱਕ ਵਰਗ ਦੇ ਲੋਕਾਂ ਨੇ ਸਾਈਨ ਕੀਤਾ, ਸਿਰਫ ਮਾਈਗ੍ਰੈਂਟ ਨਹੀਂ ਸਨ ਉਹਦੇ 'ਚ, ਇੱਥੋਂ ਦੇ ਬਾਸ਼ਿੰਦੇ ਵੀ ਸਨ, ਬਜ਼ੁਰਗ ਸਨ, ਯੰਗਸਟਰ ਸਨ, ਹਰ ਤਰ੍ਹਾਂ ਦੇ ਲੋਕਾਂ ਨੇ ਬਕਾਇਦਾ ਰੁਕ ਕੇ
ਸਾਡੇ ਨਾਲ ਵਾਰਤਾਲਾਪ ਕਰਕੇ ਗੱਲਬਾਤ ਸੁਣ ਕੇ ਸਮਝ ਕੇ ਉਹਨੂੰ ਫਿਰ ਸਾਈਨ ਕੀਤਾ। ਕੁਝ ਇਸ ਤਰ੍ਹਾਂ ਦੇ ਸੀਗੇ ਜਿਨ੍ਹਾਂ ਨੇ ਸਿਰਫ ਉਹ ਪਾਥਵੇਜ਼ ਟੂ ਰੈਜ਼ੀਡੈਂਸੀ ਪੜ੍ਹ ਕੇ ਫਟਾਫਟ ਸਾਈਨ ਕਰ ਦਿੱਤਾ, ਉਹਨਾਂ ਨੂੰ ਸਾਨੂੰ ਕੁਝ ਸਮਝਾਉਣਾ ਵੀ ਨਹੀਂ ਪਿਆ। ਕੁਝ ਲੋਕ ਇਸ ਤਰ੍ਹਾਂ ਦੇ ਸੀਗੇ ਜਿਹੜੇ ਪਹਿਲਾਂ ਥੋੜ੍ਹੀ ਜਿਹੀ ਨਾ ਨੁੱਕਰ ਜੀ ਕਰਦੇ ਸੀਗੇ, ਜਦੋਂ ਅਸੀਂ ਉਹਨਾਂ ਨੂੰ ਆਪਣੇ ਫਲਾਇਰਸ ਦਿੱਤੇ, ਲਿਟਰੇਚਰ ਦਿੱਤਾ, ਐਕਸਪਲੇਨ ਕੀਤਾ ਸਾਰਾ ਕਿ ਮਾਈਗ੍ਰੈਂਟਸ ਜਿਹੜੇ ਨੇ ਉਹ ਕਿਹੜੀਆਂ ਮੁਸ਼ਕਲਾਤ ਚੋਂ ਲੰਘਦੇ ਨੇ, ਕੀ ਕੁਝ ਉਹਨਾਂ ਨੂੰ ਕਰਨਾ ਪੈਂਦਾ ਹੈ, ਹਾਂ, ਔਰ ਉਹਨਾਂ ਦਾ ਕੰਟਰੀਬਿਊਸ਼ਨ, ਔਰ ਜਿਹੜੇ ਬਾਹਰ ਫਸੇ ਹੋਏ ਨੇ ਉਹ ਕੀ ਕੁਝ ਚੱਲ ਰਹੇ ਨੇ। ਜਦੋਂ ਅਸੀਂ 5-10 ਮਿੰਟ ਲਾ ਕੇ ਇੱਕ ਵਿਅਕਤੀ ਨਾਲ ਇਹ ਗੱਲ ਐਕਸਪਲੇਨ ਕੀਤੀ, ਉਹ ਜਿਹੜੇ ਸ਼ੋਰ ਨਹੀਂ ਸੀਗੇ ਸਾਈਨ ਕਰਨ ਵਾਲੇ, ਉਹਨਾਂ ਨੇ ਵੀ ਫਟਾਫਟ ਪਟੀਸ਼ਨ ਜਿਹੜਾ ਸਾਈਨ ਕਰ ਦਿੱਤਾ। ਤੋ ਸਾਡੇ ਮੁਤਾਬਕ ਇੱਕ ਕਾਫੀ ਵਧੀਆ ਸ਼ੁਰੂਆਤ ਹੋਈ ਹੈ, ਕਾਫੀ ਭਰਵਾਂ ਹੁੰਗਾਰਾ ਮਿਲਿਆ। ਤੋ ਆਉਂਦੇ ਸਮੇਂ 'ਚ ਸਾਡੀ ਕੋਸ਼ਿਸ਼ ਰਹੇਗੀ ਕਿ ਅਸੀਂ ਜਿੱਥੇ ਵੀ ਖੁਦ ਜਾ ਸਕਦੇ ਹਾਂ ਚੱਲ ਕੇ ਇਹ ਪਟੀਸ਼ਨ ਲੈ ਕੇ ਜਾਵਾਂਗੇ, ਕਿਉਂਕਿ ਆਨਲਾਈਨ ਤਾਂ ਬਹੁਤ ਆਸਾਨ ਆ, ਆਨਲਾਈਨ ਉਹ ਵੀ ਨਾਲ ਚੱਲਦਾ ਰਹੇਗਾ ਸਾਡਾ, ਪਰ ਸਾਰਾ ਕੁਝ ਜਿਹੜਾ ਆ ਉਹ ਡਿਜੀਟਲ ਵਰਲਡ 'ਚ ਨਹੀਂ ਹੋ ਸਕਦਾ ਹੁੰਦਾ। ਇੱਕ ਲੋਕਾਂ ਦੇ ਸਾਹਮਣੇ ਜਾ ਕੇ ਗੱਲ ਨੂੰ ਪੇਸ਼ ਕਰਨਾ, ਉਹਨਾਂ ਦੀ ਗੱਲ ਵੀ ਸੁਣਨੀ, ਉਹ ਜਿਹੜੀ ਆਨਲਾਈਨ ਦੁਨੀਆ ਉਹ ਰਿਪਲੇਸ ਨਹੀਂ ਕਰ ਸਕਦੀ ਉਹ ਚੀਜ਼ ਨੂੰ। ਬਿਲਕੁਲ ਜੀ, ਬਿਲਕੁਲ। ਔਰ ਅਨੂ ਜੀ ਦੇ ਨਾਲ ਜਿਹੜੇ ਯੂਨੀਅਨ ਵਾਲੇ ਸਾਥੀ ਉੱਤੇ ਸੀਗੇ ਹੀ, ਪਰ ਜਿਹੜੇ ਨੌਜਵਾਨ ਸਾਡੇ ਨਾਲ ਮਿਲੇ ਨੇ ਵੋਲੰਟਰੀ, ਜਿਨ੍ਹਾਂ ਨੇ ਬਿਲਕੁਲ ਸਵੇਰ ਤੋਂ ਲੈ ਕੇ ਸ਼ਾਮ ਤੱਕ ਉੱਥੇ ਰਹੇ ਨੇ, ਔਰ ਉਹਨਾਂ ਨੂੰ ਕੋਈ ਆਬਲੀਗੇਸ਼ਨ ਨਹੀਂ ਸੀ, ਉਹਨਾਂ ਨੇ ਖੁਦ ਉਹ ਡਿਸਾਈਡ ਕੀਤਾ ਕਿ ਉਹ ਇਸ ਤਰ੍ਹਾਂ ਕਰਨਾ ਚਾਹੁੰਦੇ ਨੇ, ਔਰ ਨਾਲ ਉਹ ਉਹਨਾਂ ਸੀ ਕਿ ਵੀ ਅਗਲਾ ਇਵੈਂਟ ਕਦੋਂ ਆ ਹੁਣ ਨਾ, ਅਗਲਾ ਇਵੈਂਟ, ਔਰ ਇਹੀ ਜਿਹੜੇ ਪਿੱਛੇ ਜਿਹੜੀਆਂ ਮੀਟਿੰਗ ਹੋਈਆਂ ਉਹਦੇ ਵਿੱਚ ਵੀ ਉਹ ਸ਼ਾਮਿਲ ਹੋਏ ਜੀ। ਸੋ ਬਹੁਤ ਖੁਸ਼ੀ ਹੋਈ ਕਿ ਜਿਹੜੇ ਨੌਜਵਾਨ ਇਹੋ ਜਿਹੀਆਂ ਚੀਜ਼ਾਂ ਨੂੰ ਸਮਝ ਰਹੇ ਨੇ। ਇਹਦੇ ਵਿੱਚ ਹੀ ਅਸੀਂ ਰੇਡੀਓ ਸਪਾਈਸ ਤੋਂ NV ਸਿੰਘ, ਹਾਂਜੀ, ਉਹਨਾਂ ਨੇ ਬਹੁਤ ਵਧੀਆ ਕਵਰੇਜ ਕੀਤੀ ਔਰ ਲੋਕਾਂ ਦੇ ਨਾਲ ਗੱਲਬਾਤ ਵੀ ਕੀਤੀ, ਲੋਕਾਂ ਨੂੰ ਫਲਾਇਰ ਵੀ ਦਿੱਤੇ ਗਏ। ਸੋ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਮੀਡੀਆ ਦੇ ਪੱਖੋਂ। ਹਾਂ, ਲੋਕਾਂ ਨਾਲ ਗੱਲਬਾਤ। ਉੱਥੇ ਇੱਕ ਨੌਜਵਾਨ ਸੀਗੇ ਦਸਤਾਰ ਵਾਲੇ, ਜਿਹੜੇ ਉਹ ਮੀਟਿੰਗ 'ਚ ਵੀ ਆਏ ਸੀਗੇ, ਰਾਮ ਸਿੰਘ ਮੇਰੇ ਖਿਆਲ ਉਹਨਾਂ ਦਾ ਨਾਮ। ਉਹਨਾਂ ਬਹੁਤ ਦੁੱਖ ਭਰੀ ਕਹਾਣੀ ਆ। ਸੋ ਇਹ ਮੇਰਾ ਖਿਆਲ ਹੈ ਕਿ ਕਰੀਬ ਸਾਰੇ ਅਸੀਂ ਇਹੋ ਜਿਹੀ ਸਿਚੁਏਸ਼ਨ 'ਚ ਹੀ ਹਾਂ। ਤੋ ਉਹਦੇ 'ਚ ਅਸੀਂ ਪਹਿਲਾਂ ਵੀ ਦਰਖਾਸਤ ਕਰ ਚੁੱਕੇ ਹਾਂ, ਦੁਬਾਰਾ ਰਿਕੁਐਸਟ ਕਰਦੇ ਹਾਂ ਕਿ ਜਿੰਨੀਆਂ ਜ਼ਿਆਦਾ ਇਹੋ ਜਿਹੀਆਂ ਕੇਸ ਸਟੱਡੀਜ਼ ਅਸੀਂ ਜਨਤਕ ਕਰਾਂਗੇ, ਓਨਾ ਜ਼ਿਆਦਾ ਇਹਦਾ ਪ੍ਰਭਾਵ ਪਏਗਾ ਔਰ ਕੋਈ ਨਾ ਕੋਈ ਹਿਲਜੁਲ ਜਾਂ ਐਕਸ਼ਨ ਹੋਣ ਦੀ ਸੰਭਾਵਨਾ ਵੱਧਦੀ ਹੈ। ਸੋ ਅਸੀਂ ਸਾਰਿਆਂ ਨੂੰ ਇਹ ਇਨਕਰੇਜ ਕਰਨਾ ਚਾਹੁੰਦੇ ਹਾਂ ਕਿ ਤੁਸੀਂ ਆਪਣੀਆਂ ਸਟੋਰੀਜ਼ ਵੱਧ ਤੋਂ ਵੱਧ ਜਿਹੜੀਆਂ ਨੇ ਉਹ ਸ਼ੇਅਰ ਕਰੋ। ਉਹ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ, ਜਾਂ ਖੁਦ ਤੁਸੀਂ ਫੇਸਬੁੱਕ ਲਾਈਵ ਹੋ ਕੇ ਵੀ ਕਰ ਸਕਦੇ ਹੋ। ਅਗਰ ਕੋਈ ਹੋਰ ਮੀਡੀਆ ਤੁਹਾਨੂੰ ਜਾਣਦਾ, ਮਤਲਬ ਕਿਸੇ ਵੀ ਮਾਧਿਅਮ ਤੋਂ ਕਰ ਲਓ, ਤੁਸੀਂ ਗੱਲ ਆਪਣੀ ਕਹਾਣੀ ਜਿਹੜੀ ਹੈ ਜਨਤਕ ਕਰਨੀ ਹੈ ਕਿ ਤੁਸੀਂ ਕਿਸ ਤਰ੍ਹਾਂ ਇੱਥੇ ਆਏ ਔਰ ਕਿੰਨੀਆਂ ਤਕਲੀਫਾਂ ਸਹਿ ਕੇ ਤੁਸੀਂ ਹੁਣ ਇੱਥੋਂ ਤੱਕ ਪਹੁੰਚੇ ਹੋ। ਫਿਰ ਉਹ ਅੱਗੇ ਜਿਹੜਾ ਬ੍ਰੇਕ ਹੀ ਲਗਾ ਦਿੱਤੀ ਗਈ ਹੈ। ਔਰ ਜਿਹੜੇ ਖਾਸ ਕਰਕੇ ਆਫਸ਼ੋਰ ਨੇ, ਉਹਨਾਂ ਨੂੰ ਵੀ ਅਸੀਂ ਰਿਕੁਐਸਟ ਕਰਦੇ ਹਾਂ ਕਿ ਵੱਧ ਤੋਂ ਵੱਧ, ਪਹਿਲਾਂ ਉਹ ਕੋਵਿਡ ਲੋਕਡਾਊਨ 'ਚ ਹੋਈਆਂ, ਕਾਫੀ ਸ਼ੇਅਰ ਹੋਈਆਂ ਸਟੋਰੀਜ਼, ਪਰ ਮੇਰਾ ਖਿਆਲ ਹੁਣ ਸਾਨੂੰ ਦੁਬਾਰਾ ਫਿਰ ਉਹ ਕੁਝ ਇੱਕ ਲਗਾਤਾਰਤਾ ਨਾਲ ਇਹ ਕੰਮ ਕਰਨ ਦੀ ਲੋੜ ਆ, ਤਾਂ ਕਿ ਉਹਨੂੰ ਜਿਹੜਾ ਇੱਕ ਮੋਮੈਂਟਮ ਸ਼ੁਰੂ ਹੋਇਆ ਉਹ ਰਫਤਾਰ ਹੋਰ ਵੱਧਦੀ ਜਾਏ। ਬਿਲਕੁਲ ਹੁਣ ਤੇ ਇਲੈਕਸ਼ਨ ਹੋ ਗਈ, ਸਾਰਾ ਕੁਝ ਸੈਟਲ ਡਾਊਨ ਹੋ ਗਿਆ, ਵਿੱਚੋਂ ਕੈਬਨਿਟ ਵੀ ਸਿਲੈਕਟ ਹੋ ਗਿਆ, ਮਿਨਿਸਟਰਸ ਵੀ, ਵਿੱਚੋਂ ਜਿਹੜੇ ਵਿਲਨ ਸੀਗੇ ਉਹ ਵੀ ਨਿਕਲ ਚੁੱਕੇ ਆ। ਹਾਂਜੀ। ਸੋ ਹੁਣ ਤੇ ਅਸੀਂ ਬਿਲਕੁਲ ਆਸ ਕਰਦੇ ਹਾਂ ਕਿ ਸਰਕਾਰ ਨੂੰ ਕੁਝ ਕਰਨਾ ਚਾਹੀਦਾ, ਰੈਡੀਕਲ ਕਰਨਾ ਚਾਹੀਦਾ, ਔਰ ਨਹੀਂ ਕਰਦੀ ਤੇ ਫਿਰ ਅਸੀਂ ਬਾਰ-ਬਾਰ ਅਸੀਂ ਇਹ ਗੱਲ ਕਹਿੰਦੇ ਹਾਂ ਕਿ ਅਸੀਂ ਸੰਘਰਸ਼ ਨੂੰ ਹੋਰ ਵੀ ਤਿੱਖਾ ਕਰਾਂਗੇ। ਜਿਹੜਾ ਲੋਕਾਂ ਦੇ ਵਿੱਚ ਅਸੀਂ ਇਸ਼ੂ ਲਿਜਾ ਰਹੇ ਹਾਂ, ਖਾਸ ਕਰਕੇ ਜਿਹੜੇ ਨੌਨ ਮਾਈਗ੍ਰੈਂਟ ਨੇ ਉਹਨਾਂ ਦੇ ਵਿੱਚ, ਸੋ ਉਹਨਾਂ ਦੇ ਵਿੱਚ ਵੀ ਫਿਰ ਉਸ ਐਕਸ਼ਨ ਦੇ ਵਿੱਚ ਸਾਡੇ ਨਾਲ ਵੱਡੀ ਗਿਣਤੀ ਦੇ ਵਿੱਚ ਉਹ ਸ਼ਮੂਲੀਅਤ ਹੋਏਗੀ। ਹਾਂ, ਕਿਉਂਕਿ ਇਹਦੇ ਵਿੱਚ ਦੇਖੋ, ਪਟੀਸ਼ਨ ਦਾ ਮਤਲਬ ਪਟੀਸ਼ਨ ਕਰਨ ਨੂੰ ਕਿਸੇ ਵੀ ਤਰੀਕੇ ਨਾਲ ਹੋ ਸਕਦਾ ਹੁੰਦਾ। ਇਹ ਜਿਹੜਾ ਸਾਡਾ ਪਟੀਸ਼ਨ ਹੈ ਅਲਟੀਮੇਟਲੀ ਇਮੀਗ੍ਰੇਸ਼ਨ ਮਿਨਿਸਟਰ ਨੂੰ ਜਾਏਗਾ। ਸੋ ਜਿਹੜੇ ਪਾਰਲੀਮੈਂਟ ਨੂੰ ਡਾਇਰੈਕਟ ਵੀ ਪਟੀਸ਼ਨ ਹੋ ਸਕਦਾ ਹੁੰਦਾ, ਅਸੀਂ ਸਟ੍ਰੈਟੇਜਿਕਲੀ ਸ਼ਾਇਦ ਉਹ ਨਹੀਂ ਕੀਤਾ ਕਿਉਂਕਿ ਉਹ ਥੋੜਾ ਰਿਸਟ੍ਰਿਕਟਿਵ ਹੁੰਦਾ ਆ। ਇਹਦੇ ਵਿੱਚ ਅਸੀਂ ਖੁੱਲ੍ਹ ਮਹਿਸੂਸ ਕਰਦੇ ਹਾਂ ਇਸ ਪਟੀਸ਼ਨ 'ਚ। ਤੋ ਪਾਰਥੀ ਜੀ, ਮੇਰੇ ਖਿਆਲ ਇੱਕ ਛੋਟੀ ਜਿਹੀ ਬ੍ਰੇਕ ਲੈ ਕੇ ਅਸੀਂ ਦੁਬਾਰਾ ਜਾਰੀ ਰੱਖਦੇ ਹਾਂ ਗੱਲ। ਜੀ। ਹਰ ਮੋੜ
हर पैर ते हनेरा फिर भी असीं रुके ना साडा विवेक जेरा हर मोड़ ते सलीबा हर पैर ते हनेरा हर पैर ते हनेरा देर आकर तरती हनेर जलती किन्नी 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 देर रहता खामोश खून मेरा हर मोड़ ते सलीबा हर पैर ते हनेरा हर पैर ते हनेरा पैरां च बेड़ियां ने नचदे ने लोक फिर भी क्यों वेख वेख उड़दा क्यों ਦੋਸਤੋ ਇੱਕ ਵਾਰ ਫਿਰ ਸਭ ਦਾ ਸਵਾਗਤ ਹੈ ਪ੍ਰੋਗਰਾਮ ਰੇਡੀਓ ਇਨਕਲਾਬ ਵਿੱਚ ਜਿਹੜਾ ਗੀਤ ਤੁਸੀਂ ਸੁਣ ਰਹੇ ਸੀ ਇਹ ਸਾਡੇ ਕਾਫੀ ਇਨਕਲਾਬੀ ਕਵੀ ਡਾਕਟਰ ਜਗਤਾਰ ਹੋਰਾਂ ਦਾ ਲਿਖਿਆ ਔਰ ਗਾਇਆ ਬਲਜੀਤ ਹੋਰਾਂ ਦਾ ਸੋ ਮਾਫੀ ਚਾਹੁੰਦੇ ਕਿ ਵਿੱਚ ਮੈਂ ਗੀਤ ਕੱਟਿਆ ਕੋਸ਼ਿਸ਼ ਕਰਾਂਗੇ ਕਿ ਪ੍ਰੋਗਰਾਮ ਦੇ ਅੰਤ ਵਿੱਚ ਦੁਬਾਰਾ ਅਸੀਂ ਇਹ ਬਾਕੀ ਦਾ ਗੀਤ ਪੂਰਾ ਕਰ ਦਈਏ ਤੋ ਹਾਂਜੀ ਗੱਲਬਾਤ ਅਸੀਂ ਚੱਲ ਰਹੀ ਸੀ ਸਾਡੀ ਕਿ ਪਟੀਸ਼ਨ ਜਿਹੜਾ ਜਾਰੀ ਕੀਤਾ ਗਿਆ ਪਾਥਵੇਜ਼ ਟੂ ਰੈਜ਼ੀਡੈਂਸੀ ਨੂੰ ਲੈ ਕੇ ਸੋ ਮਾਈਗ੍ਰੈਂਟਸ ਦੇ ਜਿਹੜੇ ਮਸਲੇ ਨੇ ਚਾਹੇ ਉਹ ਇੱਥੇ ਨੇ ਜਾਂ ਨਿਊਜ਼ੀਲੈਂਡ ਤੋਂ ਬਾਹਰ ਨੇ ਅਸੀਂ ਉਹ ਕੋਸ਼ਿਸ਼ ਕੀਤੀ ਹੈ ਕਿ ਸਾਰਿਆਂ ਦੀਆਂ ਜਿਹੜੀਆਂ ਮੁਸ਼ਕਲਾਤ ਨੇ ਉਹਨਾਂ ਨੂੰ ਪੇਸ਼ ਕੀਤਾ ਜਾਵੇ ਇਮੀਗ੍ਰੇਸ਼ਨ ਮਿਨਿਸਟਰ ਨੂੰ ਔਰ ਹਾਂਜੀ ਹੋਰ ਵੀ ਜਿਹੜੇ ਇੱਕ ਦੋ ਪਟੀਸ਼ਨ ਚੱਲ ਰਹੇ ਨੇ ਪਾਰਲੀਮੈਂਟ 'ਚ ਪੇਸ਼ ਕੀਤੇ ਹੋਏ ਨੇ ਸੋ ਉਹ ਜਿਹੜੇ ਗਰੁੱਪਸ ਨੇ ਉਹਨਾਂ ਨਾਲ ਵੀ ਮਤਲਬ ਸਨੀਚਰਵਾਰ ਤੋਂ ਬਾਅਦ ਕਾਫੀ ਜ਼ਿਆਦਾ ਇੰਟਰਸਟ ਸ਼ੋ ਹੋਇਆ ਸੋ ਉਹ ਕੋਲੈਬੋਰੇਟ ਕਰਨਾ ਚਾਹੁੰਦੇ ਨੇ ਤੋ ਹਾਂ ਬਿਲਕੁਲ ਸਾਨੂੰ ਉਹ ਮੁੱਦੇ ਜਿਹੜੇ ਨੇ ਉਹਨਾਂ ਤੇ ਕੋਲੈਬੋਰੇਸ਼ਨ ਬਿਲਕੁਲ ਹੋਣੀ ਚਾਹੀਦੀ ਹੈ ਮੁੱਦੇ ਬਿਲਕੁਲ ਜੀ ਇਹਦੇ ਇਹ ਜਿਹੜੀ ਪਟੀਸ਼ਨ ਕੀਤੀ ਆ ਉਹਦੇ ਵਿੱਚ ਜਿਹੜੇ ਆਈਲੈਂਡਰ ਕਮਿਊਨਿਟੀ ਦੇ ਜਿਹੜੇ ਲੋਕ ਨੇ ਜਿਹੜੇ ਆਪਣੇ ਸਾਥੀ ਨੇ ਉਹ ਪਹਿਲਾਂ ਹੀ ਇਸ ਤੇ ਬਹੁਤ ਜ਼ਿਆਦਾ ਕੰਮ ਕਰ ਚੁੱਕੇ ਨੇ ਹਾਂਜੀ ਉਹ ਓਵਰਸਟੇਅਰਸ ਵਾਸਤੇ ਸਪੈਸਿਫਿਕ ਸੀਗਾ ਉਹਨਾਂ ਦਾ ਸਾਡੀ ਮੀਟਿੰਗਾਂ ਦੇ ਵਿੱਚ ਸਾਡੇ ਉਹ ਨਾਲ ਨੇ ਬਿਲਕੁਲ ਔਰ ਐਨੀਵੇ ਮੈਂ ਅਨੂ ਜੀ ਕਿਉਂਕਿ ਜਿਵੇਂ ਅਨੂ ਜੀ ਸਾਡਾ ਐਕਸਪੀਰੀਅੰਸ ਆ ਨਿਊਜ਼ੀਲੈਂਡ ਦੇ ਵਿੱਚ ਜਾਂ ਇਹ ਤੁਸੀਂ ਗੱਲ ਭਾਰਤ 'ਚ ਵੀ ਲਾ ਸਕਦੇ ਜੇ ਕਿਉਂਕਿ ਚੱਲਦੇ ਸੰਘਰਸ਼ਾਂ ਦੇ ਵਿੱਚ ਹਮੇਸ਼ਾ ਹੀ ਉਹਨਾਂ ਨੂੰ ਤਾਰ ਪੀਡੋ ਕਰਨ ਵਾਸਤੇ ਉਹਨਾਂ ਨੂੰ ਫੇਲ ਕਰਨ ਵਾਸਤੇ ਜਿਹੜਾ ਇੱਕ ਵਿਰੋਧੀ ਧਿਰ ਹੁੰਦਾ ਆ ਧਿਰ ਤੇ ਦੋ ਹੋਣੇ ਆ ਉਹਦੇ ਵਿੱਚ ਕੋਈ ਸ਼ੱਕ ਹੀ ਨਹੀਂ ਹੈ ਇੱਕ ਲੁੱਟੀ ਜਾਣੇ ਵਾਲੀ ਕਲਾਸ ਤੇ ਇੱਕ ਲੁੱਟਣ ਵਾਲੀ ਸੋ ਅਸੀਂ ਓਬਵੀਅਸਲੀ ਜਿਹੜੇ ਲੁੱਟੇ ਜਾ ਰਹੇ ਨੇ ਕਿਸੇ ਵੀ ਤਰੀਕੇ ਦੇ ਨਾਲ ਚਾਹੇ ਪ੍ਰਵਾਸੀ ਕਾਮਿਆਂ ਨੂੰ ਵਸਤੂ ਵਾਂਗੂ ਵਰਤ ਕੇ ਉਹਨਾਂ ਨੂੰ ਵਾਪਸ ਸੁੱਟਿਆ ਜਾ ਰਿਹਾ ਹੈ ਉਹ ਵੀ ਇੱਕ ਤਰ੍ਹਾਂ ਦੀ ਬੜੀ ਖਤਰਨਾਕ ਲੁੱਟ ਹੈ ਜਿਹੜੀ ਜਿਵੇਂ ਆਫਸ਼ੋਰ ਜਿਹੜੇ ਆਪਣੇ ਸਾਥੀ ਜਿਹੜੇ ਕਾਮੇ ਫਸੇ ਹੋਏ ਨੇ ਸੋ ਜਦੋਂ ਇਹ ਇਲੈਕਸ਼ਨ ਤੋਂ ਪਹਿਲਾਂ ਵੀ ਇਹ ਜਦੋਂ ਸਾਰੀ ਗੱਲਬਾਤ ਚੱਲ ਰਹੀ ਸੀਗੀ ਉਦੋਂ ਵੀ ਸਵਾਲ ਉੱਠੇ ਮੁੜ ਕੇ ਹੁਣ ਫਿਰ ਜਿਹੜਾ ਸੰਘਰਸ਼ ਤਿੱਖਾ ਹੋਣ ਲੱਗਿਆ ਜਾਂ ਤਿੱਖੇ ਵੱਲੋਂ ਵਧਣ ਲੱਗਿਆ ਫਿਰ ਮੁੜ ਕੇ ਉਹੀ ਗੱਲਬਾਤ ਕਿ ਤੁਸੀਂ ਇਕੱਠੇ ਕੋਈ ਕਰੋ ਇਕੱਠੇ ਹੋ ਕੇ ਸੋ ਉਹ ਅਸੀਂ ਥੋੜੀ ਜਿਹੀ ਕਲੈਰੀਫਿਕੇਸ਼ਨ ਅੱਜ ਦੇਣਾ ਚਾਹੁੰਦੇ ਹਾਂ ਅਸੀਂ ਪਹਿਲਾਂ ਵੀ ਗੱਲਬਾਤ ਕਰ ਚੁੱਕੇ ਹਾਂ ਕਿ ਨਿਊਜ਼ੀਲੈਂਡ ਦੇ ਵਿੱਚ ਇਹ ਮਤਲਬ ਇਕੱਠੇ ਇੱਦਾਂ ਇਹ ਧਿਰਾਂ ਨੇ ਮਤਲਬ ਇਹ ਕਈ ਤਰ੍ਹਾਂ ਇਹੋ ਜਿਹੀਆਂ ਨੇ ਜਿਹੜੀਆਂ ਇਕੱਠੀਆਂ ਨਹੀਂ ਹੋ ਸਕਦੀਆਂ ਹੈਗੀਆਂ ਉਹ ਵੈਸੇ ਵੀ ਇਕੱਠੇ ਜਾਂ ਲਾਮਬੰਦ ਲੋਕਾਂ ਨੇ ਹੋਣਾ ਹੁੰਦਾ ਜਿਨ੍ਹਾਂ ਨੇ ਸੰਘਰਸ਼ ਕਰਨਾ ਹੁੰਦਾ ਇੱਕ ਉਹ ਵੀ ਉਹਦਾ ਐਂਗਲ ਹੈਗਾ ਆ ਪਰ ਹਾਂ ਐਨੀਵੇ ਹਾਂਜੀ ਜੀ ਲਾਮਬੰਦ ਹੋਣਾ ਇੱਕ ਵੱਖਰੀ ਚੀਜ਼ ਹੈ ਸੋ ਉਹਦੇ ਵਿੱਚ ਹੁਣ ਐਗਜ਼ਾਮਪਲ ਇਹੋ ਜਿਹੀ ਹੈ ਕਿ
ਅਸੀਂ ਮਾਈਗ੍ਰੈਂਟ ਵਰਕ ਐਸੋਸੀਏਸ਼ਨ ਚਲਾਉਂਦੇ ਆ। ਪਹਿਲੀ ਗੱਲ ਤਾਂ ਜਿਹੜੀ ਗੱਲ ਨੂੰ ਜੀ ਇਕੱਠੇ ਹੋਣ ਵਾਲੀ ਗੱਲ ਹੈ। ਮਾਈਗ੍ਰੈਂਟ ਵਰਕ ਐਸੋਸੀਏਸ਼ਨ ਆ, ਉਹਦੇ ਨਾਲ ਸਾਡੇ ਨਾਲ ਯੂਨਾਈਟ ਯੂਨੀਅਨ ਹੈ, ਉਹਦੇ ਸਾਡੇ ਨਾਲ ਵਨ ਯੂਨੀਅਨ ਹੈ, ਉਸ ਤੋਂ ਬਾਅਦ ਸੋਸ਼ਲਿਸਟ ਆਫ ਰੋਆ ਨੇ, ਫਿਰ ਉਹ ਆਕਲੈਂਡ ਟੋਂਗਨ ਕਮਿਊਨਿਟੀ ਹੈ, ਫਿਰ ਇੱਕ ਨੌਜਵਾਨ ਜਿਹੜੇ ਅਫਰੀਕਨ ਮੂਲ ਦੇ ਜਾਂ ਕਾਲੇ ਮੂਲ ਦੇ ਨੇ, ਫॉर द ਪੀਪਲ ਆਰਗੇਨਾਈਜੇਸ਼ਨ ਹੈ, ਜਿਹੜੇ ਬਲੈਕ ਲਾਈਵਸ ਮੈਟਰ ਵਾਲੇ ਨੇ। ਉਹ ਨੇ 6 ਸੰਸਥਾਵਾਂ ਤੇ ਆਲਰੇਡੀ ਹੈਗੀਆਂ ਨੇ, ਪਰ ਉਸ ਦੀ ਨਾਲ ਜਿਵੇਂ ਸਾਥੀ ਮਾਈਕ ਟ੍ਰੀਨ ਨੇ ਬਹੁਤ ਹੀ ਜ਼ਬਰਦਸਤ ਪਟੀਸ਼ਨ ਵੀ ਲਿਖੀ। ਉਸ ਤੋਂ ਬਾਅਦ ਜਿਹੜੀ ਫੇਸਬੁੱਕ ਦਾ ਇਵੈਂਟ ਉਹ ਵੀ ਬਹੁਤ ਜ਼ਬਰਦਸਤ ਲਿਖਿਆ ਗਿਆ, ਕੰਟਰੀਬਿਊਟ ਕੀਤਾ ਸਾਰਿਆਂ ਨੇ, ਔਰ ਉਹ ਇਹ ਮਸਲੇ ਨੂੰ ਜਿਹੜੀ CTU ਆ, ਕਾਉਂਸਲ ਆਫ ਟ੍ਰੇਡ ਯੂਨੀਅਨ, ਉੱਥੇ ਤੱਕ ਲੈ ਕੇ ਜਾਣਗੇ। ਇੱਕ ਪੂਰੀ ਬਾਕੀ ਯੂਨੀਅਨ ਨੂੰ ਵੀ ਉਹਦੇ ਵਿੱਚ ਇਨਵੋਲਵ ਕਰਨਗੇ। ਉਹਨਾਂ ਦਾ ਇੱਕ ਮਸਲਾ ਬਣੂਗਾ ਤੇ ਸਰਕਾਰ ਦੇ ਉੱਪਰੋਂ ਪ੍ਰੈਸ਼ਰ ਪਾ ਸਕਦੇ। ਕਿਉਂਕਿ ਸੋ ਲੋਕਾਂ ਨੂੰ ਕਈ ਵਾਰੀ ਇਹ ਸਮਝ ਨਹੀਂ ਆਉਂਦੀ ਵੀ ਯੂਨੀਅਨਸ ਕਿਉਂ ਲੀਡ ਲੈਂਦੀਆਂ ਨੇ ਇਹਦੇ ਚ। ਮੇਰਾ ਖਿਆਲ ਭਾਰਤੀ ਜੀ ਉਹ ਥੋੜੀ ਜੀ ਗੱਲ। ਹਾਂਜੀ ਬਿਲਕੁਲ ਅਨੂ ਜੀ। ਹੁਣ ਜੇ ਅਸੀਂ ਆਪਣੇ ਆਪ ਨੂੰ ਅਸੀਂ ਕਹਾਉਂਦੇ ਆ ਕਿ ਸਾਡੀ ਪ੍ਰਵਾਸੀ ਕਾਮਗਾਰ ਯੂਨੀਅਨ ਦਾ ਮਾਈਗ੍ਰੈਂਟ ਵਰਕ ਐਸੋਸੀਏਸ਼ਨ ਆ, ਤੇ ਚਾਹੇ ਉਹ ਕਾਮੇ ਜਿਹੜੇ ਨੇ ਨਿਊਜ਼ੀਲੈਂਡ ਦੇ ਵਿੱਚ ਹੋਣ ਜਾਂ ਜਿਹੜੇ ਉੱਥੇ ਭਾਰਤ ਦੇ ਵਿੱਚ ਫਸੇ ਹੋਏ ਆ, ਜੇ ਅਸੀਂ ਉਹਨਾਂ ਦੇ ਹੱਕਾਂ ਦੀ ਗੱਲ ਨਹੀਂ ਕਰਾਂਗੇ, ਉਹਨਾਂ ਦੇ ਵਾਸਤੇ ਨਹੀਂ ਲੜਾਂਗੇ, ਫਿਰ ਇਹ ਮਤਲਬ ਫਿਰ ਕੁਛ ਇਹਦਾ ਮਤਲਬ ਨਹੀਂ ਰਹਿੰਦਾ। ਇੱਕ ਟੋਕਨਿਜ਼ਮ ਬਣ ਜਾਂਦੀ ਹੈ। ਇਹ ਟੋਕਨਿਜ਼ਮ ਸੋ ਮਤਲਬ ਇਹ ਹੈ ਕਿ ਜਿਨ੍ਹਾਂ ਨੂੰ ਇਸ ਵਕਤ ਮਦਦ ਦੀ ਲੋੜ ਹੈ ਉਹ ਸਾਰੇ ਵਰਕਰਸ ਨੇ। ਹਾਂਜੀ ਬਿਲਕੁਲ। ਇਸ ਕਰਕੇ ਯੂਨੀਅਨ ਦਾ ਉਹਨੂੰ ਸੀਰੀਅਸਲੀ ਲੈਂਦੀਆਂ ਨੇ ਚੀਜ਼ ਨੂੰ, ਚਾਹੇ ਉਹ ਮਾਈਗ੍ਰੈਂਟਸ ਨੇ, ਨਾਨ ਮਾਈਗ੍ਰੈਂਟਸ ਨੇ, ਚਾਹੇ ਉਹ ਆਫਸ਼ੋਰ ਫਸੇ ਨੇ, ਚਾਹੇ ਉਹ ਇੱਥੇ ਨੇ, ਰੈਜ਼ੀਡੈਂਸ ਹੈ ਜਾਂ ਨਹੀਂ ਹੈ। ਉਹ ਸਾਡਾ ਉਹ ਦੁਨੀਆ ਨੂੰ ਐਨਾਲਾਈਜ਼ ਕਰਨ ਦਾ ਤਰੀਕਾ ਉਹ ਹੈ ਕਿ ਵਰਕਰਸ ਨੇ ਤੇ ਦੂਜੇ ਪਾਸੇ ਜਿਹੜੇ ਨੇ ਉਹ ਜਿਹੜੇ ਉਹਨਾਂ ਦੀ ਕਿਰਤ ਨੂੰ ਲੁੱਟਦੇ ਨੇ। ਬਿਲਕੁਲ EMPLOYERS ਨੇ ਜਿਹੜੇ। ਬਿਲਕੁਲ ਅਨੂ ਜੀ। ਜਿਵੇਂ ਆਪਾਂ ਜੇ ਥੋੜੀਆਂ ਐਗਜ਼ਾਮਪਲ ਦੇਣੀਆਂ ਹੁਣ ਕਿ ਕਿਹੜੀਆਂ ਧਿਰਾਂ ਨਾਲ ਨਹੀਂ ਅਸੀਂ ਇਕੱਠੇ ਹੋ ਸਕਦੇ, ਇਹ ਜਿਨ੍ਹਾਂ ਨਾਲ ਇਕੱਠੇ ਹੋ ਗਏ ਤੇ ਹੋ ਗਏ ਨਾ, ਹੋਰ ਵੀ ਯੂਨੀਅਨ ਨਾਲ ਆਉਣਗੀਆਂ, ਉਹਨਾਂ ਨਾਲ ਵੀ ਕੰਮ ਕਰਾਂਗੇ। ਯੂਨੀਅਨਸ ਵੀ ਕਈ ਇੱਥੇ ਹੈਗੀਆਂ ਜਿਨ੍ਹਾਂ ਨਾਲ ਅਸੀਂ ਨਹੀਂ ਇਕੱਠੇ ਹੋ ਸਕਦੇ। ਨਹੀਂ ਇਕੱਠੇ ਹੋ ਸਕਦੇ, ਬਿਲਕੁਲ ਨਹੀਂ ਹੋ ਸਕਦੇ। ਮਤਲਬ ਜਸਟ ਬਿਕੋਜ਼ ਉਹ ਯੂਨੀਅਨ ਹੈ ਦਾ ਮਤਲਬ ਇਹ ਨਹੀਂ ਕਿ ਉਹਨਾਂ ਦਾ ਸਾਰਾ ਕੁਝ ਠੀਕ ਠਾਕ, ਸਾਰਾ ਕੁਝ ਠੀਕ ਠਾਕ। ਬਿਲਕੁਲ 100% ਪੰਜਾਬ ਚ ਵੀ ਬਿਲਕੁਲ ਉਹ ਵੀ ਗੱਲ ਕਰਾਂਗੇ। ਸੋ ਦੋਸਤੋ, ਜਿਵੇਂ ਸੰਸਥਾ ਇੱਕ ਨਵੀਂ ਹੋਂਦ ਦੇ ਵਿੱਚ ਆਈ ਔਰ ਉਹ ਕਹਿ ਰਹੇ ਨੇ ਕਿ ਅਸੀਂ ਪ੍ਰਵਾਸੀਆਂ ਦੀ ਅਸੀਂ ਮਦਦ ਕਰਾਂਗੇ, ਪ੍ਰਵਾਸੀ ਕਾਮਿਆਂ ਦੇ ਸ਼ੋਸ਼ਣ ਦੇ ਵਾਸਤੇ ਵੀ ਅਸੀਂ ਉਹਨਾਂ ਦੀ ਮਦਦ ਕਰਾਂਗੇ, ਔਰ ਉਹਦੇ ਨਾਲ ਜਿਹੜੇ EMPLOYER ਨੇ, ਜਿਹੜੇ ਉਹਨਾਂ ਦੇ EMPLOYER ਨੇ, ਉਹਨਾਂ ਦੇ ਮਸਲੇ ਵੀ ਅਸੀਂ ਉਹਨੂੰ, ਔਰ ਉਹ ਸੰਸਥਾ ਦੇ ਵਿੱਚ ਮਤਲਬ ਅਸੀਂ ਵਿਜ਼ੂਅਲੀ ਉਹ ਚਿਹਰੇ ਵੇਖ ਸਕਦੇ ਹਾਂ ਕਿ ਜਿਹੜੇ ਨੋਨ ਐਕਸਪਲੋਇਟਰ ਨੇ ਔਰ ਮੀਡੀਆ ਦੇ ਵਿੱਚ ਆ ਚੁੱਕੇ ਨੇ। ਬਿਲਕੁਲ। ਸੋ ਅਸੀਂ ਅਗਰ ਉਹ ਹੋ ਜੇ ਫੋਰਮ 'ਚ ਅਸੀਂ ਮਿਲ ਕੇ ਕੰਮ ਕਰਾਂਗੇ, ਸਾਡੇ ਤੋਂ ਵੱਡਾ ਬੇਈਮਾਨ ਤੇ ਹਿਪੋਕ੍ਰਿਟ ਕੋਈ ਨਹੀਂ ਹੋਊਗਾ, ਕੋਈ ਨਹੀਂ ਹੋ ਸਕਦਾ। ਸੋ ਤੁਸੀਂ ਵੀ ਸਵਾਲ ਕਰੋਗੇ ਬਾਅਦ ਦੇ ਵਿੱਚ ਵੀ ਇਹ ਤੁਸੀਂ ਕੀ ਕਰਨ ਡਏ, ਫਿਰ ਤੁਸੀਂ ਇਹਨਾਂ ਨਾਲ ਐਕਸਪਲੋਇਟਰ ਨੇ ਕਿਵੇਂ ਹੱਥ ਬਣਾ ਲਿਆ। ਸੋ ਇਸ ਤੋਂ ਬਾਅਦ ਜਦੋਂ ਈਵਨ ਇਲੈਕਸ਼ਨ ਤੋਂ ਪਹਿਲਾਂ ਵੀ ਜਦੋਂ ਬਿਲਕੁਲ ਸੰਘਰਸ਼ ਚਰਮ ਸੀਮਾ ਤੇ ਸੀਗਾ, ਉਹ ਹੀ ਜਿਹੜੇ ਇੱਥੇ ਦੇ ਸ਼ੋਸ਼ਣ ਕਰਨ ਵਾਲੇ ਨੇ, ਉਹਨਾਂ ਦੇ ਗਾਹਾਂ ਜਿਹੜੇ ਉਹਨਾਂ ਨੇ ਗਾਹਾਂ ਰੱਖੇ ਹੋਏ ਨੇ ਬੋਲਣ ਵਾਲੇ, ਉਹਨਾਂ ਦੇ ਸਪੋਰਟਰ ਕਹਿ ਲਓ, ਡਾਇਰੈਕਟਲੀ ਇਨਡਾਇਰੈਕਟਲੀ ਉਹਨਾਂ ਨਾਲ ਕਨੈਕਟਡ ਨੇ। ਉਹਨਾਂ ਨੇ ਬਹੁਤ ਵੱਡੇ ਲੈਵਲ ਦੇ ਉੱਪਰ ਬਹੁਤ ਘੱਟੋ ਘੱਟ 5-6 ਮਹੀਨੇ ਇਹ ਇੱਕ ਮੁਹਿੰਮ ਚਲਾਈ ਹੈ ਕਿ ਜਿਹੜੇ ਰੂਲ ਸਖਤ ਹੋਏ ਆ, ਇਹ ਮੁਜ਼ਾਹਰਾ ਨੇ ਨੁਕਸਾਨ ਹੋਇਆ, ਇਹ ਜਿਹੜੇ ਲੋਕ ਨੇ ਇਹ ਫਾਇਦਾ ਕਰਨ ਦੀ ਬਜਾਏ ਨੁਕਸਾਨ ਕਰ ਰਹੇ ਨੇ, ਔਰ ਲੰਬੀ, ਔਰ ਉਹਦਾ ਅਸੀਂ ਸਾਨੂੰ ਐਡਮਿਟ ਕਰਨਾ ਚਾਹੀਦਾ ਕਿ ਉਹਦਾ ਅਸਰ ਹੋਇਆ ਆ, ਕਿਉਂਕਿ ਜਿਹੜਾ ਅਖੀਰ ਦੇ ਵਿੱਚ ਅਸੀਂ ਜਿਹੜਾ ਮੁਜ਼ਾਹਰਾ ਕੀਤਾ ਮਾਈਕਲ ਵੁੱਡ ਦਾ, ਉਹਦੇ ਵਿੱਚ ਹਾਰਡਲੀ ਕੋਈ ਵੀ ਨਹੀਂ ਸੀ ਆਇਆ। ਫਿਰ ਅਸੀਂ ਉਦੋਂ ਫੈਸਲਾ ਲਿਆ ਵੀ ਅਸੀਂ ਹੁਣ ਬਾਕੀਆਂ ਨੂੰ ਬੁਲਾਉਣ ਦੀ ਬਜਾਏ ਅਸੀਂ ਆਪਣੇ ਤੌਰ ਦੇ ਉੱਪਰ, ਉਸ ਤੋਂ ਬਾਅਦ ਫਿਰ ਉਹ ਜਿਹੜੀ ਲੇਬਰ ਦੀ ਜਿਹੜੀ ਹੋਈ ਹੈ ਪਾਰਟੀ ਲਾਂਚ ਹੋਇਆ, ਉਹਦੇ ਵਿੱਚ ਫਿਰ ਅਸੀਂ ਆਪਣੇ ਤੌਰ ਤੇ ਯੂਨੀਅਨ ਵਾਲੇ ਸਾਥੀਆਂ ਨੇ ਫਲਾਇਰ ਜਿਹੜੀ ਸੀ ਲੋਕਾਂ ਨੂੰ ਵੰਡੇ, ਉਹਨਾਂ ਨਾਲ ਗੱਲਬਾਤ ਕੀਤੀ। ਕਿਉਂਕਿ ਜਿਨ੍ਹਾਂ ਵਾਸਤੇ ਸੰਘਰਸ਼ ਚੱਲ ਰਹੇ ਹੁੰਦੇ ਆ, ਅਗਰ ਉਹ ਨਾਲ ਨਹੀਂ ਜੁੜਦੇ ਤਾਂ ਫਿਰ ਉਹ ਉੱਥੇ ਸਹੀ ਫੈਸਲਾ ਇਹੋ ਹੀ ਹੁੰਦਾ ਕਿ ਉਹਨੂੰ
ਮੇਰਾ ਖਿਆਲ ਪੌਜ਼ ਲਾਇਆ ਜਾਵੇ ਉਹਦੇ ਤੇ ਫॉर ਅ ਟਾਈਮ ਪੀਰੀਅਡ, ਜਾਂ ਵਾਈਲ ਵੀ ਰੀਅਸੈਸ ਵੀ ਇਹਨੂੰ ਕਿੱਦਾਂ ਕੀਤਾ ਜਾ ਸਕਦਾ ਹੈ, ਕਿਹੜੇ ਪਾਸੇ ਨੂੰ ਇਹ ਜਾ ਸਕਦੀ ਹੈ ਗੱਲ। ਬਿਲਕੁਲ ਬਿਲਕੁਲ। ਸੋ ਉਹ ਤਾਂ ਮਤਲਬ ਹਾਸੋਹੀਣੀ ਗੱਲ ਬਣ ਜੂਗੀ ਕਿ ਅਸੀਂ 2-4 ਜਣੇ ਹਰ ਹਫਤੇ ਬਾਅਦ ਉੱਥੇ ਉੱਠ ਕੇ ਤੁਰ ਪਈਏ। ਬਿਲਕੁਲ 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 ਬਿਲਕੁਲ। ਫਿਰ ਅਸੀਂ ਉਹਨੂੰ ਪੌਜ਼ ਦਿੱਤਾ ਥੋੜਾ ਜਿਹਾ ਵੀ ਚਲੋ ਇਲੈਕਸ਼ਨ ਦਾ ਹੋ ਜਾਵੇ। ਸੋ ਇਹੀ ਜਿਹੜਾ ਇਹ ਸੋਸ਼ਲ ਮੀਡੀਆ ਤੇ ਗਰੁੱਪ ਜਿਹਨੇ ਇਹ ਸਾਰਾ ਕੰਸੈਂਟ ਮੈਨੂਫੈਕਚਰ ਕੀਤੀ, ਇਹ ਵੀ ਹੁਣ ਸਿੰਪਥੀ ਉਹਨਾਂ ਨਾਲ ਕਰ ਰਹੇ ਨੇ ਉਹਨਾਂ ਦੇ ਵਾਸਤੇ। ਮੈਂ ਤੁਸੀਂ ਮੇਰਾ ਇਸ਼ਾਰਾ ਸਮਝ ਜਾਓਗੇ ਇਹ ਕਿਹੜੇ ਕਿਹੜੇ ਗਰੁੱਪ ਨੇ, ਅਸੀਂ ਨਾਂ ਨਹੀਂ ਲੈਣਾ ਇਹਨਾਂ ਦਾ। ਉਹ ਮੈਨੂੰ ਅਨੂ ਜੀ, ਮੈਂ ਇਹਦੇ ਵਿੱਚ ਐਗਜ਼ਾਮਪਲ ਜੇ ਦੇਣੀ ਹੋਵੇ ਨਾ ਤੇ ਬਹੁਤ ਵਧੀਆ ਐਗਜ਼ਾਮਪਲ ਹੈ ਕਿ ਜਦੋਂ ਕਿਸਾਨ ਜਥੇਬੰਦੀਆਂ ਦਾ ਸੰਘਰਸ਼ ਸ਼ੁਰੂ ਹੋਇਆ ਤੇ ਉਗਰਾਹਾਂ ਨੇ ਕਿਹਾ ਕਿ ਅਸੀਂ ਤਾਲਮੇਲ ਕਰਾਂਗੇ, ਕਿਉਂਕਿ ਉਹਦੇ ਵਿੱਚ ਲੱਖੋਵਾਲ ਵਰਗੀਆਂ ਸੰਸਥਾਵਾਂ ਵੀ ਸੀਗੀਆਂ। ਸੋ ਸਾਨੂੰ ਪਤਾ ਹੈ ਕਿ ਜੇ ਅਸੀਂ ਇਹ ਸਾਡੇ ਨਾਲ ਵਿੱਚ ਆਉਣਗੇ ਇਹ ਸਾਨੂੰ ਵੀ ਜਜ਼ਬ ਕਰ ਸਕਦੇ ਆ, ਉਹ ਸਾਨੂੰ ਵੀ ਆਪਣੇ ਵਿੱਚ ਜਜ਼ਬ ਕਰ ਸਕਦੇ ਆ। ਔਰ ਸਾਨੂੰ ਇਸ ਗੱਲ ਦਾ ਪਤਾ ਹੈ ਕਿ ਸੰਘਰਸ਼ ਕਿਸੇ ਪਾਸੇ ਨਹੀਂ ਜਾਣਾ, ਉਹਦਾ ਕਿਸ ਤਣ ਪੱਤਰ ਨਹੀਂ ਲੱਗਣਾ ਹੈਗਾ ਮੁੜ ਕੇ ਉਹ। ਔਰ ਅਸੀਂ ਜਿਹੜੇ ਪੀੜਤ ਨੇ ਇਹ ਸੋਸ਼ਲ ਮੀਡੀਆ ਦੇ ਥਰੂ ਇਹਨਾਂ ਨਾਲ ਜੁੜੇ ਹੋਏ ਨੇ, ਅਸੀਂ ਉਹਨਾਂ ਨੂੰ ਵੀ ਕੌਸ਼ਨ ਕਰਨਾ ਚਾਹੁੰਦੇ ਹਾਂ ਵੀ ਇਹ ਤੁਹਾਡੇ ਹੱਕ ਦੇ ਵਿੱਚ ਇਹ ਲੋਕ ਨਹੀਂ ਹੈਗੇ, ਇਹ ਪਹਿਲਾਂ ਹੀ ਤੁਹਾਡਾ ਨੁਕਸਾਨ ਇਹ ਕਰ ਚੁੱਕੇ ਨੇ ਕਾਫੀ। ਸੋ ਇਹ ਜਿਹੜਾ ਗਰੁੱਪ ਆ ਸੀ ਉਹਦੇ ਵਿੱਚ ਵੀ, ਕਿਉਂਕਿ ਅਗਰ ਅਸੀਂ ਦੇਖੀਏ ਕਿ ਉਹ ਜਿੰਨਾ ਵੀਜ਼ਾ ਪ੍ਰੋਸੈਸਿੰਗ ਡਿਲੇਜ਼ ਵਾਲਾ, ਉਹ ਮੇਰੇ ਦਿਮਾਗ 'ਚ ਇੱਕਦਮ ਗ੍ਰਾਫ ਉਕਰਿਆ ਜਾਂਦਾ ਜਿਸ ਤਰ੍ਹਾਂ ਉਹ ਵੱਧਦਾ ਗਿਆ। ਸਭ ਤੋਂ ਮੈਕਸਿਮਮ ਸੀਗਾ 250 ਦੇ ਕਰੀਬ ਲੋਕ ਜਿਹੜਾ ਸੀ ਮਾਰਚ ਕੀਤਾ ਸੀਗਾ। ਬਿਲਕੁਲ ਉਹ ਬਿਲਕੁਲ ਪੀਕ ਸੀ। ਪੀਕ ਸੀਗਾ। ਤੇ ਉਸ ਤੋਂ ਬਾਅਦ ਫਿਰ ਉਹ ਗ੍ਰਾਫ ਥੱਲੇ ਨੂੰ ਡਿੱਗਦਾ ਕਿਉਂ? ਬਹੁਤ ਵੱਡੇ ਲੈਵਲ ਤੇ ਉਹਨੂੰ ਖਤਮ ਕਰਨ ਵਾਸਤੇ ਕਿਉਂਕਿ ਅਗਰ ਉਹ ਉਸੇ ਲੈਵਲ ਤੇ ਤੁਰਿਆ ਰਹਿੰਦਾ ਤਾਂ ਔਰ ਉਸ ਤੋਂ ਬਾਅਦ ਵੀਜ਼ੇ ਫਾਸਟ ਆਉਣੇ ਸ਼ੁਰੂ ਹੋਏ ਵੀ ਆ ਫॉर ਅ ਟਾਈਮ ਪੀਰੀਅਡ। ਫਿਰ ਉਸ ਤੋਂ ਬਾਅਦ ਕੋਵਿਡ ਵਾਲੇ ਇਸ਼ੂ ਕਰਕੇ ਦੁਬਾਰਾ ਅਸੀਂ ਫਿਰ ਪਿੱਛੇ ਪੈ ਗਏ ਆ, ਪਰ ਉਹ ਜਿਹੜੇ ਪ੍ਰੋਟੈਸਟ ਜਿਹੜੇ ਹੋਏ ਦੇ ਡਿਡ ਮੇਕ ਅ ਡਿਫਰੈਂਸ। ਔਰ ਹਾਂ, ਇਹਦੇ ਤੋਂ ਮੈਨੂੰ ਯਾਦ ਆ ਗਿਆ, ਅਸੀਂ ਸੈਟਰਡੇ ਨੂੰ ਮਿਲੇ ਆ ਇੱਕ ਜੋੜੇ ਨੂੰ, ਜਿਹੜਾ ਉਹ ਲੜਕਾ ਆਉਂਦਾ ਰਿਹਾ ਪ੍ਰੋਟੈਸਟ, ਔਰ ਉਸ ਦਿਨ ਆਪਣੀ ਵਾਈਫ ਨੂੰ ਨਾਲ ਲੈ ਕੇ ਆਇਆ ਸੀਗਾ, ਔਰ ਉਹਦੇ ਆਪਣੇ ਵਰਡ ਸੀਗੇ, ਮਤਲਬ ਉਹ ਸਾਨੂੰ ਇੰਟਰੋਡਿਊਸ ਕਰਨ ਲਈ ਲਿਆਇਆ ਸੀਗਾ ਕਿ ਇਹਨਾਂ ਦੇ ਨਾਲ ਅਸੀਂ ਜਾਂਦੇ ਰਹੇ ਆ ਸੰਘਰਸ਼ 'ਚ। ਤੋ ਮਤਲਬ ਅਸੀਂ ਉਹਨੂੰ ਇੱਕ ਖੁਸ਼ੀ ਵਾਲੀ ਗੱਲ ਮੰਨਦੇ ਹਾਂ। ਰੇਡੀਓ ਤੇ ਵੀ ਆਏ ਸੀ, ਰੇਡੀਓ ਤੇ ਵੀ ਉਹਨਾਂ ਨੇ ਗੱਲਬਾਤ ਕੀਤੀ। ਤੋ ਇਸ ਤਰ੍ਹਾਂ ਹੀ ਵਿੱਚ ਹੋਰ ਵੀ ਲੋਕ ਸਾਡੇ ਨਾਲ ਕੰਟੈਕਟ ਕਰਦੇ ਰਹਿੰਦੇ ਨੇ ਜਦੋਂ ਦੱਸਦੇ ਕਿ ਮੇਰਾ ਵੀਜ਼ਾ ਬਣ ਲੱਗ ਗਿਆ, ਜਾਂ ਮੇਰੀ ਵਾਈਫ ਜਾਂ ਮੇਰੇ ਹਸਬੈਂਡ ਆ ਗਏ, ਉਹਨਾਂ ਨੂੰ ਵੀਜ਼ਾ ਮਿਲ ਗਿਆ। ਤੋ ਓਬਵੀਅਸਲੀ ਉਹ ਲੋਕ ਨਹੀਂ ਚਾਹੁੰਦੇ ਹੁੰਦੇ ਕਿ ਉਹਨਾਂ ਨੂੰ ਹਾਈਲੀ ਪਬਲਿਸਾਈਜ਼ ਕੀਤਾ ਜਾਏ। ਸੋ ਇਸ ਕਰਕੇ ਉਹ ਸਾਡੀ ਰਿਸਟ੍ਰਿਕਸ਼ਨ ਹੁੰਦੀ ਹੈ ਕਿ ਅਸੀਂ ਉਹਨੂੰ ਏਦਾਂ ਸ਼ੇਅਰ ਨਹੀਂ ਕਰ ਸਕਦੇ ਹੁੰਦੇ। ਪਰ ਫਰਕ ਪਿਆ ਉਦੋਂ ਸੰਘਰਸ਼ ਨਾਲ। ਬਿਲਕੁਲ। ਦੂਸਰਾ ਨੂੰ ਜਿਹੜਾ ਇੱਕ ਪੋਲੀਟੀਕਲ ਪਾਰਟੀ ਦੀ ਗੱਲਬਾਤ ਆ, ਹੁਣ ਮੰਨ ਲਓ ਪੰਜਾਬ ਦੇ ਵਿੱਚ ਕਿਸਾਨ ਸੰਘਰਸ਼ ਕਰ ਰਹੇ ਨੇ, ਬੀਜੇਪੀ ਦੇ ਖਿਲਾਫ ਸੰਘਰਸ਼ ਚੱਲ ਰਿਹਾ ਹੈ, ਤੇ ਹੁਣ ਕਾਂਗਰਸ ਨਾਲ ਹੱਥ ਮਿਲਾ ਲੈਣ, ਕਿਉਂਕਿ ਨੀਤੀਆਂ ਜਿਹੜੀਆਂ ਨੇ ਕਾਂਗਰਸ ਦੀਆਂ ਵੀ ਉਹੀ ਨੇ, ਡਾਇਰੈਕਟਲੀ ਜਾਂ ਇਨਡਾਇਰੈਕਟਲੀ। ਸੋ ਇਸ ਮੁਲਕ ਦੇ ਵਿੱਚ ਵੀ ਬਿਲਕੁਲ ਉਹੀ ਰੂਲ ਲਾਗੂ ਹੁੰਦਾ ਹੈ। ਅਸੀਂ ਕਦੇ ਵੀ ਜਿਹੜੀਆਂ ਸੱਜੇ ਪੱਖੀ ਜਿਹੜੀਆਂ ਪਾਰਟੀਆਂ ਨੇ, ਜਿਹੜੀਆਂ ਕਿਉਂਕਿ ਸੰਘਰਸ਼ ਲੇਬਰ ਦੇ ਵਿਰੁੱਧ ਆ, ਉਹ ਨੈਸ਼ਨਲ ਪਾਰਟੀ ਹੋ ਗਈ, ਐਕਟ ਪਾਰਟੀ ਹੋ ਗਈ, ਜਾਂ ਨਿਊਜ਼ੀਲੈਂਡ ਫਸਟ ਹੋ ਗਈ, ਜਾਂ ਹੋਰ ਜਿੰਨੀਆਂ ਵੀ ਇਹ ਰਾਈਟ ਵਿੰਗ, ਉਹ ਉਹਨਾਂ ਦੇ ਖਿਲਾਫ ਸੰਘਰਸ਼ ਕਰਨਗੇ। ਉਹ ਵੀ ਕਰਨਗੇ। ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਉਹਨਾਂ ਦੇ ਕੈਂਪ 'ਚ ਜਾ ਕੇ ਬੈਠ ਕੇ ਜਿਹੜੀਆਂ ਪਾਰਟੀਆਂ ਨੈਸ਼ਨਲ ਐਕਟ ਨਹੀਂ ਬੈਠਾਂਗੇ ਨਹੀਂ ਜੀ। ਸੋ ਇਹੀ ਪੁਆਇੰਟ ਹੈ ਕਿ ਅਸੀਂ ਇਹਨਾਂ ਨਾਲ ਹੱਥ ਨਹੀਂ ਮਿਲਾਵਾਂਗੇ, ਕਦੇ ਵੀ ਨਹੀਂ ਮਿਲਾਂਗੇ। ਸਾਡੇ ਆਪਣੇ ਸਿਧਾਂਤ ਨੇ, ਬਿਲਕੁਲ, ਔਰ ਸਾਡੇ ਸਿਧਾਂਤ ਦੇ ਮੁਤਾਬਕ ਅਸੀਂ ਸ਼ੁਰੂ ਤੋਂ ਅਸੀਂ ਗ੍ਰੀਨ ਪਾਰਟੀ ਦੀ, ਅਸੀਂ ਉਹਨਾਂ ਜਿਹੜੇ ਐਕਟਿਵਿਸਟ ਨੇ ਸਾਡੇ ਮੁਜ਼ਾਹਰਿਆਂ ਦੇ ਵਿੱਚ ਆਉਂਦੇ ਰਹੇ, ਸਾਡੀ ਮਦਦ ਕਰਦੇ ਰਹੇ। ਹੁਣ ਵੀ ਈਵਨ ਜਿਹੜੇ ਸੈਟਰਡੇ ਨੂੰ ਵੀ ਰਿਕਾਰਡੋ ਜਿਹੜੇ ਗ੍ਰੀਨ ਦੇ ਐਮਪੀ ਨੇ ਉਹ ਆਏ, ਉਹਨਾਂ ਨੇ ਬੋਲਿਆ ਵੀ ਉੱਥੇ, ਔਰ ਉਸ ਤੋਂ ਬਾਅਦ ਜਿੰਨੀਆਂ ਮੀਟਿੰਗਾਂ ਹੋਈਆਂ ਉਹਦੇ ਵਿੱਚ ਵੀ ਆਏ ਨੇ ਉਹ। ਸੋ ਅਸੀਂ ਇਹਨਾਂ ਨਾਲ ਵੀ ਅਸੀਂ ਕਦੇ ਹੱਥ ਮਿਲਾ ਕੇ ਨਹੀਂ ਚਲਾਂਗੇ। ਇਹ ਇੱਕ ਸਾਡਾ ਆਪਣਾ ਸਿਧਾਂਤ ਵਾ, ਅਸੀਂ ਕਦੇ ਵੀ ਇਹਨਾਂ ਦੇ ਵਿੱਚ ਇੱਕ ਜਜ਼ਬ ਨਹੀਂ ਹੋਵਾਂਗੇ। ਇੱਕ ਹੋਰ ਗਰੁੱਪ ਹੈ ਜੀ ਜਿਹੜਾ ਮੀਡੀਆ ਵਾਲਾ ਗਰੁੱਪ ਹੈਗਾ। ਕਈ ਤਰ੍ਹਾਂ ਦੇ ਮੀਡੀਆ ਨੇ ਇੱਥੇ, ਮੋਦੀ ਵਾਲਾ ਮੀਡੀਆ ਵੀ ਹੈਗਾ ਇੱਥੇ, ਔਰ ਨੌਨ ਮੋਦੀ ਵਾਲੇ ਵੀ ਹੈਗਾ, ਪੰਜਾਬੀ ਮੀਡੀਆ। ਔਰ ਉਹ ਜਿਹੜਾ ਮਤਲਬ ਉਹ ਔਰੇਂਜ, ਮੈਂ ਕਲਰ ਸਪੈਕਟਰਮ ਦੇਖਦੀ ਵੀ ਔਰੇਂਜ ਤੋਂ ਲੈ ਕੇ ਪੀਲੇ, ਉਹ ਜਿੰਨੇ ਸ਼ੇਡ ਹੁੰਦੇ ਆ ਵਿੱਚ ਸਾਰੇ ਹੈਗੇ ਨੇ। ਸੋ ਉਹ ਵੀ ਟਾਈਮ ਟੂ ਟਾਈਮ ਬੜੀ
ਬੜੀ ਸਿੰਪਥੀ ਕਰਦੇ ਨੇ ਜਿਹੜੇ ਵਰਕਰ ਔਨ ਸ਼ੋਰ ਆਫ ਸ਼ੋਰ, ਔਰ ਉਹਨਾਂ ਨੇ ਵੀ ਦੇਖੋ ਉਹਨਾਂ ਨੇ ਤਾਂ ਸਨਸਨੀਖੇਜ਼ ਉਹਨਾਂ ਨੂੰ ਚਾਹੀਦੀ ਹੁੰਦੀ ਆ, ਖਬਰਾਂ ਲਿਖਣੀਆਂ ਨੇ ਉਹਨਾਂ ਨੇ। ਹਾਂਜੀ, ਸਿੰਪਥੀ ਲੈ ਕੇ ਉਹਨਾਂ ਦਾ ਆਪਣਾ ਏਜੰਡਾ ਹੈ ਔਰ ਉਹਨਾਂ ਦਾ ਇੱਕ ਆਪਣਾ ਇਤਿਹਾਸ ਆ ਕਿ ਕਿਵੇਂ ਆਪਣੀਆਂ ਅਖਬਾਰਾਂ ਦੇ ਵਿੱਚ ਯੂਨੀਅਨ ਦੇ ਖਿਲਾਫ, ਯੂਨੀਅਨ ਦੀ ਮੂਵਮੈਂਟ ਦੇ ਖਿਲਾਫ ਇਸ਼ਤਿਹਾਰ ਛਾਪੇ ਗਏ। ਜਿਹੜੇ ਈਵਨ ਜਿਹੜੇ ਐਕਸਪਲੋਇਟਰ ਸੀਗੇ ਉਹਨਾਂ ਦੀਆਂ ਇੰਟਰਵਿਊ ਕੀਤੀਆਂ ਗਈਆਂ, ਉਹਨਾਂ ਦੀ ਐਕਸਪਲੋਇਟੇਸ਼ਨ ਨੂੰ ਜਸਟੀਫਾਈ ਕੀਤਾ ਗਿਆ, ਟੀਵੀ ਪ੍ਰੋਗਰਾਮ ਕੀਤੇ ਗਏ, ਅਸੀਂ ਉਹਨਾਂ ਦਾ ਨਾਲ ਜਵਾਬ ਵੀ ਦਿੱਤਾ, ਇਹਦੇ ਵਿੱਚ ਕੋਈ ਸ਼ੱਕ ਨਹੀਂਗਾ। ਸੋ ਇਹ ਜਿਹੜਾ ਇੱਕ ਬਹੁਤ ਵੱਡਾ ਗਰੁੱਪ ਆ, ਅਸੀਂ ਉਹਦੇ ਨਾਲ ਵੀ ਕਦੇ ਹੱਥ ਨਹੀਂ ਮਿਲਾਵਾਂਗੇ। ਸੋ ਔਰ ਇੱਕ ਜਿਹੜਾ ਇੱਕ ਹੋਰ ਜਿਹੜਾ ਗਰੁੱਪ ਆ, ਜਿਹੜਾ ਪਿਓਰਲੀ ਜਦੋਂ ਅਸੀਂ ਇੱਥੇ ਮੋਦੀ ਦੇ ਖਿਲਾਫ, ਅਸੀਂ ਸੀਏ ਦੀਆਂ ਖਿਲਾਫ ਰੈਲੀਆਂ ਕੀਤੀਆਂ, ਉਹ ਇੱਕ ਹੋਰ ਜਿਹੜਾ ਗਰੁੱਪ ਬਣਿਆ ਮੋਦੀ ਭਗਤਾਂ ਦਾ, ਉਹਨਾਂ ਦੇ ਨਾਲ ਵੀ ਅਸੀਂ ਕਦੇ ਵੀ ਹੱਥ ਨਹੀਂ ਮਿਲਾਵਾਂਗੇ। ਹਾਂ, ਇਹ ਜਦੋਂ ਵੀ ਅਨੂ ਜੀ ਇਹ ਜਿਹੜੇ ਕਾਮੇ ਪੀੜਤ, ਜਿਹੜੇ ਸ਼ੋਸ਼ਿਤ ਕਾਮੇ ਪੀੜਤ ਆਉਂਦੇ ਨੇ, ਅਸੀਂ ਉਹਨਾਂ ਨੂੰ ਕਦੇ ਨਹੀਂ ਪੁੱਛਦੇ ਕਿ ਤੇਰੀ ਪੋਲੀਟੀਕਲ ਲਾਈਨ ਕੀ ਹੈ, ਤੇਰੀ ਜਾਤ ਕੀ ਹੈ, ਤੇਰਾ ਰੰਗ ਕੀ ਹੈ, ਤੇਰਾ ਧਰਮ ਕੀ ਹੈ। ਅਸੀਂ ਉਹਨਾਂ ਨੂੰ ਕੁਛ ਨਹੀਂ ਪੁੱਛਦੇ, ਪਰ ਇਹ ਸਾਡੇ ਵਿੱਚ ਆ ਕੇ ਜਾਂ ਸਾਡੇ ਨਾਲ ਮਿਲ ਕੇ ਸਾਨੂੰ ਡਿਕਟੇਟ ਨਹੀਂ ਕਰ ਸਕਦੀ ਸਾਡੀ ਨੀਤੀ ਕੀ ਹੋਵੇ। ਇਹ ਬਿਲਕੁਲ ਕਿਉਂਕਿ ਉਹ ਮੁੱਦੇ ਸੇਮ ਹੋ ਸਕਦੇ ਨੇ, ਮੁੱਦੇ ਸਾਂਝੇ ਹੋ ਸਕਦੇ ਨੇ ਕਿਸੇ ਨਾਲ, ਪਰ ਉਹ ਮੁੱਦਿਆਂ ਨੂੰ ਟੈਕਲ ਕਿੱਦਾਂ ਕਰਨਾ, ਉਹਨਾਂ ਤੇ ਕੰਮ ਕਿੱਦਾਂ ਕਰਨਾ, ਉਹ ਸਾਡਾ ਜਿਹੜਾ ਸਿਧਾਂਤ ਆ ਉਹ ਸਾਨੂੰ ਸਿਖਾਉਂਦਾ ਹੈ ਕਿ ਅਸੀਂ ਉਹਦੇ ਤੇ ਕਿੱਦਾਂ ਲੜਨਾ ਆ ਉਹ ਮੁੱਦਿਆਂ ਲਈ ਨਾ। ਸੋ ਉੱਥੇ ਅਸੀਂ ਕੰਪਰੋਮਾਈਜ਼ ਨਹੀਂ ਕਰ ਸਕਦੇ, ਕਦੇ ਵੀ ਨਹੀਂ ਕਰਾਂਗੇ। ਸਾਡਾ ਜਿਹੜਾ ਸਿਧਾਂਤ ਆ ਅਸੀਂ ਉਹਦੇ ਤੋਂ ਸੇਧ ਲੈ ਕੇ ਚੱਲਦੇ ਹਾਂ। ਬਿਲਕੁਲ। ਔਰ ਅਗਰ ਮੈਂ ਕਿਸੇ ਦੇ ਬਰਾਬਰ ਨਹੀਂ ਆਪਣੇ ਆਪ ਨੂੰ ਕਹਿਣ ਲੱਗੀ, ਜਸਟ ਇਤਿਹਾਸ ਚੋਂ ਮੈਨੂੰ ਇੱਕ ਸਡਨਲੀ ਐਗਜ਼ਾਮਪਲ ਯਾਦ ਆ ਗਈ ਆ। ਜਦੋਂ ਉਹ ਨੌਨ ਕੋਆਪਰੇਸ਼ਨ ਮੂਵਮੈਂਟ ਚੱਲਦੀ ਹੈ, ਨਾ ਮਿਲਵਰਤਨ ਅੰਦੋਲਨ, ਜਿਹਦੇ ਚ ਕਿ ਗਾਂਧੀ ਇੰਸਟਰੂਮੈਂਟ ਲਿਆ ਉਹ ਸਾਰਾ ਲੋਕਾਂ ਨੂੰ, ਸਾਰਿਆਂ ਨੂੰ ਸੜਕਾਂ ਤੇ ਉਤਾਰਨ ਲਈ। ਤਾਂ ਉਹ ਜਦੋਂ ਉੱਥੋਂ ਤੱਕ ਪਹੁੰਚ ਜਾਂਦਾ ਆ, ਫਿਰ ਜਿਹੜੇ HSRA ਵਾਲੇ, ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ, ਜਿਹੜਾ ਸ਼ਹੀਦ ਭਗਤ ਸਿੰਘ ਔਰ ਉਹਨਾਂ ਦੇ ਸਾਥੀ, ਉਹ ਉਹਨਾਂ ਨਾਲ ਵਾਰਤਾਲਾਪ ਉਹ ਚਿੱਠੀਆਂ ਰਾਹੀਂ ਕਰਦੇ, ਉਹ ਡਾਕੂਮੈਂਟਡ ਨੇ ਚਿੱਠੀਆਂ, ਕਿ ਮਹਾਤਮਾ ਜੀ ਹੁਣ ਇਸ ਤੋਂ ਬਾਅਦ ਇਹ ਸਾਡਾ ਕੰਮ ਆ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਲੋਕਾਂ ਨੂੰ ਇੱਥੋਂ ਤੱਕ ਲੈ ਆਏ ਹੋ, ਕਿਉਂਕਿ ਉਹਨਾਂ ਨੂੰ ਪਤਾ ਸੀਗਾ ਕਿ ਉਹਨੇ ਗੁੰਮਰਾਹ ਕਰਨਾ ਹੈ ਹੁਣ ਸਾਰਾ ਕੁਛ ਨਾ। ਸੋ ਉਹ ਕਲੀਅਰਲੀ, ਮਤਲਬ ਕਿ ਉਹ ਮੁੱਦਾ ਸੇਮ ਆ, ਪਰ ਹੁਣ ਅਗਲੀ ਜਿਹੜੀ ਉਹਨਾਂ ਦੀ ਨੀਤੀ ਆ ਸੋਸ਼ਲਿਸਟ ਦੀ, ਜਿਹੜੇ ਉਹਨਾਂ ਨੂੰ ਰੈਵੋਲੂਸ਼ਨਰੀ ਜਾਂ ਕਈ ਕੁਛ ਗਲਤ ਵੀ ਕਿਹਾ ਗਿਆ ਉਹਨਾਂ ਨੂੰ ਕਿ ਅੱਤਵਾਦੀ ਨੇ, ਗੈਂਗਸਟਰ ਨੇ, ਆਹ ਨੇ, ਉਹ ਨੇ, ਉਹ ਮਹਾਤਮਾ ਗਾਂਧੀ ਦੇ ਕੈਂਪ ਚੋਂ ਇਹ ਕੁਛ ਕਿਹਾ ਗਿਆ। ਉਹਨਾਂ ਨੇ ਕਿਹਾ ਕਿ ਮਹਾਤਮਾ ਜੀ ਹੁਣ ਸਾਡੀ ਨੀਤੀ ਤੇ ਅਗਰ ਅਸੀਂ ਚੱਲਾਂਗੇ ਤਾਂ ਇਹ ਸਹੀ ਰਹੂਗਾ ਕੰਮ, ਜੇ ਤੁਹਾਡੀ ਉਹ ਗੱਲਬਾਤ ਤੇ ਚੱਲਦੇ ਰਹੇ ਇਹ ਕਿਸੇ ਪਾਸੇ ਨਹੀਂ ਲੱਗਣੀ। ਜੀ ਬਿਲਕੁਲ ਬਿਲਕੁਲ। ਜਦੋਂ ਇਹ ਸੀਏ ਦੇ ਖਿਲਾਫ ਰੈਲੀਆਂ ਹੋਈਆਂ, ਉਹ ਮਾਈਗ੍ਰੈਂਟ ਵਰਕਰ ਐਸੋਸੀਏਸ਼ਨ ਦੇ ਕਈ ਕਮੈਂਟ ਆਏ ਵੀ ਤੁਸੀਂ ਉਹ ਜਿਹੜਾ ਕੰਮ ਕਰਦੇ ਸੀ ਬਹੁਤ ਵਧੀਆ ਸੀ, ਪਰ ਇਹ ਤੁਸੀਂ ਮੋਦੀ ਦੇ ਖਿਲਾਫ ਨਾ ਬੋਲੋ, ਇਹ ਸਾਨੂੰ ਡਿਕਟੇਟ ਨਹੀਂ ਕੀਤਾ ਜਾ ਸਕਦਾ। ਹਾਂਜੀ, ਉਹ ਐਕਚੁਅਲੀ ਠੀਕ ਹੈ, ਜੇ ਉਹਨਾਂ ਦੀ ਮੋਦੀ ਦੇ ਨਾਲ ਕੋਈ ਲਾਇਲਟੀ ਹੈ, ਫਾਈਨ, ਅਸੀਂ ਇਹ ਨਹੀਂ ਕਹਿੰਦੇ ਕਿ ਸਾਨੂੰ ਨਹੀਂ ਡਿਕਟੇਟ ਕਰ ਸਕਦੇ। ਹਾਂ, ਉਹ ਆਪਣੀ ਰੱਖਣ ਬਣਾ ਕੇ ਲਾਇਲਟੀ, ਪਰ ਜਿਹੜੇ ਉਹਨਾਂ ਦੀ ਪੀੜਾ ਆ ਇੱਥੋਂ ਦੀ ਇਮੀਗ੍ਰੇਸ਼ਨ ਕਰਕੇ, ਉਹਦੇ ਤੇ ਬਿਲਕੁਲ ਅਸੀਂ ਉਹਨਾਂ ਦੇ ਨਾਲ ਸਹਿਮਤ ਹਾਂ, ਉਹਨਾਂ ਦੇ ਨਾਲ ਕੰਮ ਕਰਦੇ ਰਵਾਂਗੇ। ਬਿਲਕੁਲ ਅਨੂ ਜੀ। ਔਰ ਇਹਦੇ ਵਿੱਚ ਜਿਹੜੀਆਂ ਸਾਡੀਆਂ ਕੈਂਪੇਨ ਹੁੰਦੀਆਂ ਨੇ, ਉਹਦੇ ਵਿੱਚ ਹਾਂ, ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਲੇਬਰ ਦੇ ਸਪੋਰਟਰ ਵੀ ਆਉਂਦੇ ਨੇ, ਲੇਬਰ ਪਾਰਟੀ ਦੇ, ਪਰ ਉਹ ਸਾਨੂੰ ਇਹ ਨਹੀਂ ਕਹਿੰਦੇ। ਇੱਕ ਐਕਚੁਅਲੀ ਇਨਫੈਕਟ ਮੈਂ ਤੁਹਾਨੂੰ ਐਗਜ਼ਾਮਪਲ ਦੇਣੀ ਚਾਹੁੰਦਾ, ਜਦੋਂ ਵਿਦਿਆਰਥੀ ਡਿਪੋਰਟ ਹੋਣ ਦਾ ਮਸਲਾ ਸੀਗਾ, ਮੈਂ ਨਾਮ ਵੀ ਲੈਣਾ, ਇੰਡੀਅਨ ਵੀਕੈਂਡਰ ਸੀਗਾ ਨਿਊਜ਼ਪੇਪਰ, ਜਦੋਂ ਯੂਨੀਅਨ ਦੇ ਆਫਿਸ ਆਏ ਸੀ, ਮੀਟਿੰਗ ਸੱਦੀ ਸੀਗੀ, ਤੇ ਉਹ ਜਿਹੜਾ ਜਰਨਲਿਸਟ ਸੀਗਾ ਉੱਥੇ ਖੜ ਕੇ ਆ ਕੇ ਵੀ ਤੁਹਾਨੂੰ, ਉਹ ਇੰਡੀਅਨ ਵੀਕੈਂਡਰ ਤੇ ਨਹੀਂ ਸੀ, ਅਸੀਂ ਹਰ ਵਾਰੀ ਸਾਡੀ ਗੱਲ ਹੁੰਦੀ ਆ, ਉਹ ਹੋਰ ਮੀਡੀਆ, ਲੈਟਸ ਨਾਟ ਨੇਮ, ਨਹੀਂ ਸੀ ਉਹ, ਕਿਉਂਕਿ ਉਹ ਹਾਂ ਚਲੋ ਨਾਂ ਨਹੀਂ ਲੈਂਦੇ, ਇੰਡੀਅਨ ਵੀਕੈਂਡਰ ਨਹੀਂ ਸੀਗਾ, ਹੋਰ ਕੋਈ ਸੀਗਾ, ਤੇ ਉਹ ਕਹ ਰਿਹਾ ਵੀ ਤੁਹਾਨੂੰ ਐ ਕਰਨਾ ਚਾਹੀਦਾ। ਉਹ ਜਿਹੜੇ ਵਿਦਿਆਰਥੀ ਉੱਥੇ ਆਏ ਸੀਗੇ, ਉਹਨੂੰ ਆਪਣਾ ਰਸਤਾ ਦਿਖਾਇਆ, ਚੱਲ ਭਾਈ ਆਹ ਦਰਵਾਜ਼ਾ ਨਿਕਲ ਜਾ ਇੱਥੋਂ। ਹਾਂ, ਵਿਦਿਆਰਥੀਆਂ ਨੇ ਖੁਦ ਹੀ ਰਿਫਿਊਜ਼ ਕਰਤਾ ਸੀਗਾ। ਮਾਈਕ ਟ੍ਰੀ ਨੇ ਉਹਨਾਂ ਨੇ ਕਿਹਾ ਕਿ ਡੋਂਟ ਯੂ ਪੈਟਰਨਾਈਜ਼ ਮੀ, ਕਿ ਸਾਡੇ ਆਫਿਸ ਦੇ ਵਿੱਚ ਆ ਕੇ ਤੂੰ ਸਾਨੂੰ ਦੱਸੇਗਾ ਕਿ ਕੀ ਕਰਨਾ। ਹਾਂ, ਬੇਸਿਕਲੀ ਉਹ ਓਪਨਲੀ ਇਹ ਕਹਿ ਰਹੇ ਸੀਗੇ ਕਿ ਇਹ ਯੂਨੀਅਨ ਹੋ ਸਕਦਾ ਸ਼ਾਇਦ ਤੁਹਾਨੂੰ ਗੁੰਮਰਾਹ ਕਰ ਰਹੀ ਹੋਵੇ, ਤੁਸੀਂ ਆਪਣਾ ਸਾਰਾ ਕੁਝ ਪਹਿਲੇ ਪਤਾ ਕਰ ਲਓ, ਜਾਂਚ ਪੜਤਾਲ ਕਰ ਲਓ ਕਿ ਕਿੱਧਰ ਨੂੰ ਜਾ ਰਹੀ ਹੈ ਗੱਲ। ਅੱਛੀ, ਹਾਂਜੀ, ਹਾਂ, ਨਹੀਂ। ਸੋ ਬਿਲਕੁਲ ਅਨੂ ਜੀ, ਬਿਲਕੁਲ ਜੇ ਕੋਈ ਜੈਨੂਇਨਲੀ ਉਹਦੇ ਪੋਲੀਟੀਕਲ
ਉਹਦੇ ਕੀ ਵਿਚਾਰ ਨੇ, ਉਹ ਕਿਸ ਤਰੀਕੇ ਨਾਲ ਸੋਚਦਾ, ਸਾਡਾ ਕੋਈ ਰੌਲਾ ਨਹੀਂ, ਸਾਨੂੰ ਆ ਕੇ ਉਹ ਸਪੋਰਟ ਕਰਨਾ ਚਾਹੁੰਦਾ, ਮੋਰ ਦੈਨ ਵੈਲਕਮ। ਔਰ ਅਸੀਂ ਪਰ ਸਾਡੀ ਜਿਹੜੀ ਨੀਤੀ ਹੈ ਉਹ ਡਿਕਟੇਟ ਨਾ ਕਰੇ ਵੀ ਤੁਸੀਂ ਏਦਾਂ ਕਰੋ ਤੇ ਤੁਸੀਂ ਏਦਾਂ ਕਰੋ, ਤੁਸੀਂ ਇਹਨਾਂ ਨਾਲ ਮਿਲ ਜਾਓ। ਉਹ ਆਪਣੇ, ਜਾਂ ਤੁਸੀਂ ਆਪਣੇ ਤੌਰ ਤੇ ਤੁਸੀਂ ਆਪਣਾ ਵੀ ਜੋ ਵੀ ਤੁਸੀਂ ਸੰਘਰਸ਼ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ। ਸੋ ਇਹ ਇੱਕ ਦੋਸਤੋ ਕਾਰਨ ਨੇ ਕਿ ਅਸੀਂ ਕਈ ਇੱਥੇ ਦੀਆਂ ਹੋਰ ਸੋ ਕਾਲਡ ਲੋਕ ਭਲਾਈ ਵਾਲੀਆਂ ਸੰਸਥਾ ਜਿਨ੍ਹਾਂ ਨਾਲ ਅਸੀਂ ਰਲ ਕੇ ਅਸੀਂ ਬਿਲਕੁਲ ਵੀ ਕੰਮ ਨਹੀਂ ਕਰਨਾ ਚਾਹੁੰਦੇ, ਪਰ 6 ਸੰਸਥਾਵਾਂ ਨਾਲ ਆਲਰੇਡੀ ਅਸੀਂ ਕਰ ਰਹੇ ਹਾਂ। ਔਰ ਇੱਕ ਕੌਂਸਲ ਆਫ ਟ੍ਰੇਡ ਯੂਨੀਅਨ ਦੇ ਨਾਲ ਮੀਟਿੰਗਾਂ ਜਿਹੜੀਆਂ ਚੱਲ ਰਹੀਆਂ ਨੇ, ਇੱਕ ਯੂਨੀਅਨ ਦੀਆਂ ਇੱਕ ਵੱਡੀ, ਔਰ ਇਹਦੇ ਵਿੱਚ ਕਿਸੇ ਨੇ ਕੋਈ ਇਹ ਵੀ ਇੱਕ ਜੀ ਵਿਚਾਰ ਆਉਂਦਾ ਹੈ ਕਿ ਮਾਈਕਲ ਵੁੱਡ ਆਪਣੇ ਉਦੋਂ ਆਫਿਸ ਤੋਂ ਬਾਹਰ ਨਿਕਲ ਕੇ ਸਾਨੂੰ ਮਿਲਣ ਆਇਆ, ਉਹਨਾਂ ਹੱਥ ਮਿਲਾ ਲਿਆ। ਉਹ ਪਹਿਲਾਂ ਯੂਨੀਅਨਿਸਟ ਬੰਦਾ ਸੀਗਾ, ਉਹ ਸਿੰਪਥੀ ਕਰਦਾ ਵੀ ਇਹ ਯੂਨੀਅਨ ਵਾਲੇ ਠੀਕ ਬੰਦੇ ਨੇ, ਹੱਥ ਮਿਲਾ ਲਿਆ ਕਿ ਯੂ ਸ਼ੁਕ ਹੈਂਡਸ, ਮਤਲਬ ਉਹ ਫਿਗਰੇਟਿਵ ਸਪੀਚ ਨਹੀਂ ਕਿ ਤੁਸੀਂ ਉਹਦੇ ਨਾਲ ਰਲ ਗਏ ਹੋ, ਕਿਉਂਕਿ ਇੱਕ ਗੱਲ ਕਲੀਅਰ ਕਰਨ ਦੀ ਲੋੜ ਹੈ। ਇਹ ਜਿਹੜੀ ਇੱਕ ਕੀ ਇਹ ਵੀ ਉਦੋਂ ਤੁਸੀਂ ਪਹਿਲਾਂ ਮੁਜ਼ਾਹਰੇ ਕਰਦੇ ਸੀਗੇ, ਹਾਂ ਪਹਿਲਾਂ ਵੀ ਤਾਂ ਲੇਬਰ ਦੇ ਖਿਲਾਫ ਹੀ ਕਰਦੇ ਸੀਗੇ, ਹੁਣ ਕਿਉਂ ਨਹੀਂ ਗਵਰਨਮੈਂਟ ਕਰਾਂਗੇ ਭਰਾਵੋ, ਸਭ ਕੁਝ ਕਰਾਂਗੇ। ਹਾਂ, ਉਦੋਂ ਹਲੇ ਕੈਬਨਿਟ ਵੀ ਅਨਾਉਂਸ ਨਹੀਂ ਸੀ ਹੋਇਆ, ਸਾਨੂੰ ਕਿ ਪਹਿਲਾਂ ਪਤਾ ਤੇ ਲੱਗ ਜਾਵੇ ਕਿ ਮੰਤਰੀ ਕੌਣ ਨੇ, ਕਿਹੜੇ ਨੇ। ਇਹ ਜਿਹੜਾ ਇੱਕ ਜਿਹੜੀ ਰਾਏ ਜਿਹੜੀ ਵਿਰੋਧ ਚ ਬਣਾਈ ਜਾ ਰਹੀ ਹੈ, ਉਹਦੇ ਤੋਂ ਆਪਾਂ ਨੂੰ ਬਹੁਤ ਸਾਵਧਾਨ ਹੋਣਾ ਰਹੂਗਾ। ਔਰ ਅਸੀਂ ਇਹ ਗੱਲ ਤੁਹਾਨੂੰ ਕਹਿ ਸਕਦੇ ਹਾਂ, ਕਾਮਿਆਂ ਨੂੰ ਅਸੀਂ ਗੱਲ ਕਹਿ ਸਕਦੇ ਹਾਂ ਕਿ ਅਸਲ ਦੇ ਵਿੱਚ ਬਹੁਤ ਸਾਰੇ ਗਰੁੱਪ ਇਹੋ ਜਿਹੇ ਨੇ, ਖਾਸ ਕਰਕੇ ਜਿਨ੍ਹਾਂ ਦੇ ਵਿੱਚ ਸ਼ੋਸ਼ਣ ਕਰਨ ਵਾਲੇ ਸ਼ਾਮਲ ਨੇ, ਉਹ ਕਦੇ ਵੀ ਨਹੀਂ ਚਾਹਣਗੇ ਤੁਸੀਂ ਪੱਕੇ ਹੋ ਜਾਓ, ਕਦੇ ਵੀ ਨਹੀਂ ਚਾਹਣਗੇ। ਉਹਨਾਂ ਦਾ ਕੋਈ ਇਹੋ ਜਿਹਾ ਇਰਾਦਾ ਨਹੀਂ ਹੈ। ਉਹ ਸਿਰਫ ਤੇ ਸਿਰਫ ਸੰਸਥਾਵਾਂ ਇਸ ਕਰਕੇ ਬਣੀਆਂ ਨੇ, ਜਿਹੜਾ ਖਾਸ ਕਰਕੇ ਭਾਰਤੀ ਭਾਈਚਾਰੇ ਦੇ ਵਿੱਚ ਜਿਹੜਾ ਯੂਨੀਅਨ ਦਾ ਵੱਧਦਾ ਪ੍ਰਭਾਵ ਹੈ, ਉਹਨੂੰ ਸਨੱਬ ਕਰਨ ਵਾਸਤੇ, ਉਹਨੂੰ ਖਤਮ ਕਰਨ ਵਾਸਤੇ ਉਹ ਜਿਹੜੀਆਂ ਜਥੇਬੰਦੀਆਂ ਬਣਾਈਆਂ ਨੇ। ਔਰ ਮੈਨੂੰ ਇਸ ਗੱਲ ਦਾ ਵੀ ਸਾਨੂੰ ਪਤਾ ਲੱਗਿਆ ਕਿ ਈਵਨ ਪੰਜਾਬ ਦੇ ਵਿੱਚ ਵੀ ਉਹਨਾਂ ਨੂੰ ਪ੍ਰਭਾਵਿਤ ਕੀਤਾ ਜਾ ਰਿਹਾ ਹੈ ਵੀ ਇਹਨਾਂ ਦੇ ਯੂਨੀਅਨ ਦੇ ਨਾਲ ਨਾ ਰਹੋ, ਇਹ ਤੁਹਾਡਾ ਨੁਕਸਾਨ ਕਰਨਗੇ, ਇਹਨਾਂ ਨੇ ਪਹਿਲਾਂ ਵੀ ਰੈਲੀਆਂ ਨਾਲ ਨੁਕਸਾਨ ਕੀਤਾ, ਇਹ ਉਹ ਸਾਰੀ ਗੱਲਬਾਤ। ਮੇਰਾ ਖਿਆਲ ਹੈ ਕਿ ਆਪਾਂ ਇਹ ਟੌਪਿਕ ਤੇ ਕਾਫੀ ਲੰਬਾ ਸਮਾਂ ਗੱਲ ਕਰ ਸਕਦੇ ਹਾਂ, ਪਰ ਮੈਂ ਇਹ ਕਹਿੰਦੀ ਹਾਂ ਕਿ ਆਪਾਂ ਲੋਕਾਂ ਤੇ ਛੱਡੀਏ ਗੱਲ, ਲੋਕ ਸਿਆਣੇ ਨੇ, ਖੁਦ ਦੇਖਦੇ ਨੇ। ਕਿਉਂਕਿ ਜੋ ਕੁਛ ਮੈਂ ਬਹੁਤਾ ਸਮਾਂ ਨਹੀਂ ਲਾਉਂਦੀ ਮੈਂ ਸੋਸ਼ਲ ਮੀਡੀਆ ਤੇ, ਪਰ ਜਿੰਨਾ ਕੁ ਦੇਖਦੀ ਹਾਂ ਉਹਦੇ ਚੋਂ ਮੈਨੂੰ ਉਹ ਇੱਕ ਸਨੈਪਸ਼ਾਟ ਮਿਲ ਜਾਂਦਾ ਹੁੰਦਾ ਕਿ ਲੋਕ ਜਿਹੜੇ ਨੇ, ਪਹਿਲਾਂ ਇਹ ਸੀਗਾ, ਅੱਜ ਤੋਂ ਅਗਰ 2 ਸਾਲ ਪਹਿਲਾਂ ਚੱਲ ਜਾਓ, ਕਿ ਅਸੀਂ ਕਾਫੀ ਗੱਲਾਂ ਦਾ ਜਵਾਬ ਦਿੰਦੇ ਸੀ। ਹੁਣ ਜਿਹੜੇ ਲੋਕ ਨੇ ਜਾਗਰੂਕ ਨੇ, ਜਾਂ ਉਹ ਜਿਹੜੇ ਸਮਝਦੇ ਆ ਕਿ ਅਸੀਂ ਕੀ ਕਰ ਰਹੇ ਹਾਂ, ਯੂਨੀਅਨ ਕੀ ਕਰ ਰਹੀ ਹੈ, ਉਹਨਾਂ ਨੇ ਜਵਾਬ ਦੇਣੇ ਸ਼ੁਰੂ ਕਰ ਦਿੱਤੇ ਨੇ ਵਿਰੋਧੀਆਂ ਦੇ। ਔਰ ਅਸੀਂ ਨਹੀਂ ਕਿਸੇ ਨੂੰ ਵੀ ਕਹਿ ਰਹੇ ਹੁੰਦੇ ਕਿ ਤੁਸੀਂ ਜਵਾਬ ਦਿਓ, ਸਾਡੇ ਕੋਲ ਸਿਰ ਖੁਰਕਣ ਦੀ ਵੇਲ ਨਹੀਂ, ਇੰਨਾ ਕੰਮ ਹੁੰਦਾ ਆ ਕਿ ਅਸੀਂ ਇੰਨਾ ਸਮਾਂ ਨਹੀਂ ਕਿ ਕਿਸੇ ਨੂੰ ਜਾ ਕੇ ਪਲਾਂਟ ਕਰੀਏ ਕਿਤੇ ਕਿ ਫਲਾਨੀ ਪੋਸਟ ਦੇਖੀ ਤੇ ਉੱਥੇ ਕਮੈਂਟ ਕਰੀ। ਅਸੀਂ ਇਸ ਤਰੀਕੇ ਨਾਲ ਕੰਮ ਨਹੀਂ ਕਰਦੇ। ਜਿੱਥੇ ਸਾਨੂੰ ਇੰਨਾ ਸਟਰੋਂਗਲੀ ਮਹਿਸੂਸ ਕਰਦੇ ਹਾਂ, ਅਸੀਂ ਖੁਦ ਉੱਥੇ ਓਪਨਲੀ ਡਟ ਕੇ ਲਿਖਦੇ ਹਾਂ। ਸੋ ਲੋਕਾਂ ਨੇ ਜਵਾਬ ਦੇਣੇ ਸ਼ੁਰੂ ਕਰ ਦਿੱਤੇ ਆ ਇਹਨਾਂ ਨੂੰ, ਜਿਹੜਾ ਲੋਟੂ ਲਾਣਾ ਆ ਜਿਹੜਾ। ਕੋਈ ਸ਼ੱਕ ਨਹੀਂ। ਮੈਨੂੰ ਆਪਣੇ ਸਾਥੀ ਜੋਗਿੰਦਰ ਸਿੰਘ ਗੁਰਾਹਾਂ ਦੀ ਗੱਲ ਯਾਦ ਆ ਰਹੀ ਹੈ। ਉਹ ਕਹਿੰਦੇ ਕਿ ਅਸੀਂ ਆਪਣੀ ਮਾਈਗ੍ਰੈਂਟ ਵਰਕਰ ਐਸੋਸੀਏਸ਼ਨ, ਅਸੀਂ ਸੰਸਥਾ ਵੱਲੋਂ ਜਾਂ ਉਗਰਾਹਾਂ ਵੱਲੋਂ ਅਸੀਂ ਜੋ ਕਹੀ ਜਾਈਏ ਵੀ ਅਸੀਂ ਵੇਖਦੇ ਨਹੀਂ ਤੇ ਅਸੀਂ ਝੁਕਦੇ ਨਹੀਂ, ਇਹ ਗੱਲ ਜਿੰਨੀ ਮਰਜ਼ੀ ਵਾਰੀ ਕਹੀਏ ਮੈਂ ਨਹੀਂ ਰੱਖਦੀ। ਜਦੋਂ ਤੱਕ ਜਿਹੜੇ ਸਾਡੇ ਨਾਲ ਜਿਹੜੇ ਜੁੜੇ ਹੋਏ ਨੇ, ਜਦੋਂ ਤੱਕ ਉਹ ਨਹੀਂ ਕਹਿੰਦੇ ਉਹ ਸਾਡੀ ਸਪੋਰਟ ਇਸ ਮਾਮਲੇ 'ਚ ਕਰਦੇ, ਉਹ ਮੈਂ ਨਾ ਉੱਥੇ ਗੱਲ ਰੱਖਦੀ ਹੈ। ਔਰ ਉਹ ਜਦੋਂ ਉੱਥੇ ਸਾਥੀ ਗੁਰਾਹਾਂ ਬੈਠੇ ਹੋਏ ਸੀਗੇ, ਉਹਨਾਂ ਨੂੰ ਕਿਹਾ ਵੀ ਹਾਂ ਜਿਹੜੇ ਮੇਰੇ ਨਾਲ ਇੱਥੇ ਬੈਠੇ ਹੋਏ ਨੇ, ਇਹਨਾਂ 'ਚ ਵੀ ਬੰਦੇ ਹੈਗੇ ਜਿਨ੍ਹਾਂ ਨੂੰ ਸਾਡੇ ਤੇ ਵਿਸ਼ਵਾਸ ਨਹੀਂ ਹੈਗਾ, ਪਰ ਇਹ ਹੈਗਾ, ਇਹ ਬਿਲਕੁਲ ਇਹ ਸੱਚ ਆ। ਪਰ ਉਹ ਅਸੀਂ ਲੰਬੇ ਸਮੇਂ ਤੋਂ ਜਦੋਂ ਅਸੀਂ ਸੰਘਰਸ਼ ਕਰਾਂਗੇ, ਆਪਣੇ ਆਪ ਨੂੰ ਅਸੀਂ ਪ੍ਰੂਵ ਕਰਾਂਗੇ, ਲੋਕਾਂ ਦੇ ਵਿੱਚ ਉਹ ਜਿਹੜੀ ਰਾਏ ਆ, ਪੋਜ਼ਿਟਿਵ ਰਾਏ ਕਾਇਮ ਹੋਊਗੀ। ਔਰ ਮੇਰਾ ਖਿਆਲ ਆ ਵੀ ਜਿੰਨਾ ਹੁਣ ਤੱਕ ਕੰਮ ਕੀਤਾ ਪੋਜ਼ਿਟਿਵਲੀ, ਔਰ ਉਹਦੇ ਬਹੁਤ ਸਾਰੇ ਸੰਘਰਸ਼ਾਂ ਦੇ ਪੋਜ਼ਿਟਿਵ ਨਤੀਜੇ ਆਏ ਨੇ। ਬਿਲਕੁਲ। ਔਰ ਜਿਹੜੇ ਉਹ ਮੈਂ ਕਿਹਾ ਬੌਬ ਮਾਰਲੀ ਦੇ ਗਾਣੇ ਦੀ ਇੱਕ ਲਾਈਨ ਹੈ ਕਿ ਯੂ ਕਾਂਟ ਫੂਲ ਆਲ ਦ ਪੀਪਲ ਆਲ ਦ ਟਾਈਮ, ਕਿ ਤੁਸੀਂ ਲੋਕਾਂ ਦੀਆਂ ਅੱਖਾਂ 'ਚ ਹਰ ਵੇਲੇ ਘੱਟਾ ਨਹੀਂ ਪਾ ਸਕਦੇ ਹੁੰਦੇ, ਇਸ ਕਰਕੇ ਲੋਕਾਂ ਨੂੰ ਦਿਸਦਾ ਆ ਕਿ ਕੌਣ ਕੀ ਕਰ ਰਿਹਾ ਹੈ। ਉਹ ਦੀਪ ਸਿੱਧੂ ਵੀ ਇਲਜ਼ਾਮ ਲਾਉਂਦਾ ਨਾ ਵੀ ਕਿਸਾਨ ਜਥੇਬੰਦੀਆਂ ਵਾਲੇ ਪਰਦੇ ਪਿੱਛੇ ਇਹ ਮੀਟਿੰਗਾਂ ਕਰਦੇ ਨੇ, ਮਤਲਬ ਕਹਿ ਰਿਹਾ ਵੀ ਇਹ ਉਹਨਾਂ ਨਾਲ ਮਿਲ ਚੁੱਕਿਆ। ਸੋ ਗੱਲਬਾਤ ਹੁਣ ਜੇ ਆਪਣੀ ਨੀਤੀ ਤੈਅ ਕਰਨ ਲਈ ਤੇ ਹਰ ਕੋਈ ਪਰਦੇ ਦੇ ਪਿੱਛੇ ਮੀਟਿੰਗ ਕਰੂਗਾ, ਕਿਉਂਕਿ ਤੁਸੀਂ ਪੂਰੇ ਜੱਗ ਜ਼ਾਹਿਰ ਨਹੀਂ ਕਰ ਦੇਣਾ ਹੁੰਦਾ। ਕਿਉਂਕਿ ਜਦੋਂ ਕਿਸੇ
ਜਿਹੜੀ ਸਥਾਪਤੀ ਆ ਹਾਂਜੀ। ਇੱਕ ਬੜਾ ਵੱਡਾ ਸਟਰਕਚਰ ਆ। ਹਾਂ। ਜਦੋਂ ਅਸੀਂ ਉਹਦੇ ਮੁਕਾਬਲੇ ਜਾਂ ਈਵਨ ਜਿਹੜੀਆਂ ਭਾਰਤ ਦੀਆਂ ਕਿਸਾਨਾਂ ਦੀਆਂ ਕਿਸਾਨ ਜਥੇਬੰਦੀਆਂ ਉਹ ਅਸੀਂ ਕਾਫੀ ਛੋਟੀਆਂ ਕਹਿ ਸਕਦੇ ਹਾਂ ਇਨ ਸਰਟਨ ਰਿਸਪੈਕਟਸ। ਜਦੋਂ ਉਹਨਾਂ ਨੇ ਉਹ ਏਡੀ ਵੱਡੀ ਸਥਾਪਤੀ ਦਾ ਵਿਰੋਧ ਕਰਨਾ ਆ, ਆਪਣੀ ਨੀਤੀ ਉਹ ਪਬਲਿਕ 'ਚ ਬੈਠ ਕੇ ਨਹੀਂ ਤੈਅ ਕਰਨਗੇ, ਪਰਦਿਆਂ ਪਿੱਛੇ ਬਹਿ ਕੇ ਉਹ ਮੀਟਿੰਗ ਕਰਕੇ ਆਪਣੀ ਨੀਤੀ ਆਪਸ 'ਚ ਤੈਅ ਕਰਨਗੇ ਨਾ। ਬਿਲਕੁਲ 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 ਅਨੂ ਜੀ, ਬਿਲਕੁਲ। ਸੋ ਅਸੀਂ ਗੱਲ ਇੱਥੇ ਹੀ ਖਤਮ ਕਰਦੇ ਹਾਂ ਕਿ ਇੱਕ ਪ੍ਰਵਾਸੀ ਕਾਮਿਆਂ ਦੀ ਯੂਨੀਅਨ ਹੋਣ ਕਰਕੇ ਇੱਥੇ ਸਾਡੇ ਬਹੁਤ ਇੱਕ ਸੰਸਥਾਪਕ ਤੌਰ ਦੇ ਉੱਪਰ ਬਹੁਤ ਵੱਡੇ ਵਿਰੋਧੀ ਹੈਗੇ ਨੇ। ਉਹ ਹਰ ਇੱਕ ਹੀਲਾ ਵਰਤਦੇ ਨੇ, ਸਹੀ ਆਈਡੀਆਂ ਤੋਂ, ਫੇਕ ਆਈਡੀਆਂ ਤੋਂ, ਅਖਬਾਰਾਂ ਦੇ ਥਰੂ, ਚੈਨਲਾਂ ਦੇ ਥਰੂ ਉਹ ਹਰ ਇੱਕ ਹੀਲਾ ਵਰਤਨੇ ਵੀ ਇਹਨਾਂ ਦੇ ਨਾਲ ਘੱਟ ਤੋਂ ਘੱਟ ਲੋਕ ਜੁੜਨ ਔਰ ਜਿਹੜੇ ਚੱਲਦੇ ਸੰਘਰਸ਼ ਆ ਉਹਨਾਂ ਨੂੰ ਕਿਵੇਂ ਤਾਰ ਪੀੜੋ ਕੀਤਾ ਜਾਵੇ। ਅਸੀਂ ਸਿਰਫ ਇਹ ਕਹਿਣਾ ਚਾਹੁੰਦੇ ਹਾਂ ਵੀ ਇਹਨਾਂ ਲੋਕਾਂ ਤੋਂ ਸਾਵਧਾਨ ਰਹੋ। ਜਿੱਥੇ ਤੁਸੀਂ ਇਹਨਾਂ ਦੇ ਫੇਸਬੁੱਕ ਤੇ ਤੁਸੀਂ ਕਮੈਂਟ ਕਰਦੇ ਹੋ, ਇਹਨਾਂ ਥੋੜਾ ਇਤਿਹਾਸ ਜਾਣੋ ਵੀ ਅਸਲ ਦੇ ਵਿੱਚ ਹੈ ਕੀ ਨੇ। ਬਾਕੀ ਜਿਹੜੇ ਫੇਕ ਆਈਡੀਆਂ ਵਾਲੇ ਨੇ ਤੇ ਉਹਨਾਂ ਦੇ ਖੈਰ ਲੱਭਣਾ ਬਹੁਤ ਔਖਾ ਹੈ। ਸੋ ਹਾਂ, ਆਪਾਂ ਆਪਣੇ ਅਗਲੇ ਟੌਪਿਕ ਔਰ ਅਗਲੇ ਬੁਲਾਰੇ ਤੇ ਜਾਣ ਤੋਂ ਪਹਿਲਾਂ ਇੱਕ ਵਾਰੀ ਸਾਰੇ ਸਰੋਤਿਆਂ ਨੂੰ ਦੱਸ ਦਈਏ ਕਿ ਖਾਸ ਕਰਕੇ ਜਿਹੜੇ ਆਫਸ਼ੋਰ ਫਸੇ ਹੋਏ ਨੇ ਉਹਨਾਂ ਨੂੰ ਰਿਕੁਐਸਟ ਹੈ ਕਿ ਆਉਂਦੀ 17 ਨਵੰਬਰ ਮੰਗਲਵਾਰ ਦਿਨ ਨਵੀਂ ਦਿੱਲੀ ਨਿਊਜ਼ੀਲੈਂਡ ਐਮਬੈਸੀ ਹੈ ਜਿਹੜੀ ਚਾਣਕਿਆਪੁਰੀ, ਉੱਥੇ ਸਾਰੇ ਇਕੱਠੇ ਹੋਣ ਜਾ ਰਹੇ ਨੇ, ਆਪਣੀਆਂ ਮੰਗਾਂ ਰੱਖਣਗੇ ਨਿਊਜ਼ੀਲੈਂਡ ਸਰਕਾਰ ਨੂੰ। ਸੋ ਉਹ ਮੰਗਾਂ ਜਗਦੀਪ ਸਿੰਘ ਪਹਿਲਾਂ ਗੱਲ ਕਰਕੇ ਗਏ, ਮੰਗਾਂ ਇਹ ਨੇ ਕਿ ਜਿਹੜੇ ਵੀਜ਼ਾ ਐਕਸਪਾਇਰ ਹੋ ਚੁੱਕੇ ਨੇ ਆਫਸ਼ੋਰ ਵਾਲਿਆਂ ਦੇ ਉਹ ਐਕਸਟੈਂਡ ਕੀਤੇ ਜਾਣ। ਉਸ ਤੋਂ ਬਾਅਦ ਜਿਹੜੇ ਸਾਰੇ ਸਟਕ ਨੇ ਉਹਨਾਂ ਨੂੰ ਵਾਪਸ ਬੁਲਾਇਆ ਜਾਵੇ। ਔਰ ਕਿਉਂਕਿ ਇਹ ਬਹਾਨਾ ਵਰਤਿਆ ਜਾਂਦਾ ਕਿ ਜਿਹੜੀ ਆਈਸੋਲੇਸ਼ਨ ਦੀ ਕਪੈਸਿਟੀ ਇੰਨੀ ਨਹੀਂ ਹੈ ਕਿ ਸਾਰਿਆਂ ਨੂੰ ਇੱਕਦਮ ਵਾਪਸ ਲਾਈਏ, ਸੋ ਆਈਸੋਲੇਸ਼ਨ ਦੀ ਕਪੈਸਿਟੀ ਜਿਹੜੀ ਆ ਉਹ ਵਧਾਈ ਜਾਵੇ। ਉਹਦੇ 'ਚ ਸਾਫ਼ ਆ ਕਿ ਟੂਰਿਸਟ ਨਹੀਂ ਆ ਰਹੇ ਜਦੋਂ ਤੋਂ ਲੋਕਡਾਊਨ ਆ, ਇਸ ਲਈ ਹੋਟਲਾਂ ਦੇ ਹੋਟਲ ਖਾਲੀ ਪਏ ਨੇ। ਸੋ ਉਹ ਕੰਮ ਹੋ ਸਕਦਾ ਆ। ਤੋ ਜਿਹੜੇ ਸਾਡੇ ਸਾਥੀ ਸਟਕ ਨੇ ਆਫਸ਼ੋਰ ਉਹਨਾਂ ਵਾਸਤੇ 2 ਕੰਟੈਕਟ ਨੰਬਰ ਨੇ। ਸੋ ਜਗਦੀਪ ਸਿੰਘ ਜਿਹੜੇ ਸਾਡੇ ਨਾਲ ਗੱਲਬਾਤ ਕਰ ਰਹੇ ਸੀ ਉਹ ਪਟਿਆਲਾ ਬੇਸਡ ਨੇ, ਉਹਨਾਂ ਦਾ ਨੰਬਰ ਹੈ ਜੀ 99 155 58 637 9915558637। ਔਰ ਜਲੰਧਰ ਹੁਸ਼ਿਆਰਪੁਰ ਏਰੀਏ ਤੋਂ ਪਰਮਿੰਦਰ ਸਿੰਘ ਨੇ, ਉਹਨਾਂ ਦਾ ਨੰਬਰ ਆ 98 76 94 64 9876946479। ਤੋ ਜਿਹੜੇ ਸਟਕ ਨੇ ਇਹਨਾਂ ਦੋਵਾਂ ਨਾਲ ਜ਼ਰੂਰ ਰਾਬਤਾ ਕਰੋ, ਤੁਹਾਨੂੰ ਫੇਸਬੁੱਕ ਤੇ ਵੀ ਮਿਲ ਜਾਣਗੇ। ER ਪਰਮਿੰਦਰ ਸਿੰਘ ਔਰ ਜਗਦੀਪ ਢਿੱਲੋਂ ਇਹਨਾਂ ਦੀ ਆਈਡੀ ਹੈ। ਤੋ ਇਹਨਾਂ ਨੂੰ ਰੀਚ ਆਊਟ ਕਰੋ ਤਾਂ ਕਿ 17 ਨਵੰਬਰ ਨੂੰ ਇੰਨਾ ਵੱਡਾ ਇਕੱਠ ਹੋਵੇ ਕਿ ਨਿਊਜ਼ੀਲੈਂਡ ਸਰਕਾਰ ਨੂੰ ਇਗਨੋਰ ਕਰਨਾ ਮੁਸ਼ਕਲ ਹੋ ਜਾਵੇ। ਔਰ ਉਹਦੇ ਨਾਲ ਸਾਨੂੰ ਵੀ ਬਹੁਤ ਤਾਕਤ ਮਿਲੂਗੀ। ਬਿਲਕੁਲ ਬਿਲਕੁਲ। ਅਸੀਂ ਅਲੋਂਗ ਸਾਈਡ ਇੱਥੇ ਪਟੀਸ਼ਨ 'ਚ ਸਾਡੀ ਵੀ ਉਹ ਮੰਗ ਹੈਗੀ ਹੈ ਕਿ ਜਿਹੜੇ ਆਫਸ਼ੋਰ ਸਟਕ ਨੇ ਉਹਨਾਂ ਨੂੰ ਜਸਟ ਲਾਈਕ ਸਿਟੀਜ਼ਨਸ ਵਾਪਸ ਬੁਲਾਇਆ ਜਾਵੇ। ਸੋ ਬਿਲਕੁਲ ਸਾਡੇ ਜਿਹੜਾ ਇੱਥੇ ਜੋ ਚੱਲ ਰਿਹਾ ਉਹਨੂੰ ਵੀ ਹੋਰ ਤਾਕਤ ਡੈਫੀਨਿਟਲੀ ਮਿਲੂਗੀ। ਬਿਲਕੁਲ ਅਨੂ ਜੀ, ਜਗਦੀਪ ਸਿੰਘ ਨਾਲ ਕਨਵਰਸੇਸ਼ਨ ਗੱਲਬਾਤ ਕਰਦਿਆਂ ਕਸ਼ਮੀਰ ਸਿੰਘ ਘੁੱਗਸ਼ੁਰ ਦਾ ਨਾਂ ਆਇਆ। ਅਸੀਂ ਆਪਣੇ ਵੱਲੋਂ ਇਹ ਜਿਹੜੇ ਰੇਡੀਓ ਲਗਾਤਾਰ ਸੁਣਦੇ ਨੇ, ਅਸੀਂ ਉਹਨਾਂ ਨਾਲ ਵੀ ਕਈ ਵਾਰੀ ਮੁਲਾਕਾਤ ਕੀਤੀ ਹੈ। ਪੇਂਡੂ ਮਜ਼ਦੂਰ ਯੂਨੀਅਨ ਤੋਂ ਨੇ, ਪੇਂਡੂ ਮਜ਼ਦੂਰ ਯੂਨੀਅਨ ਤੋਂ ਸਾਥੀ ਕਸ਼ਮੀਰ ਸਿੰਘ ਘੁੱਗਸ਼ੁਰ ਜਿਹੜੇ ਇਹ ਨੌਜਵਾਨਾਂ ਨੂੰ ਉੱਥੇ ਪ੍ਰੋਤਸਾਹਨ, ਔਰ ਉਹਨਾਂ ਨੇ ਉਹ ਮੇਰਾ ਖਿਆਲ ਖੁਦ ਬਖੁਦ ਕੀਤਾ। ਅਸੀਂ ਕਾਫੀ ਦੇਰ ਤੋਂ ਉਹਨਾਂ ਨਾਲ ਗੱਲਬਾਤ ਸਾਡੀ ਡਾਇਰੈਕਟਲੀ ਹੋਈ ਨਹੀਂ ਹੈ ਸਾਥੀ ਹੋਰਾਂ ਨਾਲ। ਹਾਂ, ਸੋ ਉੱਥੇ ਮਤਲਬ ਕਿ ਉਹਨਾਂ ਨੇ ਇਹ ਜ਼ਰੂਰੀ ਸਮਝਿਆ ਕਿ ਇਹ ਮਦਦ ਕਰਨੀ ਚਾਹੀਦੀ। ਔਰ ਨੌਜਵਾਨ ਭਾਰਤ ਸਭਾ ਨੇ ਵੀ ਇਹਦੇ ਵਿੱਚ ਬਿਲਕੁਲ ਨੌਜਵਾਨ ਭਾਰਤ ਸਭਾ ਜਿਹੜੀ ਭਗਤ ਸਿੰਘ ਹੋਰਾਂ ਦੀ ਸ਼ੁਰੂ ਕੀਤੀ ਹੋਈ ਉਹ ਹੀ ਨੌਜਵਾਨ ਭਾਰਤ ਸਭਾ ਆ। ਸੋ ਜਿੰਨੀਆਂ ਮਰਜ਼ੀ ਲੋਕ ਕੋਸ਼ਿਸ਼ਾਂ ਕਰ ਲੈਣ ਕਿ ਇਹ ਜਿਹੜੇ ਕੰਮ ਨੇ ਜਿਹੜੇ ਖੱਬੇ ਪੱਖੀ ਨੇ ਯੂਨੀਅਨਸ ਨੇ ਉਹਨਾਂ ਤੋਂ ਬਿਨਾਂ ਕਰ ਲਾਂਗੇ, ਕਿਤੇ ਨਾ ਕਿਤੇ ਉਹ ਵਾਲਾ ਜਿਹੜਾ ਇੱਕ ਇੰਪੋਰਟੈਂਟ ਅੰਸ਼ ਆ ਉਹ ਆਊਗਾ। ਉਹੀ ਲੋਕ ਆਉਣਗੇ ਤੁਹਾਡੀ ਸਪੋਰਟ ਤੇ, ਅਖੀਰ ਤੱਕ ਨਾਲ ਰਹਿਣਗੇ। ਜੀ ਬਿਲਕੁਲ ਜੀ। ਤੋ ਭਾਰਤੀ ਜੀ ਅਸੀਂ ਇੱਕ ਗੀਤ ਚਲਾ ਕੇ ਅਗਲੇ ਜਿਹੜੇ ਸਾਡੇ ਬੁਲਾਰੇ ਨੇ ਸਾਥੀ ਧਰਮਿੰਦਰ ਸਿੰਘ ਉਹਨਾਂ ਨਾਲ ਰਾਬਤਾ ਕਰਦੇ ਹਾਂ। ਤੋ ਸਰੋਤਿਆਂ ਨੂੰ ਬੇਨਤੀ ਕਿਸ ਤਰ੍ਹਾਂ ਸਾਡੇ ਨਾਲ ਜੁੜੇ ਰਹਿਣਾ। ਕਰਾਂ ਮੈਂ ਪੈਰ ਕਿੱਥੇ, ਹਰ ਥਾਂ ਮੇਰੀ ਜ਼ਾਤ ਪੈਂਦੀ ਹੈ। ਕਰਾਂ ਮੈਂ ਪੈਰ ਕਿੱਥੇ, ਹਰ
ਥਾਂ ਮੇਰੀ ਜ਼ਾਤ ਪੈਂਦੀ ਹੈ ਤੇਰੇ ਵੱਲ ਆਉਂਦਿਆਂ ਰਾਹਾਂ 'ਚ ਤੇਰੇ ਵੱਲ ਆਉਂਦਿਆਂ ਰਾਹਾਂ 'ਚ ਹਾਲੇ ਰਾਤ ਪੈਂਦੀ ਹੈ ਅਰਾਂ ਮੈਂ ਪੈਰ ਕਿੱਥੇ ਹਰ ਥਾਂ ਮੇਰੀ ਜ਼ਾਤ ਪੈਂਦੀ ਹੈ ਖਰੀਦਣ ਵਿਕਣ ਦਾ ਸਿਲਸਿਲਾ ਚੱਲਦਾ ਹੀ ਰਹਿਣਾ ਹੈ ਖਰੀਦਣ ਵਿਕਣ ਦਾ ਦੋਸਤੋ ਇਸ ਸਮੇਂ ਪੰਜਾਬ ਭਾਰਤ ਤੋਂ ਫੋਨ ਲਾਈਨ ਤੇ ਸਾਡੇ ਨਾਲ ਸਾਥੀ ਧਰਮਿੰਦਰ ਸਿੰਘ ਹੋ ਗਏ ਨੇ ਜਿਹੜੇ ਕਿ ਜਮਹੂਰੀ ਕਿਸਾਨ ਸਭਾ ਦੇ ਸਰਗਰਮ ਆਗੂ ਨੇ ਸੋ ਚੱਲਦੇ ਜਿਹੜੇ ਸੰਘਰਸ਼ ਨੇ ਇਸ ਵਕਤ ਕਿਸਾਨਾਂ ਦੇ ਮਜ਼ਦੂਰਾਂ ਦੇ ਉਸ ਸਿਲਸਿਲੇ 'ਚ ਅਸੀਂ ਉਹਨਾਂ ਨਾਲ ਗੱਲਬਾਤ ਕਰਨ ਜਾ ਰਹੇ ਹਾਂ। ਸਾਥੀ ਜੀ ਸਵਾਗਤ ਹੈ ਤੁਹਾਡਾ ਰੇਡੀਓ ਇਨਕਲਾਬ ਤੇ। ਧੰਨਵਾਦ ਜੀ ਰੇਡੀਓ ਇਨਕਲਾਬ ਦੇ ਸਾਰੇ ਸਰੋਤਿਆਂ ਨੂੰ ਸਾਡੇ ਵੱਲੋਂ ਵੀ ਸਤਿ ਸ਼੍ਰੀ ਅਕਾਲ ਤੇ ਆਸ ਹੈ ਕਿ ਲਗਾਤਾਰ ਜਿਹੜਾ ਪੰਜਾਬ ਦੇ ਵਿੱਚ ਕਿਸਾਨੀ ਮੁੱਦਿਆਂ ਨੂੰ ਲੈ ਕੇ ਤੇ ਕਾਨੂੰਨਾਂ ਨੂੰ ਲੈ ਕੇ ਜਿਹੜੀ ਇਹ ਸਰਗਰਮੀ ਜਿਹੜੀ ਚੱਲੀ ਹੋਈ ਹੈ ਤੁਹਾਡੇ ਚੈਨਲ ਦੇ ਮਾਧਿਅਮ ਦੇ ਨਾਲ ਉਹ ਸਾਰੇ ਲੋਕ ਦੇਖ ਰਹੇ ਆ ਤੇ ਲਗਾਤਾਰ ਉਹ ਸਮਰਥਨ ਦੇ ਵਿੱਚ ਵੀ ਆ ਰਹੇ ਨੇ। ਬਿਲਕੁਲ ਸਾਥੀ ਜੀ ਮੇਰੇ ਵਾਸਤੇ ਇੱਕ ਸਭ ਤੋਂ ਜਿਹੜੀ ਵੱਡੀ ਖੁਸ਼ੀ ਵਾਲੀ ਗੱਲ ਹੈਗੀ ਆ ਕਿਉਂਕਿ ਮੈਂ ਵੀ ਟਾਂਡੇ ਦਸੂਆ ਮੁਕੇਰੀਆਂ ਉਹੀ ਉੱਥੇ ਹੀ ਮੇਰਾ ਜਨਮ ਹੋਇਆ ਉੱਥੇ ਹੀ ਵੱਡੇ ਪਲੇ ਹੋਏ ਆ ਜੋ ਬਚਪਨ ਦੇ ਵਿੱਚ ਇੱਕ ਲਹਿਰਾਂ ਉੱਥੋਂ ਉੱਠੀਆਂ ਬੜੇ ਲੰਬੇ ਸੰਘਰਸ਼ ਹੋਏ ਕਾਲੇ ਦੌਰ ਤੋਂ ਬਾਅਦ ਇੱਕ ਤਰ੍ਹਾਂ ਦਾ ਉੱਥੇ ਜੋ ਮਾਲਵੇ ਦੇ ਵਿੱਚ ਬਠਿੰਡਾ ਬਰਨਾਲਾ ਜੋ ਉਧਰ ਸੰਘਰਸ਼ ਚੱਲਦੇ ਸੀਗੇ ਇਸ ਖਿੱਤੇ ਦੇ ਵਿੱਚ ਪ੍ਰਭਾਵ ਥੋੜਾ ਘਟ ਰਿਹਾ। ਸੋ ਸਾਥੀ ਜੀ ਤੁਸੀਂ ਇਹ ਵਧਾਈ ਦੇ ਪਾਤਰ ਹੋ ਕਿ ਇਹੀ ਜਿਹੜਾ ਟਾਂਡਾ ਦਸੂਹਾ ਮੁਕੇਰੀਆਂ ਵਾਲੀ ਬੈਲਟ ਦੇ ਵਿੱਚ ਬਿਲਕੁਲ ਉਸੇ ਤਰੀਕੇ ਦੇ ਸੰਘਰਸ਼ ਜਿਹੜੇ ਅਸੀਂ ਬਚਪਨ ਦੇ ਵਿੱਚ ਵੇਖੇ ਆ ਬਿਲਕੁਲ ਉਸੇ ਹੀ ਤਰੀਕੇ ਦੇ ਸੰਘਰਸ਼ ਮੁੜ ਕੇ ਵੇਖਣ ਨੂੰ ਮਿਲਿਆ। ਤੁਹਾਡੀ ਮਿਹਨਤ ਨੂੰ ਸਲਾਮ ਤੁਹਾਡੇ ਸਿਰਕ ਨੂੰ ਸਲਾਮ ਤੇ ਸਾਥੀ ਜੀ ਇਸ ਤੋਂ ਬਾਅਦ ਆਪਾਂ ਗੱਲਬਾਤ ਸ਼ੁਰੂ ਕਰਦੇ ਹਾਂ ਕਿ ਲਗਾਤਾਰਤਾ ਦੇ ਨਾਲ 1.5-2 ਮਹੀਨੇ ਹੋ ਚੁੱਕੇ ਨੇ ਜਿਹੜੇ ਅੰਬਾਨੀ ਅਡਾਨੀ ਦੇ ਜਿਹੜੇ ਸੈਲੋ ਘਿਰੇ ਜਾ ਰਹੇ ਨੇ ਰੇਲ ਲਾਈਨਾਂ ਘੇਰੀਆਂ ਗਈਆਂ ਟੋਲ ਪਲਾਜ਼ੇ ਕੋਲ ਘੇਰੇ ਗਏ ਸ਼ਾਪਿੰਗ ਮਾਲ ਘੇਰੇ ਗਏ ਇਹ ਇੱਕ ਔਰ ਜਿਹੜੀਆਂ ਰੇਲ ਆਪਣੀਆਂ ਮਾਲ ਗੱਡੀਆਂ ਮੋਦੀ ਸਰਕਾਰ ਨੇ ਉਹ ਬੰਦ ਵੀ ਕਰਤੀਆਂ ਸਾਨੂੰ ਪੰਜਾਬ ਦੀ ਸੰਘੀ ਘੁੱਟਣ ਵਾਸਤੇ ਉਹ ਸਾਰੇ ਸੰਘਰਸ਼ ਚੱਲ ਰਹੇ ਨੇ। ਸਰੋਤਿਆਂ ਨੂੰ ਦੱਸੋ ਕਿ ਇਹ ਥੋੜਾ ਇੱਕ ਓਵਰਲਾਈਨ ਕਰਕੇ ਵੀ ਕੀ ਕੁਝ ਚੱਲ ਰਿਹਾ ਹੈ ਔਰ ਆਉਂਦੇ ਸਮੇਂ ਦੇ ਵਿੱਚ ਕੀ ਕੁਝ ਹੋਣ ਜਾ ਰਿਹਾ ਹੈ। ਹੈਲੋ शायद कॉल ड्रॉप होगी भारती जी दोबारा करिए कट के फोन। हाँ जी बिल्कुल हाँ ठीक है जी दोबारा कॉल कर दे। करूं मैं पैर किथे हर थां मेरी ज़ात पैंदी है करूं मैं पैर किथे हर थां मेरी ज़ात पैंदी है तेरे वल आंदियां राहां च तेरे वल आंदियां राहां च। साथी जी स्वागत है फिर तो रेडियो इनकलाब ते ਜੀ। ਹਾਂ ਤਾਂ ਸਾਥੀ ਜੀ ਮੈਂ ਕਹਿ ਰਿਹਾ ਸੀਗਾ ਕਿ ਇਹ ਜਿਹੜਾ ਸੰਘਰਸ਼ ਪਿਛਲੇ ਮਹੀਨੇ 1.5 ਮਹੀਨੇ ਤੋਂ ਲਗਾਤਾਰ ਚੱਲ ਆ ਰਿਹਾ ਜਿਹਦੇ ਵਿੱਚ ਅਡਾਨੀ ਅੰਬਾਨੀਆਂ ਦੇ ਸੇਲੋ ਘੇਰੇ ਗਏ ਰੇਲ ਲਾਈਨਾਂ ਘੇਰੀਆਂ ਗਈਆਂ ਟੋਲ ਪਲਾਜ਼ੇ ਘੇਰੇ ਗਏ ਸ਼ਾਪਿੰਗ ਮਾਲ ਘੇਰੇ ਗਏ ਔਰ ਉਸ ਤੋਂ ਬਾਅਦ ਜਿਹੜਾ ਇਹ ਨਾਦਰਸ਼ਾਹੀ ਫਰਮਾਨ ਆਇਆ ਕਿ ਜਿਹੜੀਆਂ ਪੰਜਾਬ ਦੀ ਸੰਘੀ ਘੁੱਟਣ ਵਾਸਤੇ ਜਿਹੜੀਆਂ ਮਾਲ ਗੱਡੀਆਂ ਮੋਦੀ ਨੇ ਇਹ ਕਹਿ ਰਿਹਾ ਵੀ ਉੱਥੇ ਪੰਜਾਬ ਦੇ ਵਿੱਚ ਨਹੀਂ ਜਾਣਗੀਆਂ। ਸੋ ਇਹ ਚੱਲਦੇ ਸੰਘਰਸ਼ ਨੇ ਉਹਦੇ ਵਿੱਚ ਪੰਜਾਬ ਦੇ ਵਿੱਚ ਤੇ ਤੁਹਾਡੀ ਆਪਣੀ ਜਥੇਬੰਦੀ ਵੱਲੋਂ ਕਿਹੜੇ ਸੰਘਰਸ਼ ਕੀਤੇ ਗਏ ਉਹਦੇ ਉੱਪਰ ਚਾਨਣਾ ਪਾਓ ਜੀ।
ਤਾਂ ਪਹਿਲਾਂ ਤਾਂ ਸਾਰੇ ਸਰੋਤਿਆਂ ਨੂੰ ਸਾਡੇ ਵੱਲੋਂ ਮਤਲਬ ਕਿ ਧੰਨਵਾਦ ਹੈ ਵੀ ਤੁਸੀਂ ਸਾਡੀ ਗੱਲ ਸਮੇਂ-ਸਮੇਂ ਸਿਰ ਆਪਣੇ ਚੈਨਲ ਦੇ ਮਾਧਿਅਮ ਦੇ ਨਾਲ ਰੱਖ ਰਹੇ ਹੋ। ਜਿਹੜਾ ਕਿਸਾਨੀ ਘੋਲ ਆਪਾਂ ਤਾਂ ਹੁਣ ਪੰਜਾਬ ਨਹੀਂ ਰਹਿ ਗਿਆ। ਪੰਜਾਬ ਜਿਸ ਤਰੀਕੇ ਦੇ ਨਾਲ ਪੰਜਾਬ ਦੀ 31 ਕਿਸਾਨ ਜਥੇਬੰਦੀਆਂ ਨੇ ਲਗਭਗ 6 ਮਹੀਨੇ ਹੋ ਗਏ ਹੈ ਇਹ ਮੋਰਚਾ ਬੜੇ ਹੀ ਸੁਚੱਜੇ ਢੰਗ ਦੇ ਨਾਲ ਉਹਨਾਂ ਨੇ ਲੜੀਵਾਰ ਲਗਾਇਆ ਤੇ ਅੱਜ ਪੰਜਾਬ ਦਾ ਹਰ ਇੱਕ ਵਰਗ, ਚਾਹੇ ਉਹ ਕਿਸਾਨ ਤਾਂ ਹੈ ਹੀ ਹੈ, ਨਾਲ ਮਜ਼ਦੂਰ ਖੜਾ ਹੈ, ਛੋਟਾ ਦੁਕਾਨਦਾਰ ਹੈ, ਵਪਾਰੀ ਵਰਗ ਹੈ ਤੇ ਨੌਜਵਾਨ ਵੱਡੀ ਪੱਧਰ ਦੇ ਉੱਪਰ ਇਹਨਾਂ ਘੋਲਾਂ ਦੀ ਅਗਵਾਈ ਕਰ ਰਿਹਾ ਤੇ ਇਹਨਾਂ ਦੀ ਹਾਜ਼ਰੀ ਲਗਾਤਾਰ ਵੱਧਦੀ ਜਾ ਰਹੀ ਹੈ ਤੇ ਹਰ ਪੰਜਾਬ ਦੇ ਕੋਨੇ-ਕੋਨੇ ਦੇ ਵਿੱਚ ਇਹ ਸਾਰਾ ਕਾਲੇ ਕਾਨੂੰਨਾਂ ਦੇ ਵਿਰੁੱਧ ਇੱਕ ਵੱਡੀ ਲਹਿਰ ਜੀ ਖੜੀ ਹੋ ਗਈ। ਉਹਦੇ ਤੋਂ ਬਾਅਦ ਅੱਜ ਹਰਿਆਣੇ ਦੇ ਵਿੱਚ ਵੀ ਇਹ ਜਿਹੜੀ ਜ਼ਿਲ੍ਹਾ ਦਾ ਗੱਲਾਂ ਜਾਣੇ ਸ਼ੁਰੂ ਹੋ ਗਈਆਂ। ਹਰਿਆਣਾ ਉਹਦੇ ਮਗਰ ਚਲਾ ਗਿਆ ਤੇ ਉਸ ਤੋਂ ਇਲਾਵਾ ਕਰਨਾਟਕਾ, ਬਿਹਾਰ, ਯੂਪੀ, ਐਮਪੀ ਦੇ ਵਿੱਚ ਇਹ ਵੱਡੇ ਪੱਧਰ ਤੇ ਲਗਭਗ ਜਿਹੜੀ 5 ਨਵੰਬਰ ਦੀ ਭਾਰਤ ਬੰਦ ਦੀ ਕੋਲ ਸੀ, ਲਗਭਗ ਭਾਰਤ ਦੀਆਂ 500 ਕਿਸਾਨ ਜਥੇਬੰਦੀਆਂ ਵੱਲੋਂ ਉਹ ਕੋਲ ਬੜੇ ਹੀ ਵਧੀਆ ਢੰਗ ਦੇ ਨਾਲ ਲਗਭਗ 18 ਸਟੇਟਾਂ ਦੇ ਵਿੱਚ ਕਾਮਯਾਬ ਰਹੀ ਹੈ ਤੇ ਭਵਿੱਖ ਦੇ ਲਈ, ਕਿਉਂਕਿ ਇਹ ਜਿੰਨੀਆਂ ਵੀ ਸਰਕਾਰਾਂ ਬਣਦੀਆਂ ਆਈਆਂ ਜਿਸ ਤਰੀਕੇ ਦੇ ਨਾਲ ਟਰੰਪ ਦਾ ਹਾਰਨਾ ਹੈ, ਜੇ ਉਹਦੇ ਪਿਛੋਕੜ ਦੇ ਵਿੱਚ ਜਾਈਏ ਵੀ ਪਹਿਲਾਂ ਇਹੀ ਬੰਦੇ ਸਰਮਾਏਦਾਰ ਧਿਰ ਵੱਡੇ ਪੱਧਰ ਤੇ ਫੰਡ ਦਿੰਦੀ ਰਹੀ ਹੈ ਸਰਕਾਰਾਂ ਦੇ ਨੁਮਾਇੰਦਿਆਂ ਨੂੰ ਤੇ ਬਾਅਦ ਦੇ ਵਿੱਚ ਆਪ ਹੀ ਕਾਬਜ਼ ਹੋ ਗਈ ਕਿ ਮੈਂ ਫੰਡ ਕਿਉਂ ਦੇਵਾਂ, ਮੈਂ ਹੀ ਕਿਉਂ ਨਾ ਉਸ ਦੇਸ਼ ਦਾ ਰਾਸ਼ਟਰਪਤੀ ਬਣ ਜਾਵਾਂ। ਉਸੇ ਤਰ੍ਹਾਂ ਦੇ ਉੱਪਰ ਅਦਾਨੀ ਅੰਬਾਨੀਆਂ ਨੇ ਜਿਸ ਤਰੀਕੇ ਦੇ ਨਾਲ ਵੱਡੇ ਪੱਧਰ ਤੇ ਫੰਡ ਦੇ ਕੇ ਮੋਦੀ ਤਿਆਰ ਕੀਤਾ, ਆਰਐਸਐਸ ਤਿਆਰ ਕੀਤੀ ਭਾਰਤ ਦੇ ਵਿੱਚ ਤੇ ਜਿਸ ਤਰੀਕੇ ਦੇ ਨਾਲ ਪਿਛਲੇ ਲੰਬੇ ਸਮੇਂ ਤੋਂ ਸੱਤਾ ਦੇ ਵਿੱਚ ਆ ਕੇ ਇਹਨ ਜੋ ਲੋਕਾਂ ਦਾ ਘਾਣ ਕੀਤਾ, ਇਹ ਕੋਈ ਜੱਗ ਜ਼ਾਹਰ ਹੈ ਗੱਲ। ਨੋਟਬੰਦੀ ਦੇ ਨਾਲ ਜਿੱਦਾਂ ਲੋਕਾਂ ਦਾ ਵਪਾਰ ਖੁੱਸਿਆ, ਸਾਰਾ ਕੁਝ ਖਤਮ ਕਰ ਦਿੱਤਾ। ਉਸ ਤੋਂ ਬਾਅਦ GST ਲਾ ਕੇ ਸੰਘੀ ਘੋੜ ਦਿੱਤੀ ਤੇ ਜੇ ਕਰੋਨਾ ਮਹਾਮਾਰੀ ਦੇ ਵਿੱਚ ਆਪਾਂ ਗੱਲ ਕਰ ਲਈਏ ਕਿ ਜਿੱਥੇ ਭਾਰਤ ਦੀ GDP -24 ਤੇ ਚਲੀ ਗਈ, ਜਿੱਥੇ ਇਹ ਸਰਮਾਏਦਾਰ ਢਾਂਚਾ ਟੋਟਲ ਅਸਤ-ਵਿਅਸਤ ਹੋ ਗਿਆ ਪੂਰੇ ਵਰਲਡ ਦਾ, ਵੀ ਇਹ ਸਰਮਾਏ ਜਿੱਥੇ ਸਾਫ਼ ਸਪਸ਼ਟ ਗੱਲ ਹੋ ਗਈ ਵੀ ਇਹ ਸਰਮਾਏਦਾਰੀ ਵਾਲਾ ਜਿਹੜਾ ਮਾਡਲ ਹੈ ਲੋਕਾਂ ਦੇ ਭਵਿੱਖ ਦੇ ਲਈ ਹੈ ਨਹੀਂ ਹੈ, ਲੋਕਾਂ ਦੇ ਜੀਵਨ ਦੇ ਲਈ ਹੈ ਨਹੀਂ। ਉੱਥੇ ਹੀ ਸਾਡੇ ਭਾਰਤ ਦੀ ਐਗਰੀਕਲਚਰ ਨੇ +3 ਦੇ ਵਿੱਚ GDP ਦਿੱਤੀ। ਉਹਦੇ ਤੋਂ ਉੱਪਰ ਜਿਹੜੇ ਹੁਣ ਜਿਹੜੇ ਲੋਕ ਮਾਰੂ 3 ਜਿਹੜੇ ਕਾਨੂੰਨ ਇਹ ਲੈ ਕੇ ਆਏ ਹੈ ਜਾਂ ਚਾਹੇ ਉਹ ਜਿੱਦਾਂ ਫਾਰਮਰ ਪ੍ਰੋਡਿਊਸ ਟ੍ਰੇਡ ਐਂਡ ਕਮਰਸ ਹੈਗਾ, ਚਾਹੇ ਉਹਦਾ ਫਾਰਮਰ ਐਗਰੀਗੇਟ ਔਨ ਪ੍ਰਾਈਸ ਹੈਗਾ ਹੈ, ਚਾਹੇ ਉਹ ਤੀਜਾ ਜਿਹੜਾ ਲੈ ਕੇ ਆਇਆ ਐਸੈਂਸ਼ੀਅਲ ਕਮੋਡਿਟੀ ਜਿਹੜਾ 1955 ਦੇ ਵਿੱਚ ਕਾਨੂੰਨ ਬਣਿਆ ਸੀ, ਜ਼ਰੂਰੀ ਵਸਤੂਆਂ ਵੀ ਮਨੁੱਖ ਨੂੰ ਜੀਣ ਦੇ ਲਈ ਅਨਾਜ ਦੀ ਵੱਡੇ ਪੱਧਰ ਤੇ ਜ਼ਰੂਰਤ ਹੁੰਦੀ ਹੈ। ਤਾਂ ਜੇ ਇਹ ਚੀਜ਼ ਵੀ ਵਪਾਰੀਕਰਨ ਦੇ ਵਿੱਚ ਆ ਗਈ, ਸਰਮਾਏਦਾਰ ਧਿਰਾਂ ਦੇ ਹੱਥਾਂ 'ਚ ਆ ਗਈ ਤੇ ਲਗਭਗ ਜੇ ਆਪਾਂ ਕੱਲੀ ਭਾਰਤ ਦੀ ਗੱਲ ਕਰੀਏ 136 ਦੇ ਵਿੱਚੋਂ 75% ਜਿਹੜੀ ਆਬਾਦੀ ਖੇਤੀ ਦੇ ਉੱਪਰ ਨਿਰਭਰ ਹੈ ਤੇ 100 ਕਰੋੜ ਲਗਭਗ ਆਬਾਦੀ ਜਿਹੜੀ ਖੇਤੀ ਦੇ ਨਾਲ ਆਪਣਾ ਗੁਜ਼ਰ ਬਸਰ ਕਰ ਰਹੀ ਹੈ। ਜੇ ਇਹ ਵੀ ਚੀਜ਼ਾਂ ਸਰਮਾਏਦਾਰ ਹੱਥਾਂ ਦੇ ਵਿੱਚ ਆ ਗਈਆਂ ਤੇ ਇਹ ਤਾਂ ਅੰਨੇ ਮੁਨਾਫੇ ਨੂੰ ਅੱਧੀ ਦੁਨੀਆ ਭੁੱਖੀ ਮਾਰ ਦੇਣੀ ਇਹਨਾਂ ਨੇ। ਗੱਲ ਤਾਂ ਇਹ ਤਰ੍ਹਾਂ ਦੇ ਹੋ ਗਈ ਵੀ ਜੇ 100 ਬੰਦਾ ਅਨਾਜ ਖਾਣ ਵਾਲਾ ਉਹਨੂੰ ਅਨਾਜ ਦੀ ਲੋੜ ਹੈ ਤੇ ਸਰਮਾਏਦਾਰਾਂ ਨੇ ਅੰਨੇ ਮੁਨਾਫੇ ਦੇ ਲਈ ਜੇ 25 ਬੰਦੇ ਭੁੱਖ ਨਾਲ ਮਰਦੇ ਹੋਏ ਤਾਂ 75 ਨੇ ਉਹੀ ਅਨਾਜ ਮਹਿੰਗੇ ਭਾਅ ਖਰੀਦਣਾ ਤੇ ਇਹਨਾਂ ਨੇ ਜਾਣਬੁੱਝ ਕੇ ਅੱਧੀ ਆਬਾਦੀ ਭੁੱਖੀ ਮਾਰ ਦੇਣੀ। ਇਹ ਜਿਹੜੀ ਗੱਲ ਹਰ ਵਰਗ ਦੇ ਨਾਲ ਜੁੜਦੀ ਹੈ, ਹਰ ਇੱਕ ਖਿੱਤੇ ਦੇ ਨਾਲ ਜੁੜਦੀ ਹੈ। ਇਹ ਦਿਖਦੇ ਹੋਏ ਪੰਜਾਬ ਦੇ ਵਿੱਚ ਇੱਕ ਵੱਖਰੀ ਜਿਹੜੀ ਹੈ ਗੱਲ ਉਹ ਗਈ ਹੈ ਇਹਨਾਂ ਸਰਮਾਏਦਾਰ ਧਿਰਾਂ ਦੇ ਅਗੇਂਸਟ, ਕਿਉਂਕਿ ਲੋਕਾਂ ਨੇ ਪਛਾਣਿਆ ਹੈ ਜਿੱਥੇ 25 ਜੂਨ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਬਾਦਲ ਇਹਨਾਂ ਕਾਨੂੰਨਾਂ ਦੇ ਹੱਕ ਦੇ ਵਿੱਚ ਬੋਲਦਾ ਆ, ਸਿਮਰਜੀਤ ਬਾਦਲ ਇਹਦੇ ਹੱਕ ਦੇ ਵਿੱਚ ਰਹਿੰਦੀ ਹੈ, ਪ੍ਰਕਾਸ਼ ਸਿੰਘ ਬਾਦਲ ਇਹਦੇ ਹੱਕ 'ਚ ਰਹਿੰਦਾ। ਉਹਦੇ ਤੋਂ ਬਾਅਦ ਜਿਸ ਪ੍ਰਕਾਰ ਦੇ ਨਾਲ ਕਿਸਾਨ ਜਥੇਬੰਦੀਆਂ ਨੇ ਇਹ ਗੱਲ ਖੜੀ ਕੀਤੀ ਤੇ ਉਹਦੇ ਪਿੱਛੇ ਇਹ ਸਿਆਸੀ ਧਿਰਾਂ ਨੂੰ, ਕਿਉਂਕਿ ਇਹਨਾਂ ਨੂੰ ਆਪਣੀ ਸਿਆਸੀ ਜਿਹੜੀ ਜ਼ਮੀਨ ਹੈ ਉਹ ਖੁਸ਼ਦੀ ਜਾਪੀ, ਭਵਿੱਖ ਦੇ ਵਿੱਚ ਚੋਣਾਂ ਨੂੰ ਲੈ ਕੇ ਇਹਨਾਂ ਨੇ ਆਪਣਾ ਜਿਹੜਾ ਆ ਦਾਅ ਪੈਚ ਖੇਡਣ ਦਾ ਮਤਲਬ ਕਿ ਯਤਨ ਵੀ ਕੀਤਾ। ਪਰ ਅੱਜ ਵੀ ਜੇ ਆਪਾਂ ਗੱਲ ਕਰੀਏ ਕਿ ਇਹ ਜੇ ਜਿੰਨੀਆਂ ਵੀ ਸਿਆਸੀ ਧਿਰਾਂ, ਚਾਹੇ ਉਹ ਕਾਂਗਰਸ ਹੈ, ਕਿਉਂਕਿ ਕਾਂਗਰਸ ਨੇ ਵੀ APMC ਐਕਟ ਨੂੰ, ਐਗਰੀਕਲਚਰ ਪ੍ਰੋਡਿਊਸ ਮਾਰਕੀਟ ਕਮੇਟੀ ਨੂੰ ਵੀ ਢਾਹ ਲਾਉਣ ਦੇ ਲਈ 2017 ਦੇ ਵਿੱਚ ਇਹ ਵੀ ਲੈ ਕੇ ਆਈ ਬਿਲਕੁਲ ਹੈ ਨਾ, ਇਹ ਮੰਡੀਕਰਨ ਸੋਧ ਦੇ ਰੂਪ ਦੇ ਵਿੱਚ। ਆਪਾਂ ਤਾਂ ਇਹ ਦੇਖੀਏ ਚਾਹੇ ਕਾਂਗਰਸ ਹੈ ਚਾਹੇ ਅਕਾਲੀ ਦਲ ਹੈ, ਉਹ ਦੋਨੇ ਖੜੀਆਂ ਇਸੇ ਹੀ BJP ਦੀ ਛਤਰ ਛਾਇਆ ਦੇ ਹੇਠ ਸਰਮਾਏਦਾਰ ਧਿਰਾਂ ਦੇ ਹੱਕ ਦੇ ਵਿੱਚ। ਤੇ ਇਹ ਚੀਜ਼ਾਂ ਨੂੰ ਲੋਕਾਂ ਨੇ ਪਛਾਣ ਕੇ ਇੱਕ ਮੋਰਚਾ ਲਾਇਆ ਜਿਹਦੇ 'ਚ ਸਿੱਧਾ ਹੀ ਸਾਫ਼ ਕਿਹਾ ਵੀ ਇਹ ਸਿਆਸੀ ਲੀਡਰਾਂ ਨੂੰ ਤੇਜ਼ ਭਰਤੀ ਨਹੀਂ ਦਿੱਤੀ ਜਾਏਗੀ, ਕਿਉਂਕਿ ਇਹਨਾਂ ਵੱਲੋਂ ਹੀ ਅਸੀਂ ਵੱਡੇ ਪੱਧਰ ਤੇ ਨਪੀੜੇ ਗਏ ਆ। ਇਹ ਵੱਡੀ ਪ੍ਰਾਪਤੀ ਹੈ। ਤੇ ਗੱਲ ਕਰਨੀ ਆਪਾਂ ਮੁਕੇਰੀਆਂ, ਜਿਸ ਖਿੱਤੇ ਦੇ ਵਿੱਚੋਂ ਅਸੀਂ ਆਨੇ ਆ, ਮੁਕੇਰੀਆਂ, ਟਾਂਡਾ, ਦਸੂਹਾ, ਇਸ ਖਿੱਤੇ ਦੇ ਵਿੱਚ ਕਿਉਂਕਿ ਇੱਕ ਖਾਸ ਗੱਲ ਜਿਹੜੀ ਹੈਗੀ ਹੈ
ਇਹ ਸਾਰਾ ਇਲਾਕਾ ਹਿੰਦੂ ਬਹੁਮੂਲ ਇਲਾਕਾ ਹੈ ਸਾਡੇ ਜੀ। ਪੰਜਾਬ ਦੇ ਬਾਕੀ ਖਿੱਤੇ ਦੇ ਨਾਲ। ਤੇ ਇਸ ਖਿੱਤੇ ਦੇ ਵਿੱਚ ਆਰਐਸਐਸ ਦਾ ਇੱਕ ਆਪਣੇ ਪ੍ਰਕਾਰ ਦਾ ਵੱਡਾ ਮਤਲਬ ਇੱਥੇ ਉਹਦਾ ਵੱਡਾ ਇੱਕ ਕਾਡਰ ਹੈ ਤੇ ਵੱਡਾ ਉਹਦਾ ਆਪਣਾ ਪ੍ਰਭਾਵ ਹੈ ਇਸ ਖਿੱਤੇ ਦੇ ਵਿੱਚ ਜੀ। ਤੇ ਇਸੇ ਹੀ ਪ੍ਰਭਾਵ ਦੇ ਨਾਲ ਇੱਥੋਂ ਜਿਤਾ ਕੇ ਜਿਹੜਾ ਸੋਮ ਪ੍ਰਕਾਸ਼ MP ਗਿਆ ਸਾਡੇ ਹੁਸ਼ਿਆਰਪੁਰ ਜ਼ਿਲ੍ਹੇ ਤੋਂ, ਜੀ। ਨਾਲ ਲੱਗਦੇ ਗੁਰਦਾਸਪੁਰ ਤੋਂ ਸਨੀ ਦਿਓਲ ਗਿਆ। ਇਹ ਪ੍ਰਭਾਵ ਸਾਰੇ ਆਰਐਸਐਸ ਦੀ ਵੱਡੀ ਜਿਹੜੀ ਦੇਣ ਸੀ। ਪਰ ਇਹ ਇਸ ਖਿੱਤੇ ਦੇ ਵਿੱਚ ਵੀ ਜਿੱਥੇ ਲੋਕਾਂ ਨੇ ਆਰਐਸਐਸ ਨੂੰ ਨੰਗਾ ਕੀਤਾ, ਕਿਸਾਨ ਜਥੇਬੰਦੀਆਂ ਨੇ ਮੋਰਚੇ ਲਾਏ, ਤੁਸੀਂ ਦੱਸਣਾ ਚਾਹਾਂਗੇ ਕਿ ਲਹਿੰਦੀ 11 ਤਰੀਕ ਨੂੰ ਇੱਥੇ ਹੀ ਭਾਜਪਾ ਦਾ ਪ੍ਰਧਾਨ ਅਸ਼ਵਨੀ ਸ਼ਰਮਾ ਟੈਚੋ ਰੈਲੀ ਕਰਨ ਆ ਰਿਹਾ ਸੀ ਇਹਨਾਂ ਕਾਨੂੰਨਾਂ ਦੇ ਹੱਕ ਦੇ ਵਿੱਚ। ਹਾਂਜੀ। ਤੇ ਜਿੱਥੇ ਲੋਕਾਂ ਨੇ ਵੱਡੇ ਪੱਧਰ ਤੇ ਇੱਕ ਕੋਲ ਦੇ ਉੱਪਰ ਮੁਕੇਰੀਆਂ 'ਚ 150-200 ਕਿਸਾਨ ਤੇ 7 ਕਿਸਾਨ ਜਥੇਬੰਦੀਆਂ ਸਾਂਝੇ ਤੌਰ ਤੇ ਇਕੱਠੀਆਂ ਹੋ ਗਈਆਂ ਇੱਕ ਕੋਲ 'ਚ, ਤੇ ਉਹਨਾਂ ਨੇ ਇਹ ਫੈਸਲਾ ਕੀਤਾ ਵੀ ਜਿੱਥੇ ਅਸੀਂ ਮੁਕੇਰੀਆਂ ਦੇ ਕਿਸਾਨਾਂ ਨੂੰ ਬੇਨਤੀ ਕਰਦੇ ਆ ਵੀ ਇਹਨਾਂ ਸਿਆਸੀ ਧਿਰਾਂ ਨੂੰ ਇੱਕ ਵੀ ਟਰੈਕਟਰ ਜਿਹੜਾ ਅਸੀਂ ਆਪਣੇ ਪੁੱਤਾਂ ਦੇ ਲੇਖਾ ਰੱਖਿਆ ਹੁੰਦਾ ਘਰਾਂ, ਇਹਨਾਂ ਨੂੰ ਸਿਆਸਤ ਦੇ ਲਈ ਨਹੀਂ ਵਰਤਣ ਦਿੱਤਾ ਜਾਏਗਾ, ਨਾ ਕੋਈ ਦੇਵੇ। ਕਿਉਂਕਿ ਜੇ ਆਪਾਂ ਚਾਹੇ ਇਹਦੇ ਅਗੇਂਸਟ ਕਾਂਗਰਸ ਦੀ ਗੱਲ ਕਰ ਲਏ, ਸਾਡੇ ਲਈ ਟਰੈਕਟਰ ਸਾਡਾ ਇੱਕ ਬੜਾ ਔਖਾ ਸੰਦ ਹੈ ਜਿਹੜਾ ਬੜੀ ਔਖੀ ਹਾਲਾਤਾਂ ਦੇ ਵਿੱਚ ਅਸੀਂ ਬਣਾਇਆ ਹੁੰਦਾ ਹੈ, ਬਿਲਕੁਲ, ਤੇ ਪੁੱਤਾਂ ਦੇ ਲੇਖਾ ਅਸੀਂ ਉਹਨੂੰ ਰੱਖਦੇ ਹਾਂ। ਇਹਨਾਂ ਕਾਂਗਰਸ ਦੇ ਲੀਡਰਾਂ ਨੇ ਉਹੀ ਟਰੈਕਟਰ ਨੂੰ ਪਹਿਲਾਂ ਸ਼ੰਭੂ ਬਾਰਡਰ ਤੇ ਫੂਕਿਆ, ਫਿਰ ਜਾ ਕੇ ਦਿੱਲੀ ਕੀਤਾ, ਪਰ ਬਤੌਰ ਕਿਸਾਨ ਜਿਹੜਾ ਕੋਈ ਬੰਦਾ ਨਹੀਂ ਚਾਹੇਗਾ, ਚਾਹੇ ਉਹ ਸੰਦ ਪੁਰਾਣਾ ਵੀ ਹੋ ਚੁੱਕਾ, ਪਰ ਜ਼ਿਮੀਂਦਾਰ ਨਹੀਂ ਚਾਹੁੰਦਾ ਕਦੀ ਵੀ ਆਪਣੇ ਸੰਦ ਦੇ ਨਾਲ ਅਜਿਹਾ ਕਰਨਾ। ਬਿਲਕੁਲ। ਉੱਥੇ ਹੀ 11 ਤਰੀਕ ਨੂੰ ਜਦੋਂ ਅਸੀਂ ਐਲਾਨ ਕੀਤਾ ਵੀ ਅਸੀਂ ਜਿੱਥੇ ਕਿਸਾਨਾਂ ਨੂੰ ਬੇਨਤੀ ਕਰਦੇ ਆ ਕਿ ਇਹਨਾਂ ਨੂੰ ਕੋਈ ਵੀ ਟਰੈਕਟਰ ਨਾ ਦਿੱਤਾ ਜਾਵੇ ਰੈਲੀ ਕਰਨ ਦੇ ਲਈ, ਉੱਥੇ ਹੀ 7 ਕਿਸਾਨ ਜਥੇਬੰਦੀਆਂ ਨੇ ਇੱਕ ਝੰਡੇ ਹੇਠ ਇਕੱਠੇ ਹੋ ਕੇ ਇਹ ਐਲਾਨ ਕੀਤਾ ਕਿ ਅਸ਼ਵਨੀ ਸ਼ਰਮਾ ਮੁਕੇਰੀਆਂ, ਕਾਂਡੇ, ਦਸੂਹੇ, ਹਾਜੀਪੁਰ ਕਿਤੇ ਵੀ ਇਕੱਠ ਕਰੇਗਾ, ਉੱਥੇ ਵੱਡੇ ਪੱਧਰ ਦੇ ਉੱਪਰ ਸ਼ਾਂਤੀਪੂਰਵਕ ਢੰਗ ਦੇ ਨਾਲ ਕਾਲੀ ਝੰਡੀਆਂ ਦੇ ਨਾਲ ਅਸੀਂ ਉਸ ਇਕੱਠ ਦਾ ਘਿਰਾਓ ਕਰਾਂਗੇ ਤੇ ਵਿਰੋਧ ਕਰਾਂਗੇ ਵੱਡੇ ਪੱਧਰ ਦੇ ਉੱਪਰ। ਤੇ ਇਹ ਵੱਡੇ ਪੱਧਰ ਤੇ ਕੈਂਪੇਨ ਇੰਨੀ ਕੁ ਵਧੀਆ ਚੱਲੀ ਨਾ 5-7 ਹਲਕਿਆਂ ਦੇ ਵਿੱਚ ਜੀ ਕਿ ਭਾਜਪਾ ਨੂੰ ਆਪਣੀ ਰੈਲੀ ਰੱਦ ਕਰਨੀ ਪਈ। ਬਹੁਤ ਵਧੀਆ, ਰੱਦ ਕਰਨੀ ਪੈ ਗਈ। ਉਹਦੇ ਤੋਂ ਬਾਅਦ ਵੀ ਪ੍ਰਸ਼ਾਸਨ ਦਾ, ਇਹੀ ਕਾਂਗਰਸੀ ਪ੍ਰਸ਼ਾਸਨ ਦਾ ਇਹ ਜ਼ੋਰ ਲੱਗਿਆ ਰਿਹਾ ਕਿ ਕਿਸਾਨ ਵੀ ਉੱਥੇ ਰੈਲੀ ਨਾ ਕਰਨ, ਪਰ ਕਿਸਾਨਾਂ ਨੇ ਇਹ ਮਿੱਥ ਤੋੜੀ। ਲਗਭਗ 3 ਤੋਂ 4 ਕਿਲੋਮੀਟਰ ਲੰਬਾ ਪੈਦਲ ਰੋਡ ਮਾਰਚ ਕੱਢਿਆ ਉਸੇ ਸ਼ਹਿਰ ਦੇ ਵਿੱਚ ਜਿੱਥੇ ਇਹਨਾਂ ਨੇ ਐਲਾਨ ਕੀਤਾ ਸੀ, ਤੇ ਉਹਨਾਂ ਕਾਰਪੋਰੇਟ ਘਰਾਣਿਆਂ ਦਾ ਵੀ ਉੱਥੋਂ ਬਾਈਕਾਟ ਕੀਤਾ ਜਿਨ੍ਹਾਂ ਨੇ ਇਸ ਰੈਲੀ ਨੂੰ ਸਪਾਂਸਰ ਕੀਤਾ ਹੋਇਆ ਸੀ ਬੀਜੇਪੀ ਦੀ ਰੈਲੀ। ਇੱਕ ਵੱਡੀ ਵੱਖਰੀ ਗੱਲ ਗਈ ਕਿ ਕਿਸਾਨ ਵੱਡੇ ਪੱਧਰ ਦੇ ਉੱਪਰ ਸਾਰੇ ਹਲਕਿਆਂ ਚੋਂ ਆਏ, ਜਿਹੜਾ ਕੋਈ 5-7 ਹਜ਼ਾਰ ਦਾ ਇਕੱਠ ਸੀ, 3-4 ਕਿਲੋਮੀਟਰ ਦਾ ਉਹਨਾਂ ਨੇ ਪੈਦਲ ਮਾਰਚ ਕੱਢਿਆ, ਬਜ਼ੁਰਗਾਂ ਦੀ ਗਿਣਤੀ ਵੱਡੇ ਪੱਧਰ ਤੇ ਕਾਲੇ ਝੰਡਿਆਂ ਦੇ ਨਾਲ। ਖਾਸ ਗੱਲ ਇਹ ਤੇ ਉਸ ਤੋਂ ਬਾਅਦ ਹੀ ਇਹਨਾਂ ਨੇ ਜਿਹੜਾ ਹਰਸੇ ਮਾਨਸਰ ਟੋਲ ਪਲਾਜ਼ਾ ਹੈ ਇੱਕ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਜੀ, ਉੱਥੇ ਵੀ ਮੋਰਚਾ ਲਗਾ ਦਿੱਤਾ, ਜਿਹੜਾ ਅੱਜ 30 ਦਿਨ ਹੋ ਗਏ ਹੈ। ਉਹ ਟੋਲ ਪਲਾਜ਼ੇ ਦੀ ਜਿਹੜੀ ਇੱਕ ਦਿਨ ਦੀ ਇਨਕਮ ਹੈ ਸਰਕਾਰ ਨੂੰ ਜਾਂ ਸਰਮਾਏਦਾਰ ਧਿਰਾਂ ਨੂੰ 25 ਲੱਖ ਹੈ 24 ਘੰਟਿਆਂ ਦੀ, ਤੇ ਅੱਜ 30 ਦਿਨ ਹੋ ਗਏ ਆ ਤੇ ਕਿਸਾਨਾਂ ਨੇ ਆਪਣੇ ਕਬਜ਼ੇ ਹੇਠ ਲੈ ਕੇ ਜਿੱਥੇ ਵਸੂਲੀ ਬੰਦ ਕਰਾਈ ਹੈ ਉੱਥੇ ਹੀ ਸਮੇਂ ਸਿਰ ਉੱਥੇ ਇਕੱਠ ਕਰਕੇ ਇਹ ਦਿਖਾਇਆ ਹੈ ਇਸ ਖਿੱਤੇ ਨੂੰ ਜਿੱਥੇ ਆਰਐਸਐਸ ਵੱਡੇ ਪ੍ਰਭਾਵ 'ਚ ਸੀ, ਉਹਨਾਂ ਨੂੰ ਬੈਕਫਰੰਟ ਤੇ ਸੁੱਟਿਆ ਵੀ ਅਸੀਂ ਤੁਹਾਡਾ ਫਿਰਕਾ ਪ੍ਰਸਤੀ ਵਾਲਾ ਜਿਹੜਾ ਅਟੈਕ ਸਾਡੇ ਭਾਈਚਾਰਕ ਸਾਂਝ ਦੇ ਉੱਪਰ ਹੈ, ਜਿਹੜਾ ਅਟੈਕ ਸਾਡੇ ਫਿਰਕੇ ਦੇ ਉੱਪਰ ਹੈ, ਜਿਹੜਾ ਅਟੈਕ ਲਗਾਤਾਰ ਸਾਡੀ ਸੱਭਿਆਚਾਰਕ ਸਾਂਝ ਦੇ ਉੱਪਰ ਹੈ, ਉਹਨੂੰ ਅਸੀਂ ਨਹੀਂ ਬਰਦਾਸ਼ਤ ਕਰਾਂਗੇ। ਅਸੀਂ ਪਿੰਡੋਂ ਪਿੰਡ ਇਹ ਸਾਰੀ ਚੀਜ਼ ਨੂੰ ਬਾਈਕਾਟ ਕੀਤਾ। ਉਸ ਤੋਂ ਬਾਅਦ 5 ਨਵੰਬਰ ਦੀ ਜਿਹੜੀ ਭਾਰਤ ਬੰਦ ਦੀ ਕੋਲ ਦੇ ਵਿੱਚ ਵੱਡੇ ਪੱਧਰ ਤੇ ਹਾਜ਼ਰੀ ਦੇ ਨਾਲ ਇਲਾਕੇ ਨੇ ਇਹ ਦੱਸਿਆ ਹੈ ਕਿ ਇਹ ਸਿਆਸੀ ਧਿਰਾਂ ਵੱਲੋਂ ਇਹ ਕਾਨੂੰਨ ਜਿਹੜੇ ਥਾਪੇ ਜਾ ਰਹੇ ਆ ਸਾਡੇ ਤੇ, ਜਦੋਂ ਤੱਕ ਰੱਦ ਨਹੀਂ ਹੁੰਦੇ ਅਸੀਂ ਘਰ ਮੁੜਨ ਵਾਲੇ ਨਹੀਂ। ਅਸੀਂ ਇਹਨਾਂ ਮੋਰਚਾ ਦੀ ਲਗਾਤਾਰ ਅਗਵਾਈ ਕਰਦੇ ਰਹਿਣਾ ਹੈ। ਕੋਈ ਕਿਉਂਕਿ ਪੰਜਾਬ ਦੇ ਵਿੱਚ ਇੱਕ ਖਾਸ ਗੱਲ ਇਹ ਹੋ ਰਹੀ ਹੈ ਕਿ ਜਿਹੜਾ VIP ਕਲਚਰ ਲੈ ਕੇ ਆਈਆਂ ਸਿਆਸੀ ਧਿਰਾਂ ਅੱਜ ਦੇ ਸਮੇਂ ਦੇ ਵਿੱਚ, ਚਾਹੇ ਉਹ ਲੀਡਰ ਕਾਂਗਰਸ, ਚਾਹੇ ਉਹ BJP ਦਾ ਹੈ, ਚਾਹੇ ਉਹ ਅਕਾਲੀ ਦਲ ਦਾ ਹੈ, ਪੰਜਾਬ ਦੀ ਫਿਜ਼ਾ ਦੇ ਵਿੱਚ ਇੱਕ ਖਾਸ ਗੱਲ ਇਹ ਹੈ ਕਿ ਕਿਸੇ ਵੀ ਸਿਆਸੀ ਧਿਰ ਨੂੰ ਇੱਕ ਆਪਣੀ ਪਾਰਟੀ ਦਾ ਗੱਡੀ ਦੇ ਉੱਪਰ ਝੰਡਾ ਨਹੀਂ ਲਗਾਉਣ ਦਿੱਤਾ ਜਾ ਰਿਹਾ। ਸਧਾਰਨ ਬੰਦਾ ਜਿੱਥੇ ਦਿਖਦਾ ਉਹਨੂੰ ਘੇਰ ਲੈਂਦਾ ਹੈ ਵੀ ਇਹ ਝੰਡਾ ਲੱਥੇਗਾ ਤਾਂ ਤੂੰ ਜਾ ਸਕਦਾ, ਨਹੀਂ ਤਾਂ ਨਹੀਂ ਜਾ ਸਕਦਾ। ਜੀ ਬਿਲਕੁਲ, ਇੱਕ ਖਾਸ ਗੱਲ ਹੈ ਜਿਹੜੀ ਸਾਰੇ ਕਿਤੇ ਵਾਪਰ ਰਹੀ ਹੈ। ਸਧਾਰਨ ਲੋਕ ਵੱਡੇ ਪੱਧਰ ਤੇ ਵਿਰੋਧ ਦੇ ਵਿੱਚ ਆ ਗਏ ਆ, ਗੁੱਸਾ ਉਹਨਾਂ ਦੇ ਵਿੱਚ, ਪਰ ਇੱਕ ਜਿਹੜੀ ਬਾਬੇ ਨਾਨਕ ਤੇ ਮਰਦਾਨੇ ਦੀ ਦੋਸਤੀ ਹੈ, ਹਿੰਦੂ ਸਿੱਖ ਦਲਿਤ ਭਾਈਚਾਰਾ ਹੈ, ਉਹਦੀ ਵੀ ਗੱਲ ਲਗਾਤਾਰ ਉਹ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਲੈ ਕੇ ਜਾ ਰਹੇ ਹੈ। ਇਹ ਸੰਘਰਸ਼ ਜਿਹੜਾ ਹੈ
ਭਵਿੱਖ ਕੀ ਹੈ ਇਹਦਾ ਤਾਂ ਨਹੀਂ ਅਸੀਂ ਕਹਿ ਸਕਦੇ, ਪਰ ਇੱਕ ਸੁਚੱਜੀ ਤੇ ਇੱਕ ਲੋਕ ਪੱਖੀ ਜਿਹੜੀ ਹਵਾ ਹੈ ਉਹ ਸਾਡੇ ਇਸ ਖਿੱਤੇ ਦੇ ਵਿੱਚ ਵੀ ਪੰਜਾਬ ਦੇ ਹੀ ਤਰ੍ਹਾਂ ਦੇ ਉੱਪਰ ਬੜੀ ਵਧੀਆ ਚੱਲ ਰਹੀ ਹੈ। ਬਿਲਕੁਲ ਸਾਥੀ ਜੀ, ਤੇ ਸ਼ਾਇਦ ਇਹ ਲੋਕਾਂ ਦੇ ਹੱਕ ਦੇ ਵਿੱਚ ਕੋਈ ਚੰਗੀ ਗੱਲ ਲੈ ਕੇ ਆਊਗੀ ਜੀ, ਲੈ ਕੇ ਆਊਗੀ, ਬਿਲਕੁਲ ਲੈ ਕੇ ਆਊਗੀ। ਸਾਥੀ ਜੀ, ਆਪਣੇ ਕੋਲ ਟਾਈਮ ਬਹੁਤ ਥੋੜਾ ਪਰ ਗੱਲਾਂ ਬਹੁਤ ਕਰਨ ਵਾਲੀਆਂ, ਕਿਉਂਕਿ ਸਾਥੀ ਜਦੋਂ ਵੀ ਕੋਈ ਸੰਘਰਸ਼ ਤੇਜ਼ ਹੁੰਦਾ ਆ ਤੇ ਓਬਵੀਅਸਲੀ ਜਿਹੜੀਆਂ ਸਰਮਾਏਦਾਰੀ ਧਿਰਾਂ ਨੇ ਉਹਨੂੰ ਤਾਰ-ਪੀੜੋ ਕਰਨ ਵਾਸਤੇ ਆਪਣੇ ਵਿਰੋਧੀ ਧਰਨੇ ਲਾਉਂਦੇ ਨੇ। ਇੱਕ ਇਹੋ ਜਿਹਾ ਧਰਨਾ ਸ਼ੰਭੂ ਬਾਰਡਰ ਤੇ ਵੀ ਲੱਗਿਆ ਹੋਇਆ ਜਿਹਨੂੰ ਦੀਪ ਸਿੱਧੂ ਲੀਡ ਕਰ ਰਿਹਾ ਹੈ। ਉਹ ਬਾਰ-ਬਾਰ ਇਹ ਪ੍ਰੋਪੇਗੈਂਡਾ ਕਰ ਰਿਹਾ ਹੈ ਕਿ ਕਿਸਾਨ ਜਥੇਬੰਦੀਆਂ ਸੰਘਰਸ਼ ਜ਼ਰੂਰ ਕਰ ਰਹੀਆਂ ਨੇ ਪਰ ਇਹਨਾਂ ਦੇ ਕੋਲ ਕੋਈ ਪੋਲੀਟੀਕਲ ਫਰੰਟ ਨਹੀਂ ਹੈਗਾ। ਮੈਂ ਦੀਪ ਸਿੱਧੂ ਨੂੰ ਤੁਹਾਡੇ ਥਰੂ ਦੱਸਣਾ ਚਾਹੁੰਦਾ ਕਿ ਧਰਮਿੰਦਰ ਸਿੰਘ ਇੱਕ ਪੋਲੀਟੀਕਲ ਪਾਰਟੀ ਦੇ ਨਾਲ ਕਨੈਕਟਡ ਹੈ, ਆਪਣੇ ਏਰੀਆ ਦੇ ਵਿੱਚ ਇਲੈਕਸ਼ਨ ਵੀ ਲੜ ਚੁੱਕਿਆ ਹੈ। ਦੀਪ ਸਿੱਧੂ ਨੂੰ ਤੁਸੀਂ ਦੱਸੋ ਕਿ ਤੁਸੀਂ ਇੱਕ ਪੋਲੀਟੀਕਲ ਪਾਰਟੀ ਨਾਲ ਵੀ ਤੁਹਾਡਾ ਕਨੈਕਸ਼ਨ ਹੋਇਆ ਆ, ਅਸੀਂ ਪੋਲੀਟੀਕਲ ਜਿਹੜੀ ਸਟਰਗਲ ਆ ਉਹ ਵੀ ਅਸੀਂ ਕਰ ਸਕਦੇ ਹੈਗੇ ਆ। ਦੇਖੋ, ਜਿੱਥੇ ਤਾਂ ਗੱਲ ਕਹਿ ਰਹੀਏ ਵੀ ਲੋਕਾਂ ਦੇ ਘੋਲ ਦੀ, ਹਾਂਜੀ, ਸਾਡਾ ਤਾਂ ਪਿਛੋਕੜੇ ਏਜੰਡਾ ਜਾਂ ਰਿਹਾ ਜਾਂ ਸਾਡੀ ਇੱਕ ਵਿਚਾਰਧਾਰਕ ਸਾਂਝ ਇਹ ਰਹੀ ਹੈ ਵੀ ਲੋਕਾਂ ਦੇ ਲਈ ਲੜਨਾ, ਲੋਕਾਂ ਨੂੰ ਨਾਲ ਲੈ ਕੇ ਲੜਨਾ ਤੇ ਲੋਕਾਂ ਦੇ ਨਾਲ ਹੀ ਲੜਨਾ, ਲੋਕਾਂ ਦੇ ਵਾਸਤੇ। ਆਪਾਂ ਗੱਲ ਇੱਥੇ ਹੈ, ਬਾਕੀ ਗੱਲ ਰਹਿ ਗਈ ਇਹਨਾਂ ਘੋਲਾਂ ਦੀ ਅਗਵਾਈ ਦੀ। ਲੋਕ ਸਿਆਣੇ ਆ। ਸਾਡੀ ਤਾਂ ਪਹਿਲੀ ਗੱਲ ਇਹ ਹੈ ਵੀ ਜਿੱਥੇ ਪੰਜਾਬ ਦੇ ਵਿੱਚ ਚਾਹੇ ਭਾਰਤ ਦੇ ਵਿੱਚ ਇਹ ਸਿਆਸੀ ਜਿੰਨੀ ਸਿਆਸਤ ਹੈ ਜਿਹੜੀ ਲੋਕਾਂ ਦੇ ਭਵਿੱਖ ਨੂੰ ਤੈਅ ਕਰਨ ਦੇ ਲਈ ਬਣਾਈ ਗਈ ਸੀ, ਉਹਦੇ ਵਿੱਚ ਧਰਮ ਨੂੰ ਰਾਲ ਗੱਡ ਕਰਕੇ ਜਿਸ ਤਰੀਕੇ ਦੇ ਨਾਲ ਲੋਕਾਂ ਨੂੰ ਨਪੀੜਿਆ ਗਿਆ ਹੈ ਇਹ ਬੜੀ ਖਤਰਨਾਕ ਚੀਜ਼ ਹੈ। ਲੋਕਾਂ ਨੂੰ ਉਹਨਾਂ ਦੇ ਧਰਮ ਦੇ ਨਾਂ ਦੇ ਉੱਪਰ ਲੋਕਾਂ ਦੀ ਜ਼ਬਾਨਬੰਦੀ, ਉਸੇ ਧਰਮ ਦੇ ਨਾਂ ਦੇ ਉੱਪਰ ਲੋਕਾਂ ਦੀ ਜੇਬਬੰਦੀ ਤੇ ਉੱਥੇ ਹੀ ਧਰਮ ਦੇ ਨਾਂ ਦੇ ਉੱਪਰ ਲੋਕਾਂ ਦੇ ਰੁਜ਼ਗਾਰ ਨੂੰ ਲਗਾਤਾਰ ਢਾਹ ਲਾਈ ਹੈ ਇਹਨਾਂ ਸਿਆਸੀ ਧਿਰਾਂ ਨੇ। ਅਸੀਂ ਲਗਾਤਾਰ ਲੋਕਾਂ ਨੂੰ ਇਕੱਠਿਆਂ ਕਰਕੇ ਇਹ ਘੋਲਾਂ ਦੀ ਜਿੱਥੇ ਅਗਵਾਈ ਕਰ ਰਹੇ ਹਾਂ ਉੱਥੇ ਹੀ ਲੋਕਾਂ ਦੇ ਹੀ ਧਨ ਬਲ ਦੇ ਨਾਲ ਇਹ ਸਾਰਾ ਕੁਝ ਚੱਲ ਰਿਹਾ ਹੈ। ਕਿਉਂਕਿ ਮੈਂ ਦੱਸਣਾ ਚਾਹਾਂਗਾ ਜਦੋਂ 5 ਨਵੰਬਰ ਦਾ ਇਕੱਠ ਹੋਇਆ ਹੈ ਸਾਡੇ ਵੱਲੋਂ ਕਿਸੇ ਪ੍ਰਕਾਰ ਦੀ ਕੋਈ ਘਾਟ ਨਹੀਂ ਸੀ। ਜਿੱਥੇ ਲੋਕਾਂ ਦਾ ਜਨਸੈਲਾਬ ਇਹਨਾਂ ਮੋਰਚਿਆਂ ਦੇ ਵਿੱਚ ਪਹੁੰਚਿਆ ਹੈ ਉੱਥੋਂ ਪਿੰਡੋਂ ਪਿੰਡੀ ਆਪਣੇ ਪੱਧਰ ਦੇ ਲੋਕ ਲੰਗਰ ਲੈ ਕੇ ਆਏ, ਲੋਕਾਂ ਨੇ ਹਰ ਪ੍ਰਕਾਰ ਦੀ ਸੇਵਾ ਦਿੱਤੀ। ਕਿਸੇ ਨੂੰ ਕੋਈ ਗਾਈਡਲਾਈਨ ਨਹੀਂ ਸੀ ਕਿ ਤੁਸੀਂ ਇਹ ਕਰਨਾ ਜਾਂ ਇਹ ਨਹੀਂ ਕਰਨਾ। ਲੋਕ ਆਪਣੇ ਆਪਣੇ ਹੀ ਤੌਰ ਦੇ ਉੱਪਰ ਹਰ ਇੱਕ ਚੀਜ਼ ਨੂੰ ਸੰਭਾਲ ਰਹੇ ਸੀ ਬੜੇ ਵਧੀਆ ਢੰਗ ਦੇ ਨਾਲ। ਜਿੱਥੇ ਦੀਪ ਸਿੱਧੂ ਲਗਾਤਾਰ ਇਹ ਕਹਿ ਰਿਹਾ ਵੀ ਸਿਆਸੀ ਤੌਰ ਤੇ ਇਹ ਇਹਨਾਂ ਦਾ ਕੋਈ ਭਵਿੱਖ ਹੈ ਨਹੀਂ ਜੀ, ਉੱਥੇ ਆਪਾਂ ਦੱਸਣਾ ਚਾਹਾਂਗੇ ਗੱਲ ਹੈਗੀ ਲੋਕਾਂ ਦੇ ਘੋਲਾਂ ਦੀ। ਜੇ ਇਹਨਾਂ ਲੋਕਾਂ ਨੇ ਇਹ ਗੱਲ ਪੂਰੇ ਭਾਰਤ ਦੇ ਵਿੱਚ ਖੜੀ ਕੀਤੀ ਹੈ ਪੰਜਾਬ 'ਚ, ਕੋਈ ਕਿਸਾਨ ਜਥੇਬੰਦੀਆਂ ਅੱਜ ਨਹੀਂ ਖੜੀਆਂ ਹੋਈਆਂ, ਜਥੇਬੰਦੀ ਨੂੰ ਬਣਾਉਣ ਦੇ ਲਈ ਬੰਦੇ ਸਾਡੀਆਂ ਉਮਰਾਂ ਲੱਗ ਗਈਆਂ। ਬਿਲਕੁਲ ਬਿਲਕੁਲ, ਅਸੀਂ ਲਗਾਤਾਰ ਲੋਕਾਂ ਦੇ ਨਾਲ ਮਿੱਟੀ ਦੇ ਨਾਲ ਮਿੱਟੀ ਹੋਏ ਆ, ਲੋਕਾਂ ਦੇ ਨਾਲ ਪਸੀਨੇ ਦੇ ਨਾਲ ਪਸੀਨਾ ਹੋਏ ਆ। ਜਿੱਥੇ ਲੋਕਾਂ ਦਾ ਪਸੀਨਾ ਵਗਦਾ ਹੈ ਸਾਡੇ ਬਤੌਰ ਕਿਸਾਨੀਆਂ ਦਾ, ਸਾਡਾ ਆਗੂਆਂ ਦਾ ਲਹੂ ਵਗਦਾ ਰਿਹਾ ਹੈ। ਅਸੀਂ ਲਗਾਤਾਰ ਮੋਰਚਿਆਂ ਦੇ ਵਿੱਚ ਅਗਵਾਈਆਂ ਕੀਤੀਆਂ ਹੈ, ਬੜਾ ਕੁਝ ਚੱਲਿਆ ਹੈ। ਜਥੇਬੰਦਕ ਤੌਰ ਤੇ ਢਾਂਚਾ ਜਿਹੜਾ ਅਸੀਂ ਤਿਆਰ ਕੀਤਾ ਹੈ ਪਿੰਡਾਂ ਦੇ ਵਿੱਚ ਉਹ ਬੜਾ ਹੀ ਔਖੇ ਹੋ ਕੇ ਤਿਆਰ ਕੀਤਾ ਹੈ। ਇਹ ਉਹ ਗੱਲ ਨਹੀਂ ਵੀ ਤੁਸੀਂ ਅੱਜ ਲਹਿਰ ਦੇਖੀ ਤੇ ਵਿੱਚ ਆ ਗਏ ਕਿਉਂਕਿ ਤੁਹਾਡਾ ਇੱਕ ਚਿਹਰਾ ਹੈ ਹੋਰ ਸਾਰਾ ਕੁਝ ਹੈ। ਉਸ ਚਿਹਰੇ ਨੂੰ ਲੈ ਕੇ ਲੋਕ ਤੁਹਾਡੇ ਪਿੱਛੇ ਆ ਜਾਣਗੇ। ਇੱਕ ਵਿਚਾਰਧਾਰਕ ਸਾਂਝ ਨੂੰ ਬਣਾਉਣ ਦੇ ਲਈ ਲੰਬਾ ਸਮਾਂ ਲੱਗਦਾ ਹੈ। ਬਿਲਕੁਲ ਬਿਲਕੁਲ ਬਿਲਕੁਲ, ਕੋਈ ਇਦਾਂ ਨਹੀਂ ਵੀ ਜਥੇਬੰਦੀਆਂ ਨੂੰ 45 ਤੋਂ 50 ਸਾਲ ਹੋ ਗਏ ਆ ਪਿੰਡੋਂ ਪਿੰਡੀ ਸਾਰੇ ਕਿਤੇ ਲਾਮਬੰਦੀ ਕਰਦਿਆਂ ਨੂੰ, ਵੱਖਰੇ ਵੱਖਰੇ ਘੋੜਾਂ 'ਚ ਛੋਟੀਆਂ ਵੱਡੀਆਂ ਜਿੱਤਾਂ ਕਰਦੇ ਨੂੰ, ਚਾਹੇ ਉਹ ਜ਼ਮੀਨ ਪ੍ਰਾਪਤੀ ਨੂੰ ਲੈ ਕੇ ਸੰਘਰਸ਼ ਰਹੇ ਹੋਣ, ਚਾਹੇ ਸਾਡੇ ਇਸ ਖਿੱਤੇ ਦੇ ਵਿੱਚ ਜਦੋਂ ਗੰਨੇ ਦੀ ਮਤਲਬ ਵਿਕਰੀ ਹੁੰਦੀ ਵੱਡੇ ਪੱਧਰ ਦੇ ਉੱਪਰ ਮਿੱਲਾਂ ਦੇ ਵਿੱਚ ਤੇ ਉਹਨਾਂ ਪੈਸਿਆਂ ਦੀ ਅਦਾਇਗੀ ਨੂੰ ਲੈ ਕੇ ਹੋਈਆਂ ਹੋਣ। ਇਹ ਲੰਬੇ ਘੋਲ ਇਹਨਾਂ ਜਥੇਬੰਦੀਆਂ ਨੇ ਲੜਿਆ ਤੇ ਜਿਹਦੇ 'ਚ ਵੱਡੇ ਪੱਧਰ ਤੇ ਜਿੱਤਾਂ ਪ੍ਰਾਪਤ ਵੀ ਕੀਤੀਆਂ ਨੇ। ਬਾਕੀ ਗੱਲ ਇਹ ਹੈ ਵੀ ਕਿਉਂਕਿ ਅਸੀਂ ਬੜੇ ਤਰੀਕੇਵਾਰ ਟਾਈਮ ਦੇ ਨਾਲ ਆਪਣਾ ਐਕਸ਼ਨ ਵਧਾਉਂਦੇ ਜਾ ਰਹੇ ਹਾਂ ਕਿਉਂਕਿ ਇੱਕ ਘੋਲ ਦੀ ਇੱਕ ਮਰਿਆਦਾ ਹੁੰਦੀ ਹੈ ਤੇ ਸਮਾਂ ਹੁੰਦਾ ਹੈ, ਨੀਤੀ ਹੁੰਦੀ ਹੈ। ਉਸੇ ਹੀ ਨੀਤੀ ਦੇ ਹਿਸਾਬ ਦੇ ਨਾਲ ਇਹ ਜਿਹੜਾ ਘੋਲ ਪੰਜਾਬ 'ਚ ਲੱਗਿਆ ਹੋਇਆ ਇਹ ਨਾ ਸਮਝਣ ਵੀ ਜਿਹੜੇ ਲੋਕ ਇਹਨਾਂ ਦੀ ਅਗਵਾਈ ਕਰ ਰਹੇ ਆ ਉਹ ਸਿਆਣੇ ਨਹੀਂ ਹੈ, ਉਹਨਾਂ ਦੀ ਸਿਆਸੀ ਕੋਈ ਸਮਝ ਬੂਝ ਨਹੀਂ ਹੈ। ਹਰ ਇੱਕ ਚੀਜ਼ ਹੈ ਇਹ ਹੀ 31 ਕਿਸਾਨ ਜਥੇਬੰਦੀਆਂ ਦੀ ਸਿਆਸੀ ਸੂਝ-ਬੂਝ ਦੇ ਨਾਲ ਹੀ ਪੰਜਾਬ ਦੇ ਵਿੱਚ ਜਿੰਨੀ ਵੀ ਖੇਤਰੀ ਪਾਰਟੀਆਂ ਉਹਨਾਂ ਨੂੰ ਮਜਬੂਰ ਕਰ ਦਿੱਤਾ, ਚਾਹੇ ਉਹ ਕਾਂਗਰਸ ਹੈ, ਚਾਹੇ ਉਹ ਆਮ ਆਦਮੀ ਪਾਰਟੀ ਹੈ, ਚਾਹੇ ਅਕਾਲੀ ਦਲ ਹੈ। ਸਿਮਰਜੀਤ ਕੌਰ ਦਾ ਜਿਹੜਾ ਹੋਇਆ, ਬਾਦਲ ਦਾ ਜਿਹੜਾ ਅਸਤੀਫਾ ਹੈ, ਇਹ ਕਿਸਾਨ ਆਗੂਆਂ ਦੀ ਜਿੱਤ ਹੈ। ਸਿਆਸੀ ਧਿਰ ਨੂੰ ਮਜਬੂਰ ਹੋਣੇ ਪੈ ਗਿਆ ਜਿੱਥੇ ਲੰਬੇ ਸਮੇਂ ਤੇ ਉਹ ਲਗਾਤਾਰ ਇਹਦੇ ਨਾਲ ਰਲ ਗੱਡ ਰਹੀ ਹੈ, ਗੱਠਜੋੜ ਬਣਾ ਕੇ ਰੱਖਿਆ ਹੈ, ਪਰ ਇਸ ਘੋਲ ਨੇ ਜਿੱਤ ਕਰਾਈ। ਇਸੇ ਘੋਲ ਨੇ ਹੀ ਇਹ ਮਿੱਥ ਤੋੜਿਆ। ਬਾਦਲ ਤੇ
ਅਮਰਿੰਦਰ ਦਾ ਘਰ ਘੇਰਨ ਦਾ। ਕਿਉਂਕਿ ਅੱਜ ਤੱਕ ਜਦੋਂ ਵੀ ਸਾਡੇ ਨੌਜਵਾਨ ਚਾਹੇ ਰੋਜ਼ਗਾਰ ਨੂੰ ਲੈ ਕੇ ਚਾਹੇ ਟੀਚਰ ਯੂਨੀਅਨ ਉਹਨਾਂ ਕੋਠੀਆਂ ਦਾ ਘਰਾਵ ਕਰਨ ਜਾਂਦੇ ਤਾਂ ਇਹੀ ਸਿਆਸੀ ਲੀਡਰ ਇਹਨਾਂ ਤੇ ਲਾਠੀ ਚਾਰਜ ਕਰਦੇ ਰਹੇ। ਬਿਲਕੁਲ ਬਿਲਕੁਲ। ਅੱਜ ਕਿਸਾਨਾਂ ਨੇ ਇਹ ਮਿੱਥ ਤੋੜੀ, ਇਹਨਾਂ ਦੇ ਘਰਾਂ ਤੱਕ ਦਾ ਘਰਾਵ ਕਰਕੇ ਦੱਸਿਆ। ਮੈਂ ਜ਼ਿਕਰ ਦੱਸਾਂ 2017 ਦੇ ਵਿੱਚ ਜਦੋਂ ਸਾਡੇ ਇਸ ਖਿੱਤੇ ਦੇ ਵਿੱਚ ਜ਼ਿਮਨੀ ਚੋਣ ਹੋਈ ਜੀ ਤੇ ਕੈਪਟਨ ਅਮਰਿੰਦਰ ਸਿੰਘ ਸਾਡੇ ਖਿੱਤੇ 'ਚ ਆਇਆ, ਲੋਕਾਂ ਨੇ ਜਦੋਂ ਕਾਲੀ ਝੰਡੀਆਂ ਦਿਖਾਉਣ ਦੀ ਕੋਸ਼ਿਸ਼ ਕੀਤੀ ਇਹੀ ਪ੍ਰਸ਼ਾਸਨ ਨੇ ਉਹਨਾਂ ਨੂੰ ਨਜ਼ਰਬੰਦ ਕੀਤਾ। ਪਰ ਅੱਜ ਹਰ ਮੋਰਚੇ ਦੇ ਉੱਪਰ ਹਰ ਸਿਆਸੀ ਲੀਡਰ ਨੂੰ ਕਾਲੀਆਂ ਝੰਡੀਆਂ ਦਿਖਾਈਆਂ ਜਾਂਦੀਆਂ। ਸਾਥੀ ਜੀ ਮੈਂ ਤੁਹਾਨੂੰ ਮੇਰਾ ਬਿਲਕੁਲ ਤੁਹਾਡੇ ਨਾਲ ਲੰਬੀਆਂ ਗੱਲਾਂ ਕਰਨ ਨੂੰ ਦਿਲ ਕਰ ਰਿਹਾ, ਮੈਨੂੰ ਬਿਲਕੁਲ ਕੱਟਣ ਨੂੰ ਦਿਲ ਨਹੀਂ ਕਰ ਰਿਹਾ। ਮੈਨੂੰ ਲੱਗਦਾ ਵੀ ਆਪਾਂ ਅਗਲੇ ਹਫਤੇ ਵੀ ਇਸ ਗੱਲਬਾਤ ਨੂੰ ਜਾਰੀ ਰੱਖਾਂਗੇ ਕਿਉਂਕਿ ਸਾਡਾ ਟਾਈਮ ਬਿਲਕੁਲ ਖਤਮ ਹੋ ਚੁੱਕਿਆ, ਕਦੇ ਵੀ ਵਿੱਚੋਂ ਗੱਲਬਾਤ ਕੱਟੀ ਜਾ ਸਕਦੀ ਆ। ਅਸੀਂ ਸਰੋਤਿਆਂ ਦਾ ਵਾਅਦਾ ਕਰਦੇ ਹਾਂ ਵੀ ਸਾਥੀ ਧਰਮਿੰਦਰ ਸਿੰਘ ਨਾਲ ਆਉਂਦੇ ਹਫਤੇ ਵੀ ਅਸੀਂ ਲਗਾਤਾਰ ਇਹ ਗੱਲਬਾਤ ਨੂੰ ਜਾਰੀ ਰੱਖਾਂਗੇ। ਸਾਥੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਸੰਘਰਸ਼ ਜ਼ਿੰਦਾਬਾਦ ਤੇ ਜਿੱਤ ਲੜਦੇ ਲੋਕਾਂ ਦੀ। ਓਕੇ ਜੀ, ਜਿੰਦਾਬਾਦ ਜਿੰਦਾਬਾਦ। ਧੰਨਵਾਦ। तो श्रोतियों को इजाजत लिए जी, अगले सोमवार दोबारा मिलेंगे। अलविदा। लुटण वाले टोले मूरे लावांगे, जोटी पाके कलम कला संग्रामां दी, तुसी बुझोगे असी बुझारत पावां